ਤੇ ਆਪ ਤੁਸੀਂ ਇੱਕ ਬੰਦਾ ਵੀ ਹੋਰ ਲਿਆ ਕੇ ਦਿਓ ਤੇ ਜਿਹੜਾ ਤੁਹਾਡੇ ਨਾਲ ਦੀ ਗੱਲ ਹਾਮੀ ਭਰਦਾ ਸਾਰੇ ਸੁਨੀਆਂ ਨੂੰ ਤੁਸੀਂ ਵਿੱਚ डरते हो ਡਰ ਤੇ ਕਿਹੜੀ ਗੱਲ ਦਾ ਡਰ ਤੂੰ ਸਿਰ ਤੇ ਚੱਕਿਆ ਤੂੰ ਮਰਜ਼ਾਈ ਨਵਾਜ਼ ਬਣਨਾ ਬਣ ਮਗਰ ਮੈਂ ਨਬੂਵਤ ਨੂੰ ਖਿਲਵਾੜ ਨਹੀਂ ਕਰਨ ਦੇਣਗੇ ਤੈਨੂੰ ਇਨਸ਼ਾਅੱਲਾ ਟੈਨਸ਼ਨ ਨਾ ਲੈ ਪਰੇਰਾ ਟੌਰਸ ਨੂੰ ਲੀਗਲ ਦਾ ਨਹੀਂ ਪਤਾ ਐਡਾ ਤੂੰ ਰਹਿੰਦਾ ਨਹੀਂ ਟਵਾਣਾ ਹੋਏਗਾ ਆਪਣੇ ਘਰ ਹੋਏਗਾ मुझे बुज़दिल नजर आते हो ਹਾਂ ਬੁੱਧੇ ਤੂੰ ਜਿੱਡਾ ਓਏ ਮੇਰੀ ਗੱਲ ਸੁਣ ਤੂੰ ਜਿੱਡਾ ਸ਼ੇਰ ਆ ਜਿੱਡਾ ਤੂੰ ਹੈਗਾ अच्छा अफजल साहब एक बात है अफजल साहब आपने मुझे बेहयाई वाली बात बोली अगर यकीन करें हजरत अफजल साहब आप हजरत मूसा के दौर में होते ना तो फिरौन के तख्त को टाकी मार रहे होते अफजल साहब कोई खुदा का खौफ करें सच को सच बोलें फ्रीडम ऑफ स्पीच का मतलब ये है सच बोलें सच बोलने दें टवाना साहब सुने और सच को फिर एक्सेप्ट भी करें टवाना साहब ट्रॉलिंग करें रज के करें लोगों की तस्वीरें लटकाएं जाके ट्विटर के ऊपर लेकिन दीन इस्लाम के साथ आप आ गए वो काम जो आप ट्विटर के ऊपर लोगों के साथ करते थे आपने खत्म नबूवत के अकीदे के साथ वही काम शुरू कर दिया है। ओ यार अल्लाह ये खिलवाड़ न करें आपने मरना है और ये काम लोग इम्तियाज साहब को चाहिए कि वो ये काम छोड़ दें हमें रिप्रेजेंट ना करें कुछ शर्मिंदा नहीं हो कौन तेरी हैसियत की है तेरी हैसियत की है तेरी हैसियत की है मैं सब बोलता आप उन्हें बोले तुम्हारा साहब आपका कमेंट आ चुका है मुझे इजाजत दीजिए जरा आप एक सेकंड स्टील साहब प्लीज यार सारे वारी ना गल करो ना आमिर साहब आप इफ यू वुड लाइक टू एड्रेस अगर आप टवाना साहब से कोई इनको मेरे हाल डॉक्टर पैदा हो गए ने मरीज कल्ला है तो मर जाएगा मरीज ज्यादती ना करो मैं तो जानता नहीं टवाना साहब नु ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੈਂ ਐਉਂ ਨਹੀਂ ਆਇਆ ਤੇ ਇਹ ਟਵਿੱਟਰ ਦੇ ਪਾਸੋਂ ਪੀਸ ਆਏ ਨੇ ਇਹ ਤਾਹਿਰ ਦੇ ਪਿੱਛੇ ਤੇ ਉਧਰ ਵੀ ਇਹੀ ਕੰਮ ਕਰਦੇ ਸਨ ਟਰਾਲਿੰਗ ਦਾ ਲੋਕਾਂ ਨੂੰ ਤੰਗ ਕਰਨਾ ਕਿਸੇ ਦੀ ਫੋਟੋ ਟੰਗ ਦਿੱਤੀ ਫਲਾਣੇ ਦੀ ਟੰਗ ਦਿੱਤੀ ਹੁਣ ਇਧਰ ਆ ਕੇ ਇਹਨਾਂ ਨੂੰ ਖਤਮ ਨੇ ਬਹੁਤ ਹੱਥ ਆ ਗਿਆ ਪਤਾ ਨਹੀਂ ਇਹ ਇਹਨੇ ਮਤਲਬ ਉਹ ਕੰਮ ਤੂੰ ਕਰਦਾ ਰਿਹਾ ਉਹ ਕਾਫੀ ਅੱਛਾ ਦਿਲ ਲੱਗ ਜਾਂਦਾ ਬੰਦੇ ਦਾ ਲੇਕਿਨ ਆ ਕੇ ਇਧਰ ਦੀਨ ਇਸਲਾਮ ਨਾਲ ਇਹ ਤਾਹਿਰ ਨੇ ਜੋ ਸ਼ੈਤਾਨਬਾਜ਼ੀ ਵਾਲਾ ਕਾਰੋਬਾਰ ਖੋਲਿਆ ਉਹ ਵੇਖੋ ਇੱਕ ਹੋਰ ਪਿੱਛੇ ਆ ਕੇ ਉਹਦੇ ਨਾਲ ਉਹਦੀ ਤਾਈਦ ਵਿੱਚ ਆ ਕੇ ਤੇ ਉਹ ਐਗਜ਼ੈਕਟ ਉਹ ਮੁਸਲਮਾਨ ਕਜ਼ਾਬ ਦੇ ਬਾਰੇ ਚ ਕਹਿ ਰਿਹਾ ਹੈ ਕਿ ਉਹ ਜ਼ਕਾਤ ਨਾ ਦੇਣ ਦੇ ਉੱਤੇ ਉਹਨੂੰ ਤਲਫ ਕੀਤਾ ਗਿਆ ਹੈ ਹਾਲਾਂਕਿ ਇਸਲਾਮਿਕ ਹਿਸਟਰੀ ਦੇ ਵਿੱਚ ਕੋਈ ਵੀ ਆਲਮੇ ਦੀਨ ਅੱਜ ਤੱਕ ਅਸੀਂ ਤੇ ਗੱਲ ਨਹੀਂ ਸੁਣੀ ਉਹ ਤੇ ਅਸਲ ਜਿਹੜਾ ਇਸ਼ੂ ਸੀ ਉਹ ਤੇ ਖਤਮ ਨਬੂਵਤ ਦਾ ਸੀ ਉਹਨੇ ਮਾਨੇ ਨੇ ਜ਼ਕਾਤ ਹੋਰ ਸਨ ਝੂਠੇ ਮਦਈਆਂ ਨੇ ਨਬੂਵਤ ਹੋਰ ਸਨ ਜਿਹੜੇ ਮੁਰਤਦੀਨ ਦੇ ਕਬਾਇਲ ਨੇ ਹੋਰ ਸਨ ਤਰੇ ਵੱਖ-ਵੱਖ ਗਰੁੱਪ ਸਨ ਤੇ ਇਹਨਾਂ ਦਾ ਤਾਰਫ ਕੀ ਹੈ ਮਿਰਜ਼ਾਈ ਨੇ ਕਿ ਮੁਸਲਮਾਨ ਨੇ ਟਵਾਣਾ ਸਾਹਿਬ जी दोबारा बोले और बच्चा ਜਿਹੜੇ ਟਵਾਣਾ ਸਾਹਿਬ ਨੇ ਇਹਨਾਂ ਦਾ ਤਾਰਫ ਅਸਲ ਤਾਰਫ ਕੀ ਹੈ ਮੁਸਲਮਾਨ ਨੇ ਜਾਂ ਕਾਦੀਆਨੀ ਨੇ ਇਹ ਸਮਝੋ ਕੁਝ ਵੀ ਨਹੀਂ ਇਹ ਮੇਰੇ ਟਵਿੱਟਰ ਦੇ 5-7 ਸਾਲ ਦੇ ਵਾਕਫ ਨੇ ਇਹ ਉਸੇ ਗਰੁੱਪ ਦੇ ਵਿੱਚੋਂ ਲਾਰਜਰ ਗਰੁੱਪ ਜਿਹੜਾ ਰਾਜਾ ਤਾਲ ਮਨਾਨ ਤਾਹਿਰ ਹੋਰ ਬੇਸ਼ੁਮਾਰ ਲੋਕ ਟਵਿੱਟਰ ਦੀ ਸਾਈਟ ਦੇ ਉੱਥੋਂ ਹੀ ਮੇਰੀ ਵਾਕਫੀਅਤ ਹੈ ਮੇਰੇ ਸਪੇਸ ਯਾਨੀ ਬਰਾਡ ਜਿਹੜੀ ਪਲੇਟਫਾਰਮ ਉੱਥੇ ਆ ਕੇ ਕਾਫੀ ਟਾਈਮ ਬਹਿੰਦੇ ਰਹੇ ਨੇ ਫਿਰ ਇਹਨਾਂ ਨੇ ਜਾ ਕੇ ਆਪਣੀ ਲਾਣੀ ਸ਼ੁਰੂ ਕਰਤੀ ਮੇਨ ਕੰਮ ਜਿਹੜੀ ਆਇਡੈਂਟੀਟੀ ਜਿਹਦੇ ਨਾਲ ਇਹ ਨੋਨ ਨੇ ਮਸ਼ਹੂਰੀ ਇਹਨਾਂ ਦੀ ਉਹ ਇਹ ਵੇ ਕਿ ਪੈਰਡੀ ਟਾਈਪ ਇਹ ਰਨ ਕਰਦੇ ਨੇ ਮਤਲਬ ਤੁਹਾਡੀ ਆਵਾਜ਼ ਸੁਣੀਏ ਤੇ ਜਾ ਕੇ ਆਪਣੀ ਬਰਾਡ ਖੋਲ ਲਈਏ ਤੁਹਾਡੀ ਆਵਾਜ਼ ਦੇ ਵਿੱਚ ਗੁਫ਼ਤਗੂ ਕਰਨਗੇ ਤੁਹਾਡੇ ਬਿਆਨੀਏ ਦੇ ਉੱਤੇ ਮਤਲਬ ਹੈ ਕਿ ਇੱਕ ਕਾਮੇਡੀ ਟਾਈਪ ਤਬਸਰਾ ਪੈਰਡੀ ਲੋਕਾਂ ਨੂੰ ਹੱਸਣ ਹਸਾਉਣ ਦਾ ਇਹ ਕੰਮ ਇਹ ਕਰਦੇ ਨੇ ਅੱਗੋਂ ਲੋਕਾਂ ਕਿਸੇ ਦੀ ਫੋਟੋ ਟੰਗ ਜਿਹੜੀ ਤੇ ਕਿ ਅੱਜ ਇਮਰਾਨ ਦੀ ਟੰਗੀ ਕੱਲ ਮੇਰੀ ਟੰਗ ਛਿੜੀ ਪਰਸੋਂ ਤੁਹਾਡੀ ਟੰਗ ਇਸ ਕਿਸਮ ਦਾ ਇਹਨਾਂ ਦਾ ਇਹਨੂੰ ਟ੍ਰੋਲਿੰਗ ਕਹਿੰਦੇ ਨੇ ਕਿ ਲੋਕਾਂ ਨੂੰ ਤੰਗ ਕਰਨਾ ਫਿਰ ਲੜਾਈ ਝਗੜੇ ਕਰਨੇ ਸ਼ਦੀਦ ਕਿਸਮ ਦੇ ਆਪਸ ਵਿੱਚ ਇਖਤਲਾਫਾਤ ਇਹ ਉਹ ਤੰਗ ਕਰਨ ਦੀ ਬੁਨਿਆਦ ਦੇ ਉੱਤੇ ਇਹਨਾਂ ਦੀ ਮਸ਼ਹੂਰੀ ਉਦੋਂ ਟਵਿੱਟਰ ਦੇ ਉੱਤੇ ਇਹਨਾਂ ਕੰਮਾਂ ਦੀ ਇਹ ਤੇ ਉਹਨਾਂ ਦਾ ਬਿਹੇਵੀਅਰ ਤੁਸੀਂ ਬਿਆਨ ਕਰਦੇ ਹੋ ਮੈਂ ਕਿਹਾ ਵੀ ਉਹ ਜ਼ਾਤੀ ਤੌਰ ਤੇ ਮੁਸਲਮਾਨ ਨੇ ਜਾਂ ਗੈਰ ਮੁਸਲਮ ਨੇ ਇਹ ਜੋ ਇਹਨਾਂ ਨੇ ਤਾਰਫ ਕਰਵਾਇਆ ਸੀ ਮੈਨੂੰ ਉਹ ਤੇ ਆਂਦੇ ਨੇ ਕਿ ਮੈਂ ਪਾਕਿਸਤਾਨੀ ਹਾਂ ਜ਼ੁਬਾਨ ਵੀ ਜਿਹੜੀ ਬੋਲਦੇ ਨੇ ਉਹ ਕੰਸਿਸਟੈਂਟ ਹੈ ਆਜ਼ਾਦ ਕਸ਼ਮੀਰ ਦੇ ਇਹ ਪਿੰਬਰ ਦੇ ਇਲਾਕੇ ਦੇ ਜਾਂ ਇਸ ਦੇ ਇਲਾਕੇ ਦੇ ਅੱਗੇ ਪਿੱਛੇ ਦੇ ਕੋਈ ਉਹ ਦੱਸਿਆ ਮੇਰੇ ਜ਼ਿਹਨ ਚ ਉਹਨਾਂ ਨੇ ਨਿਕਲ ਗਿਆ ਕਰਾਚੀ ਸੈਟਲ ਨੇ ਉੱਥੋਂ ਇਹ ਬਾਹਰ ਮਿਡਲ ਈਸਟ ਕਿਧਰੇ ਚਲੇ ਗਏ ਨੇ ਕੋਈ ਇੰਜੀਨੀਅਰਿੰਗ ਵਗੈਰਾ ਲਈ ਸ਼ਾਇਦ ਡਿਗਰੀ ਦੱਸੀ ਇਹਨਾਂ ਨੇ ਆਂਦੇ ਨੇ ਮੈਂ ਪਾਕਿਸਤਾਨੀ ਹਾਂ ਇਸ ਤੋਂ ਅੱਗੇ ਮੈਨੂੰ ਕੋਈ ਕਨਫਰਮ ਨਹੀਂ ਕਿ ਇੰਡੀਅਨ ਨੇ ਆਂਦੇ ਨੇ ਮੈਂ ਮੁਸਲਮਾਨ ਹਾਂ ਅੱਜ ਇਹਨਾਂ ਦੇ ਅਕਾਇਦ ਜੋ ਇਹਨਾਂ ਨੇ ਬਿਆਨ ਕੀਤੇ ਨੇ ਮੁਸਲਮਾਨ ਕਜ਼ਾਬ ਦੇ ਜ਼ਿਮਨ ਚ ਉੱਥੋਂ ਇੰਨੀ ਗੱਲ ਅੱਜ ਕਨਫਰਮ ਇਹਨਾਂ ਨੇ ਕੀਤੀ ਹੈ ਕਿ ਖਤਮੇ ਨਬੂਵਤ ਦੇ ਉੱਤੇ ਇਹਨਾਂ ਦਾ ਅਕੀਦਾ ਮੁਸਲਮਾਨਾਂ ਵਾਲਾ ਨਹੀਂ ਇਹ ਮੁਸਲਮਾਨ ਕਜ਼ਾਬ ਨੂੰ ਆਂਦੇ ਨੇ ਕਿ ਇਹ ਬਿਲਕੁਲ ਕਾਦੀਆਨੀ ਜਿਹੜਾ ਸਕੂਲ ਆਫ ਥਾਟ ਹੈ ਐਗਜ਼ੈਕਟ ਉਹ ਹੀ ਰਿਪੀਟਿੰਗ ਟਾਕਿੰਗ ਪੁਆਇੰਟ ਕਰ ਰਹੇ ਨੇ ਕਿ ਮੁਸਲਮਾਨ ਕਜ਼ਾਬ ਨੂੰ ਜ਼ਕਾਤ ਨਾ ਦੇਣ ਦੇ ਉੱਤੇ ਕਤਲ ਕੀਤਾ ਗਿਆ ਹਾਲਾਂਕਿ ਇਹ ਇਟ ਮੀਨਸ ਕਿ ਇਹ ਕਾਦੀਆਨੀ ਜਿਹੜਾ ਹੈ ਨਾ ਨੈਰੇਟਿਵ
ਉਹਨੂੰ ਇਹਨਾਂ ਨੇ ਸਮਹਾਉ ਇਹ ਸਬਸਕ੍ਰਾਈਬ ਕੀਤੇ। ਹੁਣ ਪਤਾ ਨਹੀਂ ਇਹ ਕਾਦੀਆਨੀ ਟੋਟਲ ਹੈ ਵੀ ਨੇ, ਉਹਨਾਂ ਦੇ ਆਪਣੇ ਬਕੌਲ ਤੇ ਉਹ ਨਹੀਂ ਹੈ। ਤੇ ਇਹਨਾਂ ਕੁ ਤਾਰਫ ਮੈਂ ਤੇ ਜਾਣਦਾ ਜੇ ਇਸ ਤੋਂ ਬਿਆਨ, ਤੇ ਮੈਂ ਵੀ ਸ਼ਾਕ ਹਾਂ ਕਿ ਇਸ ਬੰਦੇ ਨੂੰ ਕੀ ਮੁਸੀਬਤ ਪਈ ਹੈ ਕਿ ਆ ਇਸਲਾਮ ਦੇ ਵਿੱਚ ਆ ਕੇ ਨੇ ਉਂਗਲ ਦੇ ਦਿੱਤੀ। ਸਭ ਜਿਹੜਾ ਸੋਸ਼ਲ ਮੀਡੀਆ ਨਾ ਇਹਦੇ ਉੱਤੇ ਜਿਹੜੀ ਆਵਾਜ਼ ਹੈ ਉਹੀ ਸਾਡਾ ਤਾਰਫ ਹੈ। ਜਿਹੜੀ ਅਸੀਂ ਗੱਲਬਾਤ ਕਰਨੇ ਆ ਨਾ, ਬਹੁਤ ਖੂਬਸੂਰਤ ਗੱਲ ਹੈ। ਪਹਿਲੇ ਇਸਲਾਮ ਵਾਲੀ ਗੱਲ ਕਰਨੇ ਆ ਤੇ ਸਾਡਾ ਇਸਲਾਮ ਵਾਲਿਆਂ ਨਾਲ ਤਾਲੁਕ ਹੈ, ਤੇ ਜੇ ਅਸੀਂ ਅਹਿਲੇ ਇਸਲਾਮ ਦੇ ਖਿਲਾਫ ਜਾਂ ਇਸਲਾਮੀ ਅਕਾਇਦ ਔਰ ਨਜ਼ਰੀਆਤ ਦੇ ਖਿਲਾਫ, ਇਸਲਾਮਿਕ ਫਿਲਾਸਫੀ ਦੇ ਖਿਲਾਫ ਗੱਲ ਕਰਨੇ ਆ ਤੇ ਲਾ ਮਹੱਲਾ ਉਹੀ ਸਾਡਾ ਤਾਰਫ ਹੈ ਕਿ ਅਸੀਂ ਨਾਨ ਮੁਸਲਿਮ ਹਾਂ। ਤੇ ਮੈਂ अर्ज करना चाहना कि कोई ना कोई लिटमस टेस्ट होंगे ने इत्थे, ते शार्प शूटर मौजूद है, तो किसी बंदे उस बंदे का कोई लिटमस टेस्ट नहीं लिया भाई अगर वो नहीं है। आमिर भाई मैं करने की कोशिश की थी ते अफजल बड़ाई साहब ने मैंने थले ला दिता है, ठीक है नहीं थले नहीं लाया। तुसी जेड़े मेथड नाल जा रहे सो ਉਹ ਲੜਾਈ ਝਗੜੇ ਵਾਲਾ ਹੈ, ਉਹਦੇ ਕੋਲੋਂ ਲਿਟਮਸ ਟੈਸਟ ਲੈ ਲਿਆ। ਗਾਲਾਂ ਉਹ ਕੱਢ ਰਿਹਾ ਸੀ ਮੈਨੂੰ ਤੇ ਬਿਲਕੁਲ ਮਿਰਜ਼ਾ ਸਾਹਿਬ ਦੇ ਬਾਰੇ ਚ ਠਹਿਰ ਜਾਓ। ਮਿਰਜ਼ਾ ਸਾਹਿਬ ਦੇ ਬਾਰੇ ਚ ਉਹਨੇ ਕਿਹਾ ਜੀ ਮੈਂ ਮਿਰਜ਼ਾ ਸਾਹਿਬ ਨੂੰ ਕਾਫਰ ਨਹੀਂ ਮੰਨਦਾ। ਮੈਂ ਉਹਨਾਂ ਨੂੰ ਪੁੱਛਿਆ ਦਾਇਰਾ ਇਸਲਾਮ ਤੋਂ ਖਾਰਜ ਹੈ, ਜਿਹੜੀ ਹਦੀਸ ਹੈ ਉਹ ਪੜ੍ਹ ਕੇ ਸੁਣਾਈ ਹੈ ਕਜ਼ਾਬੂਨ ਵਾਲੀ, ਉਹ ਆਂਦਾ ਜੀ ਬਿਲਕੁਲ ਮੈਂ ਉਹਨਾਂ ਨੂੰ ਕਿਸੇ ਦੇ ਉੱਤੇ ਮੈਂ ਕੁਫਰ ਦਾ ਫਤਵਾ ਨਹੀਂ ਲਾਉਂਦਾ। ਲਿਹਾਜ਼ਾ ਇਹਦੀ ਬੁਨਿਆਦ ਦੇ ਉੱਤੇ ਮੈਂ ਉਹਨੂੰ ਕੈਟਾਗੋਰੀਕਲੀ ਕਿਹਾ ਹੈ ਕਿ ਮੇਰੇ ਅਕਾਇਦ ਇਸਲਾਮ ਦੇ ਉੱਤੇ ਉਹ ਬੰਦਾ ਨਹੀਂ ਹੈ। ਇਸ ਤੋਂ ਵੱਡਾ ਲਿਟਮਸ ਟੈਸਟ ਕਿਸੇ ਦੇ ਬਾਰੇ ਵਿੱਚ ਹੋ ਨਹੀਂ ਸਕਦਾ ਕੈਟਾਗੋਰੀਕਲ ਕਿ ਜਿਹਨੂੰ ਕਹਿਤਾ ਜਾਏ। ਹਾਲਾਂਕਿ ਮੇਰੀ 5-7 ਸਾਲ ਦੀ ਵਾਕਫੀਅਤ ਹੈ। ਅੱਜ ਪਹਿਲੇ ਦਿਨ ਮੈਂ ਉਹਨੂੰ ਕਲੀਅਰਲੀ ਕਹਿਤਾ ਕਿ ਮੇਰੇ ਇਸਲਾਮ ਦੇ ਅਕਾਇਦ ਦੇ ਉੱਤੇ ਉਹ ਨਹੀਂ ਹੈ। ਇਹ ਹੁਣ ਸ਼ਾਰਪ ਸ਼ੂਟਰ ਸੈਟੀਸਫਾਈਡ ਹੈ ਜਾਂ ਨਹੀਂ ਹੁਣੇ बिल्कुल अब्दुल बड़ाई साहब ने जबरदस्त देखो लंबी नहीं लाई, इन्होंने फौरन कह दिता। मैं भी ਉਹਦੇ ਕੋਲੋਂ ਇਹੀ ਪੁੱਛਿਆ ਸੀ ਕਿ ਬਈ ਠੀਕ ਹੈ ਤੂੰ ਆਪਣੇ ਆਪ ਨੂੰ कहने कि मैं सुन्नी हाँ, ਤੇ ਇਮਤਿਆਜ਼ ਸਾਹਿਬ ਨੇ ਸਾਰਿਆਂ ਸੁਨੀਆਂ ਦਾ ਨੱਕ ਕਟਾ ਦਿੱਤਾ ਹੈ, ਇਹ ਹੋ ਗਿਆ ਉਹ ਕਰਾ ਫਲਾਣ ਹੋ ਗਿਆ। ਤੇ ਮੈਂ ਗੱਲ ਦੱਸ ਕਿ ਤੇਰੇ ਸੁਨੀਆਂ ਵਾਲੇ ਕਾਇਦ ਵੀ ਹੈ ਨੇ, ਤੂੰ ਆਇਆ ਹਦੀਸ में ਪੜ੍ਹੀਏ ਤੇ ਮੈਂ ਕਿਹਾ ਇਸ ਦੇ ਮੁਤਾਬਿਕ ਤੂੰ ਜਿਹੜਾ ਇਹ ਦਾਵਾ ਨਬੂਵਤ ਕਰੇ ਉਹਨੂੰ ਕਜ਼ਾਬ ਦਜਾਲ ਮੰਨਨੇ ਤੇ ਮਿਰਜ਼ਾ ਗੁਲਾਮ ਕਾਦੀਆਨੀ ਨੂੰ ਤੂੰ ਕਜ਼ਾਬ ਦਜਾਲ ਮੰਨਨੇ ਔਰ ਉਹਨਾਂ ਨੂੰ ਤਾਰਾ ਇਸਲਾਮ ਤੋਂ ਖਾਰਜ। मैंने उसने कहा मैं नहीं कहता इस ते मैनू कोई हक नहीं किसी ਨੂੰ ਕਾਫਰ ਕਹਿਣਾ। ये फिर अपना ਪੁੱਛਿਆ इन्होंने अफजल बड़ाई भाई ने, तो उसने सीधा कहा जी कि भाई मैं नहीं कोई हक नहीं रखता तो ये नहीं, तो उत्ते फिर सुनी ना होया। फिर तू किस जाई ते कहने कि भाई सारे सुनिया दा शार्प शूटर भाई थल्ले तारक चौहान साहब ने लिखा है कि तवाना पक्का मरज़ई है। ਤੁਸੀਂ ਤਾਰਕ ਚੌਹਾਨ ਸਾਹਿਬ ਦਾ ਥੱਲੇ ਮੈਸੇਜ ਪੜ੍ਹ ਸਕਦੇ ਹੋ। ਨਹੀਂ ਉਹਦੀ ਲਾਈਨ ਉਹਦੀਆਂ ਗੱਲਾਂ ਸਾਰੀਆਂ ਤੇ ਇੰਡੀਕੇਟ ਕਰ ਰਹੀਆਂ ਨੇ ਨਾ ਕਿ ਉਹ ਮੁਸਲਮਾਨਾਂ ਵਾਲੇ ਅਕਾਇਦ ਦੇ ਉੱਤੇ ਖਤਮ ਨੂੰ ਉੱਤੇ ਹੈ ਹੀ ਨਹੀਂ ਬਿਲਕੁਲ। ਇਹ ਤੇਜ਼ ਵਾਈ ਤੇ ਕੋਈ ਸ਼ੱਕ ਨਹੀਂ, ਉਹ ਖੁਦ ਉਹਦੀ ਆਪਣੀ ਜ਼ੁਬਾਨ ਨਾਲ ਗੱਲ ਹੈ ਜੀ। ਬੰਦਾ ਆਪਣਾ ਦੱਸਦਾ ਹੈ ਨਾ, ਜਿੰਨੀ ਗੱਲ ਤੁਸੀਂ ਦੱਸੀ ਹੈ ਇਹਦੇ ਤੋਂ ਇਹੀ ਪਤਾ ਪਿਆ ਲੱਗਦਾ ਹੈ ਕਿ ਉਹ ਬੰਦਾ ਮਿਰਜ਼ਾਈ ਹੈ ਤੇ ਛੁਪਿਆ ਮਿਰਜ਼ਾਈ ਮੁਸਲਮਾਨਾਂ 'ਚ ਵੜ ਕੇ ਤੇ ਉਹ ਮੁਸਲਮਾਨਾਂ ਨੂੰ ਕ੍ਰਿਟਿਸਾਈਜ਼ ਕਰੇ ਮੁਸਲਮਾਨਾਂ ਦੀ ਤਰਫੋਂ कि नहीं मुसलमान फलाना डिबेटर अच्छा नहीं, फलाने मुसलमानों के अकायद अच्छे नहीं, फलानी मुसलमानों के गलती पाई जाती है। ये कोई पहला वाकया तो नहीं ना है। एक तो मिर्ज़ा गुलाम अहमद कादियानी का एक मुरीद सी, डिंगे दा सी नबीना, है भी ये नबीना सी। ते सीरतुल महदी च लिखे है कि वो मुसलमानों के एक पिंड गया। उस जमाने च पता जे है बस्ती तो बस्ती लोग पैदल ट्रैवल करते सन, एक पिंड तो दूसरे पिंड पैदल जा रहा सी। तो उत्थे गया ਤੇ ਉਹਨਾਂ ਨੂੰ ਜਾ ਕੇ ਕਹਿੰਦਾ ਮੁਸਲਮਾਨਾਂ ਨੂੰ ਕਿ ਬਈ ਸੁਣਿਆ ਤੁਹਾਡੇ ਪਿੰਡ ਮਿਰਜ਼ਾਈ ਬੜਾ ਤੁਹਾਨੂੰ ਤੰਗ ਕਰਦੇ ਨੇ ਤੇ ਤੁਹਾਨੂੰ ਹਯਾਤੋ ਵਫਾਤੇ ਮਸੀਹ ਦੇ ਮੌਜੂ ਤੇ ਚੈਲੰਜ ਕਰਦੇ ਨੇ, ਤੇ ਲਿਆਓ ਜਿਹੜਾ ਮਿਰਜ਼ਾਈ ਤੁਹਾਡੇ ਨਾਲ ਜ਼ਿਆਦਾ ਡਿਬੇਟਾਂ ਕਰਦਾ, ਮਨਾਜ਼ਰੇ ਕਰਦਾ, ਮੈਂ ਉਹਦਾ ਹੁਣੇ 2 ਮਿੰਟ ਚ ਮੂੰਹ ਬੰਦ ਕਰ ਦੇਣਾ ਵਾ। ਉਹਨਾਂ ਪਿੰਡ ਵਾਲਿਆਂ ਆਖਿਆ ਵੀ ਮੁਸਾਫਰ ਹੈ ਤੇ ਦਾੜੀ ਸ਼ਾੜੀ ਰੱਖੀ ਹੈ, ਕੋਈ ਆਲਮ ਦੀਨ ਮਲੂਮ ਹੁੰਦਾ ਹੈ, ਮੌਲਵੀ ਹੈ, ਤੇ ਉਹਨਾਂ ਮਸਜਿਦ ਨਾਲੇ ਖਾਣਾ ਸ਼ਾਣਾ ਦਿੱਤਾ, ਨਾਲੇ ਕੋਈ ਬੰਦੋਬਸਤ ਕਰਕੇ ਦਿੱਤਾ ਰੋਟੀ ਪਾਣੀ ਦਾ। ਤੇ ਉਹਨਾਂ ਆਖਿਆ ਵੀ ਚਲੋ ਬੁਲਾ ਲਿਆ, ਉਹਨਾਂ ਮਰਜ਼ਾਈਆਂ ਨੂੰ ਬੁਲਾ ਲਿਆ ਵੀ ਆਓ ਜੀ ਗੱਲ ਕਰੋ, ਇਹ ਸਾਡਾ ਮੁਸਲਮਾਨ ਆਲਮੇ ਦੀਨ। ਤੇ ਜਿਸ ਵੇਲੇ ਉਹਨੇ ਗੱਲ ਕੀਤੀ ਤੇ ਪਹਿਲਾਂ ਉਹਨੇ 2 ਦਲੀਲਾਂ ਦਿੱਤੀਆਂ ਹਯਾਤੇ ਮਸੀਹ ਦੀਆਂ, ਤੇ ਤੀਜੀ ਚੌਥੀ ਦਲੀਲ ਤੇ ਆਖਣ ਲੱਗਾ ਵੀ ਮਰਜ਼ਾਈਆਂ ਦਾ ਮੌਕਫ ਦਰੁਸਤ ਮਲੂਮ ਹੁੰਦਾ ਹੈ। ਮੁਸਲਮਾਨਾਂ ਨੂੰ ਸ਼ੱਕ ਪੈ ਗਿਆ, ਉਹਨਾਂ ਆਖਿਆ ਵੀ ਅਸੀਂ ਇਹਦੇ ਤੇ ਪਰਦੇਸੀ ਸਮਝ ਕੇ ਇਤਬਾਰ ਕੀਤਾ, ਮੁਸਾਫਰ ਸਮਝ ਕੇ ਇਤਬਾਰ ਕੀਤਾ ਵੀ ਇਹ ਮੁਸਲਮਾਨ ਹੈ। ਇਹ ਤੇ ਗਿੱਲਾ ਤਿੱਤਰ ਨਿਕਲਿਆ, ਇਹ ਤੇ ਮਰਜ਼ਾਈ ਨਿਕਲਿਆ ਜੀ। ਕਹਾਣੀ ਸ਼ਰੀਫ ਨਹੀਂ, ਸੀਰਤੁਲ ਮਹਿਦੀ ਜਾ ਕੇ ਖੋਲ ਕੇ ਵੇਖ ਲਓ ਇਮਤਿਆਜ਼ ਸਾਹਿਬ, ਜੇ ਝੂਠ ਨਿਕਲੀ ਤੁਸੀਂ ਆ ਕੇ ਮੇਰੇ ਗੱਲ 'ਚ ਕੱਪੜਾ ਪਾ ਲਿਓ, ਜਾਂਦੇ ਹੋ ਤੇ ਮੈਂ ਤੇ ਸਕੈਨ ਲਾ ਦਿੰਦਾ। ਤੇ ਉਹਨਾਂ ਫਿਰ ਫੜ ਕੇ ਉਹਨੂੰ ਫੈਂਟੀ ਵੀ ਲਾਈ। ਉੱਥੇ ਦੇ ਬੰਦਿਆਂ ਨੇ, ਮੁਸਲਮਾਨਾਂ ਨੇ ਉਹਨੂੰ ਫੈਂਟਾ ਚਾੜਿਆ ਕਿ ਤੂੰ ਸਾਨੂੰ ਧੋਖਾ ਦਿੱਤਾ ਹੈ। ਇਹ ਕੋਈ ਨਵਾਂ ਵਾਕਿਆ, ਅਜੀਬੋ ਗਰੀਬ ਵਾਕਿਆ ਨਹੀਂ, ਇਹ ਸੀਰਤੁਲ ਮਹਿਦੀ 'ਚ ਵੀ ਲਿਖਿਆ ਹੈ। ਇੱਥੇ ਵੀ ਸਾਡੇ ਨਾਲ ਵੀ ਇਹੋ ਜਿਹੇ ਕਈ ਵਾਕਿਆਤ ਹੋ ਚੁੱਕੇ ਨੇ ਕਿ ਲੋਕਾਂ ਨੇ ਆ ਕੇ ਆਪਣਾ ਤਾਰਫ ਐਜ਼ ਏ ਮੁਸਲਿਮ ਕਰਵਾਇਆ, ਲੇਕਿਨ ਉਹ ਦਰ ਹਕੀਕਤ ਮੁਸਲਮਾਨ ਨਹੀਂ ਸਨ।
ਸੋ ਇਹ ਕੋਈ ਨਵਾਂ ਵਾਕਿਆ ਨਹੀਂ ਹੋ ਗਿਆ ਅਗਰ ਉਹ ਬੰਦਾ ਇਹ ਆਮਰ ਭਾਈ ਮੈਂ ਤੁਹਾਨੂੰ ਦੱਸ ਦੇਣਾ ਆਪ ਬੀਤੀ। ਇਮਰਾਨਾ ਨਾਂ ਦੀ ਇੱਕ ਖਾਤੂਨ ਹੈ ਕੈਨੇਡਾ ਤੋਂ, ਉਹ ਹੋਸਟ ਕਰਦੀ ਏ ਟਵਿੱਟਰ ਦੇ ਉੱਤੇ ਸਪੇਸਿਸ, ਇਹ ਛੋਟੀਆਂ ਜਿਹੀਆਂ ਲਾਈਟ ਜੀਆਂ। ਰਾਜਾ ਅਤਾਉਲ ਮਨਾਨ ਸਾਹਿਬ ਹਰਾਂ ਦੇ ਗਰੁੱਪ ਦੇ ਨਾਲ ਉਹ ਬਿਲੋਂਗ ਕਰਦੀ ਸੀ, ਜਿਹੜੇ ਇਕੱਠੇ ਬਹਿ ਕੇ ਲਾਈਟ ਜੀ ਸ਼ੇਰੋ ਸ਼ਾਇਰੀ ਵਗੈਰਾ ਦੀਆਂ ਸਪੇਸਾਂ ਉੱਤੇ ਕਰਦੇ ਟਵਿੱਟਰ ਤੇ। ਮੇਰੇ ਨਾਲ ਵੀ ਉਹ ਸ਼ੁਰੂ ਚ ਆ ਕੇ ਬਹਿੰਦੀ ਰਹੀ ਏ। ਜਦੋਂ ਫੈਮਿਨਿਜ਼ਮ ਦੇ ਉੱਤੇ ਮੇਰਾ ਉਹਨੂੰ ਵਾਜ਼ਿਆ ਹੋ ਗਿਆ ਕਿ ਸਖਤ ਮੌਕਫ ਔਰ ਇਸਲਾਮ ਦੇ ਉੱਤੇ ਇੰਤਹਾਈ ਸਖਤ ਮੌਕਫ, ਤੇ ਉਹ ਫਿਰ ਜ਼ਾਹਿਰ ਸਾਰਾ ਗਰੁੱਪ ਮੇਰੇ ਖਿਲਾਫ ਹੋ ਗਿਆ। ਉਹ ਇਮਰਾਨਾ ਨਾਂ ਦੀ ਖਾਤੂਨ, ਹਾਲਾਂਕਿ ਮੈਂ ਉਹਦੀ ਬੜੀ ਰਿਸਪੈਕਟ ਕਰਦਾ ਸਾਂ, ਆਮਰ ਭਾਈ ਉਸ ਖਾਤੂਨ ਨੇ ਅੱਜ ਤੱਕ ਆਪਣਾ ਅਕਾਇਦ ਦੇ ਉੱਤੇ ਕਦੀ ਡਿਸਕਲੋਜ਼ਰ ਨਹੀਂ ਦਿੱਤਾ। ਔਰ ਮੈਨੂੰ ਕਈ ਲੋਕਾਂ ਨੇ ਪੁੱਛਿਆ ਕਿ ਇਹ ਗੱਲਾਂ ਤੋਂ, ਚੁੱਕ ਮੈਂ ਵੀ ਜ਼ਾਹਿਰ ਤੁਹਾਨੂੰ ਪਤਾ ਹੈ ਅਸੀਂ ਜਿਹੜੇ ਰਿਸ਼ਤੇਦਾਰ ਹਾਂ ਭਲੇ ਸਾਨੂੰ ਅੰਦਾਜ਼ਾ ਤੇ ਹੋ ਜਾਂਦਾ ਹੈ। ਉਹ ਵੀ ਜਾਣੇ ਦੁਬਾਰਾ। ਓਕੇ ਚਲੋ ਤੇ ਮੈਨੂੰ ਵੀ ਫੀਲਿੰਗ ਹੈ ਸੀ ਕਿ ਇਸ ਔਰਤ ਦੇ ਕੁਝ ਮਾਰਕਸ ਹੈ ਨੇ ਜਿਹੜੇ ਕਿ ਇਹਦੇ ਕਾਦੀਆਨੀ ਹੋਣ ਦੇ ਇੰਡੀਕੇਟਰਸ ਨੇ, ਲੇਕਿਨ ਉਹ ਕਦੇ ਇੱਕ ਦੋ ਬੰਦਿਆਂ ਨੇ ਉਹਨੂੰ ਪੁੱਛਿਆ ਵੀ, ਲੇਕਿਨ ਉਹਨੇ ਡਿਨਾਈ ਕੀਤਾ। ਤੇ ਜੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਕੈਸਰ ਰਾਜਾ ਸਾਹਿਬ ਨੇ ਜਦੋਂ ਦੀ ਟਵਿੱਟਰ ਦੇ ਉੱਤੇ ਉਧਰ ਸਪੇਸਾਂ ਲਾਣੀਆਂ ਸ਼ੁਰੂ ਕੀਤੀਆਂ ਨੇ, ਔਰ ਇਹ ਜਿਹੜਾ ਕੇਸ ਉਹਦੇ ਚੱਲ ਰਿਹਾ ਇਸਲਾਮਾਬਾਦ ਹਾਈ ਕੋਰਟ ਚ ਉਸ ਵਕਤ ਚੱਲ ਰਿਹਾ ਸੀ, ਉਹਦੇ ਤੇ ਜਿਹੜੇ ਉਹ ਵੀਲਾਗਸ ਉਹਨਾਂ YouTube ਵਗੈਰਾ ਤੇ ਇਨਵੈਸਟੀਗੇਸ਼ਨ ਉਹਨਾਂ ਕੀਤੀ, ਉਧਰ ਬਰਾਡਾਂ ਵੀ ਯਾਨੀ ਕਿ ਸਪੇਸਿਸ ਵੀ ਉਹ ਰੈਗੂਲਰ ਲਾਉਂਦੇ ਸਨ ਕੈਸਰ ਰਾਜਾ ਸਾਹਿਬ। ਮੈਂ ਵੀ ਉਹਨਾਂ ਬਰਾਡਾਂ ਵਿੱਚ ਰੈਗੂਲਰਲੀ ਜਾਂਦਾ ਰਿਹਾ ਉਸ ਦੌਰ, ਯਾਨੀ ਕਿ ਮੈਂ ਪਿਛਲੇ ਕੁਝ ਮਹੀਨੇ ਪਹਿਲਾਂ ਦੀ ਗੱਲ ਕਰ ਰਿਹਾ। ਇੱਕ ਦਿਨ ਉਸ ਖਾਤੂਨ ਇਮਰਾਨਾ ਨੇ ਗੱਲ ਕਰਦਿਆਂ ਕੈਸਰ ਰਾਜਾ ਸਾਹਿਬ ਨੇ ਅਬਰਪਟਲੀ ਉਹਨੂੰ ਕੁਐਸਚਨ ਕੀਤਾ ਤੇ ਉਹਦੇ ਮੂੰਹ ਚੋਂ ਗੱਲ ਸੱਚ ਨਿਕਲ ਗਿਆ। ਮੈਂ ਵੀ ਮਾਈਕ ਤੇ ਮੌਜੂਦ ਸਾਂ। ਮੈਂ ਕਿਹਾ ਇਮਰਾਨਾ ਸਿਸਟਰ, ਬੜੀ ਗੱਲ ਹੈ ਕਿ ਤੁਸੀਂ ਅੱਜ ਇੰਨੇ ਸਾਲਾਂ ਬਾਅਦ ਤੁਹਾਨੂੰ ਤੌਫੀਕ ਹੋ ਗਈ ਹੈ ਆਪਣੀ ਆਇਡੈਂਟੀਟੀ ਰਿਵੀਲ ਕਰਨ ਦੀ। ਇਹ ਜਨਾਬ ਅੱਖੀਂ ਵੇਖਿਆ ਵਾਕਿਆ ਹੈ ਕਿ ਉਸ ਖਾਤੂਨ ਨੇ ਸਾਲ ਹਾ ਸਾਲ ਸਾਨੂੰ ਚਕਮਾ ਦਿੱਤੀ ਰੱਖਿਆ ਜੇ ਮੁਸਲਮਾਨ ਬਣ ਕੇ ਮੁਸਲਮਾਨਾਂ ਦਾ ਨੈਰੇਟਿਵ ਜਿਹੜਾ ਉਹਨੂੰ ਕਰਨਾ, ਤੇ ਨਾਲ ਸਾਰੀਆਂ ਗੱਲਾਂ ਉਹ ਕਰਨੀਆਂ ਜਿਹੜੀਆਂ ਇਸਲਾਮ ਮੁਖਾਲਫ ਨੇ ਤੇ ਕਾਦੀਆਨੀ ਨਵਾਜ਼ ਨੇ, ਉਹ ਸਾਰੀਆਂ ਗੱਲਾਂ ਅੰਦਾਜ਼ਾ ਕਰ ਲਓ ਤੁਸੀਂ। ਇਸ ਮਤਲਬ ਸਾਡੇ ਅੱਖਾਂ ਦੇ ਸਾਹਮਣੇ ਲੋਕ ਕਰ ਟਵਿੱਟਰ ਦੇ ਉੱਤੇ ਵੈਰੀ ਕਾਮਨਲੀ ਇਹ ਟ੍ਰੈਂਡ ਮੈਂ ਵੇਖਿਆ ਹੈ ਕਿ ਇਹ ਲੋਕ ਬਿਲਕੁਲ ਕਰਦੇ ਨੇ, ਹਿਡਨ ਹੁੰਦੇ ਨੇ ਅਹਿਮਦੀ ਆ ਕੇ ਮੌਲਵੀਆਂ ਨੂੰ ਗਾਲਾਂ ਕੱਢੀਆਂ। ਮੈਂ ਇੱਕ ਚੀਜ਼ ਤੇ ਤੁਹਾਨੂੰ ਵੀ ਪਤਾ ਹੈ, ਜਿਹੜਾ ਬੰਦਾ ਪਹਿਲੇ ਮਿੰਟ ਡੇਢ ਮਿੰਟ ਦੇ ਵਿੱਚ ਫਟ ਉਲਮਾ ਨੂੰ ਗਾਲਾਂ ਸ਼ੁਰੂ ਕਰ ਦੇ, ਉਹ 99.99% ਕਾਦੀਆਨੀ ਹੋਏਗਾ। ਕਿਸੇ ਬੰਦੇ ਦੇ ਢਿੱਡ ਪੀੜ ਨਹੀਂ ਜੀ, ਕਿਸੇ ਬੰਦੇ ਦੇ ਢਿੱਡ ਪੀੜ ਨਹੀਂ ਉਲਮਾ ਤੋਂ ਜੀ। ਓਵਰ ਟੂ। ਇਹ ਬਿਲਕੁਲ ਨਿਸ਼ਾਨੀ ਜਿਹੜੀ ਹੈ, ਇਹ ਪਹਿਲੀ ਨਿਸ਼ਾਨੀ ਇਹੀ ਪਾਈ ਜਾਂਦੀ ਹੈ। ਲੇਕਿਨ ਮੈਂ ਇਹ ਅਰਜ਼ ਕਰਨ ਲੱਗਾ ਕਿ ਇਹ ਹੁਣ ਤੇ ਸੋਸ਼ਲ ਮੀਡੀਆ ਨਾ, ਹੁਣ ਤੇ ਹੋਰ ਜ਼ਿਆਦਾ ਕੈਮੋਫਲਾਜ ਕਰਨ ਦਾ ਆਪਣੇ ਆਪ ਨੂੰ ਮੌਕੇ ਮੁਯੱਸਰ ਨੇ। ਜਦੋਂ ਇਹ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਨਾ, ਤੇ ਜਿਹੜਾ ਹਕੀਮ ਫਜ਼ਲਦੀਨ ਸੀ ਜਿਨਨੇ ਮਿਨਾਰਤੁਲ ਮਸੀਹ ਦੀ ਬੁਨਿਆਦ ਰੱਖੀ ਸੀ, ਇਹ ਉਹ ਬੰਦਾ ਸੀ ਜਿਹੜਾ ਆਮਦਾ ਸੀ ਚੁਨੀ ਵਾਲੀ ਮਸਜਿਦ ਲਾਹੌਰ ਤੇ ਸ਼ੇਖ ਬਟਾਲਵੀ ਨਾਲ ਆ ਕੇ ਤੇ ਮੁਨਾਜ਼ਰੇ ਕਰਦਾ ਸੀ ਹਯਾਤੋ ਫਾਤਿਮ ਮਸੀਹ ਦੇ ਮੌਜੂਦ। ਤੇ ਸ਼ੇਖ ਬਟਾਲਵੀ ਉਹਨੂੰ ਅੱਗੋਂ ਝਿੜਕਦੇ ਸੀ ਵੀ ਤੈਨੂੰ ਕੀ ਪ੍ਰੋਬਲਮ ਹੈ, ਕੋਈ ਮੁਸਲਮਾਨ ਮੇਰੇ ਨਾਲ ਆ ਕੇ ਹਯਾਤੋ ਫਾਤਿਮ ਮਸੀਹ ਦੇ ਮੌਜੂਦ ਤੇ ਬਹਿਸ ਨਹੀਂ ਕਰਦਾ, ਤੇਰੇ ਅੰਦਰ ਕੋਈ ਰੋਲਾ ਹੈ, ਤੂੰ ਕੋਈ ਛੁਪਿਆ ਮਰਜ਼ਈ ਤੇ ਨਹੀਂ, ਤੂੰ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਬੈਤ ਤੇ ਨਹੀਂ ਕਰ ਲਈ। ਉਹ ਮੰਨਦਾ ਨਹੀਂ ਸੀ। ਇਹ ਉਸ ਦੌਰ ਦੀ ਗੱਲ ਹੈ ਜਦੋਂ ਮਿਰਜ਼ਾ ਸਾਹਿਬ ਜੀਂਦੇ ਸਨ। ਉਹ ਮੰਨਦਾ ਨਹੀਂ ਸੀ, ਨਹੀਂ ਮੈਂ ਮੁਸਲਮਾਨ ਆ, ਮੈਂ ਮੁਸਲਮਾਨ। ਉਹਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਪਹਿਲਾਂ ਸੁਸਾਇਟੀ ਦੇ ਵਿੱਚ ਰਹਿੰਦਿਆਂ ਹੋਇਆਂ ਕੈਮੋਫਲਾਜ ਕਰਕੇ ਰੱਖਿਆ, ਔਰ ਇਸ ਹੱਦ ਤੱਕ ਕੈਮੋਫਲਾਜ ਕੀਤੀ ਰੱਖਿਆ ਹੈ ਕਿ ਜਿਹੜੇ ਮੁਹੰਮਦੀ ਬੇਗਮ ਦੇ ਸ਼ੋਹਰ ਸੁਲਤਾਨ ਬੇਗ ਦੇ ਦੋ ਖਤੂਤ ਰਿਸ਼ਤੇਦਾਰਾਂ ਦੀ ਤਰਫੋਂ ਮਿर्जा साहब पेश करते हैं ना कि चुनांचे उसके अहमद बेग के मरने के बाद उसके घर वाले डर गए और उसके रिश्तेदारों के दो खतूत हमारे पास हैं। वो दो खतूत ऐसे बंदे लिखे सन हकीम फजलदीन ने, इन्हें वो दो खत लिखे सन ਤੇ ਸ਼ੇਖ ਬਟਾਲਵੀ ਨੇ ਰਸਾਲਾ ਸ਼ਾਹ ਤੋਂ ਸੁਨਨਾ ਚ ਇਹਦੀ ਕਲਈ ਖੋਲੀ ਏ ਕਿ ਇਹ ਉਹ ਬੰਦਾ ਹੈ ਕਿ ਜਿਹੜਾ ਮੇਰੇ ਕੋਲ ਉੱਥੇ ਮਸਜਿਦ ਆ ਕੇ ਬਹਿਸ ਕਰਦਾ ਸੀ ਤੇ ਮੈਨੂੰ ਇਹਦੇ ਤੇ ਸ਼ੱਕ ਪਿਆ ਕਿ ਇਹ ਮਿਰਜ਼ਾਈ ਏ ਤੇ ਜਾਣਬੁੱਝ ਕੇ ਝੂਠ ਬੋਲਣ ਲੱਗਿਆ ਤੇ ਮੈਨੂੰ ਕਹਿੰਦਾ ਕਿ ਮੈਂ ਮੁਸਲਮਾਨ ਹਾਂ, ਲੇਕਿਨ ਇਹ ਮੁਸਲਮਾਨ ਨਹੀਂ ਸੀ। ਇਹ ਉਸ ਦੌਰ 'ਚ ਵੀ ਕੈਮੋਫਲਾਜ ਕਰਕੇ ਆਪਣੇ ਆਪ ਨੂੰ ਤੇ ਵਾਰਦਾਤਾਂ ਕਰਦੇ ਰਹੇ ਨੇ। ਅਗਰ ਮਿਰਜ਼ਾਈ ਏ ਤੇ ਉਹਦੇ ਵਾਸਤੇ ਉਹਨੂੰ ਆਪਣੇ ਆਪ ਨੂੰ ਕੈਮੋਫਲਾਜ ਕਰਕੇ ਰੱਖਣਾ ਇੱਕ ਤੇ ਵੈਸੇ ਵੀ ਮਸਲੇ ਦੇ ਤਹਿਤ ਵੀ ਜ਼ਰੂਰੀ ਏ, ਉਹਨਾਂ ਦੀ ਜ਼ਰੂਰਤ ਵੀ ਏ ਤੇ ਉਹ ਇਹਦੇ ਨਾਲ ਫਾਇਦਾ ਵੀ ਮਹਿਸੂਸ ਕਰਦੇ ਨੇ ਕਿ ਇਹਦੇ ਨਾਲ ਮੁਸਲਮਾਨਾਂ ਦੇ ਦਰਮਿਆਨ ਅਸੀਂ ਗਲਤਫਹਿਮੀਆਂ ਫੈਲਾਂਗੇ ਤੇ ਇਹਦੇ ਨਾਲ ਹਰੇ ਮਿਰਜ਼ਾਈ ਸੱਚੀ ਸਾਬਤ ਹੋ ਜਾਏਗੀ। ਹਾਲਾਂਕਿ ਇੰਜ ਹੁੰਦਾ ਕੋਈ ਨਹੀਂ। ਇੱਥੇ ਹੁਣ ਵਕਤੀ ਤੌਰ ਤੇ ਜਿਹੜੇ ਮੈਂ ਦੇਖੀ ਤੇ ਨਹੀਂ, ਤੁਹਾਡੀ ਗੱਲ ਸਾਰੀ ਸੁਣੀ ਤੇ ਨਹੀਂ, ਲੇਕਿਨ ਮੈਂ ਦੋ ਵਾਰੀ ਬਿਜ਼ੀ ਸਾਂ ਉਧਰ ਦੂਸਰੀ ਕਿਸੇ ਬਰਾੜ ਤੇ ਮੈਂ ਦੇਖਿਆ ਕਿ ਸ਼ਾਹ ਸਾਹਿਬ ਇੰਨੀ ਦੇਰ ਦੇ ਉਸ ਬੰਦੇ ਨਾਲ ਬਹਿਸ ਕਰਨ ਲੱਗੇ ਸਨ ਤੇ ਜਿਹੜੇ ਆਮ ਥੱਲੇ ਸੁਣਨ ਵਾਲੇ ਮੁਸਲਮਾਨ ਨੇ
ਅੱਛਾ ਮੈਂ 1 ਮਿੰਟ ਆਇਆ ਜੀ, ਤੁਸੀਂ ਗੱਲ ਕਰੋ। ਅਸਲ ਗੱਲ ਹੈ ਕਿ ਜਿਹੜਾ ਸ਼ਖਸ ਇਹ ਨਹੀਂ ਕਹਿੰਦਾ ਕਿ ਮਿਰਜ਼ਾ ਸਾਹਿਬ ਨੂੰ ਮੈਂ ਦਜਾਲ ਕਜ਼ਾਬ ਮੰਨਣਾ ਹੈ, ਉਹ ਮਿਰਜ਼ਾਈ ਹੋ ਸਕਦਾ ਹੈ, ਕਿਉਂਕਿ ਮਿਰਜ਼ਾ ਸਾਹਿਬ ਦਾ ਦਾਵਾ ਬਹੁਤ ਵੱਡਾ ਹੈ ਕਿ ਜੀ ਅੱਲਾਹ ਤਾਲਾ ਮੈਨੂੰ ਬਾਰਿਸ਼ ਦੀ ਤਰ੍ਹਾਂ ਇਲਹਾਮ ਕਰ ਰਿਹਾ ਔਰ ਮੈਨੂੰ ਮਾਮੂਰ ਕੀਤਾ ਗਿਆ ਹੈ, ਹਦਾਇਤ ਲਈ ਮੈਂ ਭੇਜਿਆ ਗਿਆ। ਜਾਂ ਤੇ ਉਹਨਾਂ ਨੂੰ ਤੁਸੀਂ ਸੱਚਾ ਮੰਨੋਗੇ ਜਾਂ ਝੂਠਾ ਮੰਨੋਗੇ। ਅਗਰ ਸੱਚਾ ਮੰਨੋਗੇ ਤੇ ਫਿਰ ਤੁਸੀਂ ਜ਼ਾਹਿਰ ਹੈ ਉਹਨਾਂ ਦੇ ਪੈਰੋਕਾਰ ਹੋ, ਅਗਰ ਝੂਠਾ ਮੰਨੋਗੇ ਤੇ ਉਹਨਾਂ ਨੂੰ ਦਜਾਲ ਕਜ਼ਾਬ ਕਹੋਗੇ। ਇਹਦੇ ਇਲਾਵਾ ਤਾਂ ਕੁਝ ਹੋ ਰਿਹਾ ਹੀ ਨਹੀਂ, ਕਿਉਂਕਿ ਅੱਲਾਹ ਤਾਲਾ ਦੇ ਉੱਤੇ ਝੂਠ ਬੰਨਣ ਵਾਲਾ ਅੱਲਾਹ ਤਾਲਾ ਨੇ ਖੁਦ ਫਰਮਾ ਦਿੱਤਾ, ਫਮਨ ਅਜ਼ਲਮੁ ਮਿਮਨ ਇਫਤਰਾ ਅਲੱਲਾਹ। ਇਸ ਤੋਂ ਵੱਡਾ ਵੀ ਕੋਈ ਜ਼ਾਲਮ ਹੋ ਸਕਦਾ ਹੈ ਜਿਹੜਾ ਖੁਦਾ ਦੇ ਝੂਠ ਬੰਨੇ। ਤੇ ਜੇ ਤੁਸੀਂ ਮਿਰਜ਼ਾ ਸਾਹਿਬ ਨੂੰ ਤੇ ਈਮਾਨ ਨਹੀਂ ਲਿਆਏ, ਇਹਦਾ ਮਤਲਬ ਤੁਸੀਂ ਇਹੀ ਕਹਿੰਦੇ ਹੋ ਕਿ ਤੁਸੀਂ ਉਹ ਮਿਰਜ਼ਾ ਸਾਹਿਬ ਨੇ ਜਿਹੜਾ ਜ਼ੁਲਮ ਇਨਸਾਨ ਕੋਈ ਕਰ ਸਕਦਾ ਹੈ, ਵੱਡੇ ਤੋਂ ਵੱਡਾ ਜ਼ੁਲਮ, ਉਹ ਮਿਰਜ਼ਾ ਸਾਹਿਬ ਨੇ ਕੀਤਾ। ਫਿਰ ਉਹਨਾਂ ਨੂੰ ਤੁਸੀਂ ਦਜਾਲ ਕਜ਼ਾਬ ਹੀ ਕਹੋਗੇ ਨਾ। ਉਹਨਾਂ ਨੂੰ ਕਿਵੇਂ ਕਹਿ ਸਕਦੇ ਹੋ ਕਿ हाँ मैं उनको एक शरीफ आदमी अच्छा इंसान समझता हूँ? नहीं कह सकते, फिर ਤੁਸੀਂ ਜ਼ਰੂਰ ਮਿਰਜ਼ਾਈ ਹੋ। ਇਸ ਲਈ ਇਹ ਪੱਕੀ ਗੱਲ ਹੈ ਕਿ ਜਿਹੜਾ ਕਹਿੰਦਾ ਹੈ ਮਿਰਜ਼ਾ ਸਾਹਿਬ ਨੂੰ ਮੈਂ ਕਾਫਰ ਨਹੀਂ ਕਹਾਂਗਾ, ਉਹ ਮਿਰਜ਼ਾਈ ਹੈ, ਹੋਰ ਕੋਈ ਨਹੀਂ ਹੈਗਾ। ਤਾਰਕ ਭਾਈ ਦੋ ਹੀ ਆਪਸ਼ਨ ਨੇ, ਮੰਨਦੇ ਹੋ ਨਹੀਂ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ, ਤੀਜਾ ਤੇ ਕੋਈ ਆਪਸ਼ਨ ਹੀ ਨਹੀਂ। ਇਸਲਾਮ ਔਰ ਕਾਦੀਆਨੀਅਤ ਦੇ ਦਰਮਿਆਨ ਕੋਈ ਗ੍ਰੇ ਏਰੀਆ ਮੌਜੂਦ ਹੀ ਨਹੀਂ ਹੈ। ਜਿਹੜਾ ਬੰਦਾ ਖਾਮਖਾ ਇਹੋ ਜਿਹਾ ਕੋਈ ਗ੍ਰੇ ਏਰੀਆ ਕ੍ਰੀਏਟ ਕਰਨਾ ਚਾਹੁੰਦਾ ਹੈ ਨਾ, ਉਹ ਦਰਅਸਲ ਆਪਣੇ ਆਪ ਨਾਲ ਝੂਠ ਬੋਲ ਰਿਹਾ ਹੈ, ਆਪਣੇ ਆਪ ਨਾਲ ਫਰਾਡ ਕਰ ਰਿਹਾ ਹੈ। ਅਗਰ ਕੋਈ ਮੁਸਲਮਾਨ ਵਕਤੀ ਤੌਰ ਉੱਤੇ ਉਹਨਾਂ ਵਾਸਤੇ ਵੈਸੇ ਨਰਮ ਗੋਸ਼ਾ ਰੱਖਦਾ, ਅਕੀਦਤਨ ਸਹੀ ਵੀ ਹੋਵੇ, ਅਕੀਦਤਨ ਸਹੀ ਹੋਵੇ, ਲੇਕਿਨ ਨਰਮ ਗੋਸ਼ਾ ਰੱਖਦਾ ਹੋਵੇ, ਤੇ ਉਹਨੂੰ ਤੇ ਮੇਰਾ ਖਿਆਲ ਹੈ ਕਿ ਹਫਤਾ ਤੇ ਮਹੀਨਾ ਤੇ 2 ਮਹੀਨੇ ਦੀ ਗੇਮ ਹੈ। ਜਿਸ ਵੇਲੇ ਉਹਦੇ ਸਾਹਮਣੇ ਮਿਰਜ਼ਾਈ ਤਾਲੀਮਾਤ ਪੇਸ਼ ਕਰੀਏ ਤੇ ਉਹ ਤੇ ਫੌਰਨ ਸਿੱਧਾ ਹੋ ਜਾਂਦਾ। ਔਰ ਇੱਥੇ ਬੰਦੇ ਹੋਏ ਨੇ ਸਿੱਧੇ, ਅਲਹਮਦੁਲਿਲਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਬਈ ਸਾਨੂੰ ਤੇ ਨਹੀਂ ਸੀ ਇਹਨਾਂ ਚੀਜ਼ਾਂ ਦਾ ਪਤਾ। ਅਗਰ ਇਹ ਮਿਰਜ਼ਾਈ ਅਕਾਇਦ ਔਰ ਨਜ਼ਰੀਆਤ ਨੇ, ਅਸੀਂ ਇੱਕ ਇਹ ਅਮਰ ਭਾਈ ਉਹਨੂੰ ਉਸ ਇਹ ਵਜ੍ਹਾ ਬੰਦੇ ਨੂੰ ਨਾਦਰ ਦੀ ਬਰਾੜ ਦੇ ਥੱਲੇ ਬਹਾ ਦਿਓ 2-2 ਘੰਟੇ, ਕੁਝ ਟਰੈਕ ਦੇਣ, ਹਾਂਜੀ ਨਤਾਰਾ ਹੋ ਜਾਏਗਾ ਉਹਨੂੰ। ਬਿਲਕੁਲ ਉਹਨੂੰ ਪਤਾ ਲੱਗ ਜਾਏਗਾ। ਅਗਰ ਉਹ ਮੁਸਲਮਾਨ ਹੈ ਤੇ ਉਹ ਵੈਸੇ ਢਿੱਲਾਏ, ਯਾਨੀ ਨਰਮ ਗੋਸ਼ਾ ਰੱਖਦਾ ਹੈ, ਜਾਂ ਕਿਸੇ ਵਜ੍ਹਾ ਤੋਂ ਉਹਦਾ ਕੋਈ ਮਜ਼ਾਜ ਹੈ, ਉਹਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਸਿੱਧੇ ਹੁੰਦਿਆਂ ਤੇ ਉਹਦੀ ਇਸਲਾਹ ਹੁੰਦਿਆਂ। ਕਿਉਂਕਿ ਮਿਰਜ਼ਾਈਅਤ ਐਸਾ ਗੰਦਾ ਅਕੀਦਾ ਲੈ ਕੇ ਚੱਲ ਰਹੀ ਹੈ ਕਿ ਉਹਨੂੰ ਛੁਪਾਉਣਾ ਮੁਮਕਿਨ ਹੀ ਨਹੀਂ ਹੈ। ਜਿਸ ਤਰ੍ਹਾਂ ਸ਼ੁੱਤਰ ਮੁਰਗ ਸਿਰ ਰੇਤ ਵਿੱਚ ਤੁਰਦਾ ਹੈ ਨਾ ਆਪਣੇ ਆਪ ਨੂੰ ਛੁਪਾਉਣ ਵਾਸਤੇ, ਤੇ ਦਰ ਹਕੀਕਤ ਉਹ ਆਪਣੇ ਆਪ ਨੂੰ ਝੂਠ ਬੋਲ ਰਿਹਾ ਹੁੰਦਾ। ਸ਼ੁੱਤਰ ਮੁਰਗ ਰੇਤ ਦੇ ਵਿੱਚ ਆਪੋਂ ਵੜ ਤੇ ਨਹੀਂ ਨਾ ਸਕਦਾ, ਸਿਰ ਤੁੰਦਾ ਤੇ ਆਂਦਾ ਮੈਂ ਰੇਤ ਦੇ ਵਿੱਚ ਵੜ ਗਿਆ। ਮਿਰਜ਼ਾਈ ਲਿਟਰੇਚਰ ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ ਮੁਸਲਮਾਨਾਂ ਨੂੰ ਅੱਲਾਹ ਤਾਲਾ ਨੇ ਤੌਫੀਕ ਦਿੱਤੀ ਹੈ, ਉਹਨਾਂ ਨੇ ਇਹਦੀਆਂ ਧੱਜੀਆਂ ਉਡਾ ਦਿੱਤੀਆਂ ਨੇ, ਔਰ ਉਹ ਹਵਾ ਦੇ ਵਿੱਚ ਉੱਡਦੀਆਂ ਨੇ ਪਈਆਂ ਪਰਚੀਆਂ, ਗਾਲਾਂ ਲਿਖੀਆਂ ਨੇ, ਸ਼ਾਤਮੀਅਤ ਲਿਖੀ ਹੈ। ਜਿਹੜਾ ਮੁਸਲਮਾਨ ਹੈ, ਜਿਹੜਾ ਨਬੀ ਪਾਕ ਨਾਲ ਪਿਆਰ ਕਰਦਾ ਹੈ, ਈਮਾਨ ਰੱਖਦਾ ਹੈ ਨਬੀ ਪਾਕ ਦੀਆਂ ਗੱਲਾਂ ਦੇ ਉੱਤੇ, ਕੁਰਾਨ ਦੇ ਉੱਤੇ, ਉਹ ਕਿਸ ਤਰ੍ਹਾਂ ਇਹਨਾਂ ਗੱਲਾਂ ਨੂੰ, ਹੋਰ ਤੇ ਹੋਰ ਜਿਹੜੇ ਜ਼ਿਆਦਾ ਬਿਲਕੁਲ ਅਨਪੜ੍ਹ ਤੇ ਦੇਸੀ ਬੰਦੇ ਨੇ ਨਾ, ਅੱਛਾ ਉਹਨਾਂ ਨੂੰ ਮੈਂ ਦੇਖਿਆ ਵਾਲੇ ਬਹਿਤ ਨਾਲ ਜ਼ਿਆਦਾ ਪਿਆਰ ਰੱਖਦੇ ਨੇ। ਆਮ ਤੌਰ ਤੇ ਜਿਹੜੇ ਦੇਸੀ ਬੰਦੇ ਨੇ ਉਹਨਾਂ ਨੂੰ ਮੋਟੀਆਂ ਗੱਲਾਂ ਦਾ ਨਹੀਂ, ਗਹਿਰੀਆਂ ਗੱਲਾਂ ਦਾ ਨਹੀਂ ਪਤਾ, ਮੋਟੀਆਂ ਗੱਲਾਂ ਦਾ ਪਤਾ ਹੈ। ਬਈ ਕੁਰਾਨ ਨਬੀ ਪਾਕ ਨੇ ਲਿਆਂਦਾ ਤੇ ਅਸੀਂ ਨਬੀ ਪਾਕ ਨੂੰ ਨਬੀ ਮੰਨਿਆ, ਤੇ ਇਹ ਉਹਨਾਂ ਦੇ ਨਵਾਸੇ ਨੇ ਕਰਬਲਾ ਸ਼ਹੀਦ ਹੋਏ। ਛੜਾ ਉਹਨਾਂ ਨੂੰ 2-3 ਗੱਲਾਂ ਕਰਬਲਾ ਵਾਲੇ ਸ਼ਹਿਜ਼ਾਦੇ ਦੀਆਂ ਹੀ ਦੱਸ ਛੜੀਆਂ ਨਾ, ਹਜ਼ਰਤ ਇਮਾਮ ਹੁਸੈਨ ਦੀਆਂ। ਬੰਦਾ ਉੱਥੇ ਹੀ ਛਾਲ ਮਾਰ ਕੇ 2 ਮੀਟਰ ਪਰਾਂ ਹੋ ਜਾਂਦਾ ਹੁੰਦਾ, ਜਿੰਨੇ ਇਹ ਗੱਲਾਂ ਲਿਖੀਆਂ ਨੇ ਇਹਨਾਂ ਦੀ ਐਸੀ ਦੀ ਤੈਸੀ ਹੈ, ਬਸ ਅੱਜ ਤੋਂ ਬਾਅਦ ਖਤਮ ਮੇਰਾ ਇਹਨਾਂ ਨਾਲ ਤਲ। ਕਹਿਣ ਦਾ ਮਕਸਦ ਇਹ ਕਿ ਇਸ ਲਿਟਰੇਚਰ ਨੂੰ ਹੁਣ ਛੁਪਾਇਆ ਨਹੀਂ ਜਾ ਸਕਦਾ। ਤੇ ਅਗਰ ਕੋਈ ਬੰਦਾ ਢਿੱਲਾ ਮੱਠਾ ਹੋਵੇ ਤੇ ਉਹ ਤੇ ਹਫਤਾ, ਲੇਕਿਨ ਜਿਹੜਾ ਤੁਸੀਂ ਵੀ ਇਹਦਾ ਪੀਰੀਅਡ ਬੰਦੇ ਦਾ ਦੱਸਦੇ ਹੋ, ਅਗਰ ਉਹਨੇ ਅੱਗੇ ਉੱਥੇ ਆਪਣੇ ਆਪ ਨੂੰ ਕੈਮੋਫਲਾਜ ਕਰਕੇ ਵੀ ਰੱਖਿਆ ਨਾ, ਤੇ ਹੁਣ ਨਹੀਂ ਕਰ ਸਕਣ ਲੱਗਾ, ਇਨਸ਼ਾਅੱਲਾ ਤੁਸੀਂ ਫਿਕਰ ਨਾ ਕਰੋ, ਇਹਦੀ ਕਿਰੇ ਗੱਲ ਕਰਾਓ ਦੁਬਾਰਾ ਸਾਡੇ ਨਾਲ ਤੇ ਇਨਸ਼ਾਅੱਲਾ ਠੀਕ ਹੋ ਜਾਏਗਾ ਮਸਲਾ। ਜੇ ਉਹ ਮੁਸਲਮਾਨ ਹੋਇਆ ਤਾਂ ਵੀ ਨਜ਼ਰ ਆ ਜਾਏਗਾ, ਤੇ ਜੇ ਮਿਰਜ਼ਾਈ ਹੋਇਆ ਤਾਂ ਵੀ ਬੋਲ ਕੇ ਆਖਦਾ ਮੈਂ ਮਿਰਜ਼ਾਈ। दूसरे है कि यह लिटमस टेस्ट मिर्जा साहब ने खुद ही बयान किया है, हकीकतुल वही, जो मुझे नहीं मानता वो इसलिए मानता कि वो समझता है कि मैंने कज़ाब समझता है। हाँ, मैंने खुदा ताला पर इफ्तरा किया है, और इफ्तरा करने वाला खुदा सबसे बड़ा काफिर है, तो उसका मतलब वो मुझे बड़ा काफिर मानता है। तो जेड़ा मिर्जा साहब ਨੂੰ नहीं मानता वो उन्होंने बड़ा काफिर मानता है, तो इसलिए नहीं मानता। फिर जाहिर है वो दजाल कज़ाब ही उन्होंने कहेगा ना, तो जेड़ा मानता है वो ये लफ्ज कभी नहीं कहेगा। तो इसलिए बड़ा अच्छा टेस्ट है। आमिर भाई, तारक भाई और आमिर भाई बैठे हुए हैं, ये मिर्जाई कहते हैं कि भाई मुसलमान कज़ाब को ज़कात का जो था तो वो नहीं दे रहा था, जबकि मिर्जा साहब ने सिर खिलाफत में खुद लिखा हुआ है कि भाई वो मदई नबूवत है इसलिए उसको कत्ल किया गया। सिर खिलाफत में मिर्जा साहब ने खुद लिखा हुआ है कि हज़रत अबू बकर सिद्दीक़ रज़ियल्लाहु ताला अन्हु ने क्या किया कि उन्होंने
हर एक उस बंदे से जंग की जिसने इस्लाम को तर्क किया और तमाम मदयान नबूत को कत्ल कर दिया। हाँ जी, हाँ जी। नहीं वो तो तारीखी नहीं उन्होंने तो बड़ा सख्त अल्फाज लिखे ने मिर्जा साहब ने तो सिरुल खिलाफा दे विच। वही ना, तो अब ये क्यों कहते हैं भाई, ये क्यों ये नहीं मानते मिर्जा साहब की उस बात को? ये भाई कहाँ ही मानते हैं आपको, मैं यही तो रोना रहता हूँ कि ये मिर्जा साहब को नहीं मानते। ये मिर्जाइयत का अपना एक फलसफा इन्होंने बयान किया है। भाई जेड़ा शख्स मुद्दी नबूवत ते लानत पा रहा है, किड्डा वड्डा जुल्म है कि ओदे पैरोकारों नूं कहण के नबी दा मुद्दई है। इस तो वड्डा कोई जुल्म हो सकदा है? ये बिल्कुल बिल्कुल। लेकिन एक गल वड़ैच साहब मैं जरूर आखिरी करनी है, तो फिर मैं 2-4 मिनट बिजी हाँ, कि अगर ये बंदा ਇਹੋ ਜਿਹਾ ਕੋਈ ਆਵੇ ਨਾ, ਉਹਨੂੰ ਇੰਨਾ ਕੁ ਤੇ ਟਾਈਮ ਦਿੱਤਾ ਜਾ ਸਕਦਾ ਹੈ ਕਿ ਉਹ ਆਪਣੇ ਆਪ ਨੂੰ ਕੈਮੋਫਲਾਜ ਕਰਨ ਦੀ ਕੋਸ਼ਿਸ਼ ਕਰੇ ਸ਼ੁਤਰ ਮੁਰਗਾ ਰੇਤ ਸਿਰ ਤੁਨ ਕੇ, ਲੇਕਿਨ ਉਹਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਜਦ ਤੱਕ ਉਹ ਆਪਣੇ ਅਕਾਇਦ ਔਰ ਨਜ਼ਰੀਆਤ ਦਾ ਡਿਸਕਲੋਜ਼ਰ ਨਹੀਂ ਦਿੰਦਾ ਤਬ ਤੱਕ ਉਹ ਮੁਸਲਮਾਨਾਂ ਦੀ ਤਰਫੋਂ ਹੋ ਕੇ ਮੁਸਲਮਾਨਾਂ ਤੇ ਕ੍ਰਿਟਿਸਾਈਜ਼ ਕਰੇ। ਅਗਰ ਉਹ ਕਰੇ ਤਾਂ ਉਹਦੀ ਚਿਤਰੋਲ ਕਰਨੀ ਚਾਹੀਦੀ। ਬਿਲਕੁਲ ਭਈਆ, ਉਹਦੀ ਚਿਤਰੋਲ ਕਰੋ, ਉਹਨੂੰ ਕਹੋ ਗੱਲ ਸੁਣ, ਜਦੋਂ ਤੇਰਾ ਆਪ ਹੀ ਨਹੀਂ ਸਾਨੂੰ ਪਤਾ ਕਿ ਤੂੰ ਮੁਸਲਮਾਨ ਹੈ ਤੇ ਹੂ ਦਾ ਹੈਲ ਆਰ ਯੂ ਕਿ ਤੂੰ ਕਹਿਣਾ ਪਿਆ ਕਿ ਅਸੀਂ ਮੁਸਲਮਾਨ ਸਾਡੇ ਸੁੰਨੀ, ਸਾਡਾ ਡਰਬੇਟਰ ਸਾਡਾ, ਤੂੰ ਤੇ ਸਾਡਾ। ਉਹਨੇ ਜੋ ਹੀ ਇਮਤਿਆਜ਼ ਸਾਹਿਬ ਦੇ ਬਾਰੇ 'ਚ ਗੱਲ ਕੀਤੀ ਹੈ, ਮੈਂ ਉਹਨੂੰ ਫੌਰਨ ਇੱਕ ਬੋਲ ਕੇ ਕਿਹਾ ਕਿ ਤੂੰ ਕਜ਼ਾਬ ਔਰ ਦਜਾਲ ਹੈ। ਐਬਸੋਲੂਟਲੀ ਜ਼ੀਰੋ ਟੋਲਰੈਂਸ ਔਨ ਦੈਟ। ਜੀ ਪਤਾ ਹੈ ਬਿਲਕੁਲ। ਅਫਜ਼ਲ ਬੜਾਈ ਭਾਈ ਨੇ ਫੌਰਨ ਉਸ ਨੂੰ ਕਹਿ ਦਿੱਤਾ ਸੀ, ਦੇਖੋ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੇ ਆਪ ਨੂੰ ਸੁੰਨੀ कहना ਹੈ, ਤੇ ਕਿਹੜਾ ਸੁੰਨੀ ਹੈ ਜਿਹੜਾ ਮਤਲਬ ਇਹ ਕਾਇਦ ਰੱਖਦਾ ਜਿਹੜੇ ਤੂੰ ਰੱਖਣਾ, ਮੈਨੂੰ ਦੱਸ। ਤੇ ਤੂੰ ਕਿਹਦੇ ਲਈ ਇਹ ਕਹਿ ਰਿਹਾ ਕਿ ਬਈ ਸੁੰਨੀਆਂ ਨੂੰ ਇਹ ਕਰ ਦਿੱਤਾ, ਸੁੰਨੀਆਂ ਨੂੰ ਉਹ ਕਰ ਦਿੱਤਾ, ਔਰ ਕਹਿੰਦਾ ਸਾਰੇ ਸੁੰਨੀ ਝੂਠ ਬੋਲਦੇ ਨੇ, ਕਹਿੰਦੇ ਝੂਠ ਬੋਲਦੇ ਨੇ। ਯਾਨੀ ਕਿ ਪੁੱਛਿਆ ਉਹਦੇ ਕੋਲੋਂ ਕਿ ਬਈ ਜਿਹੜਾ ਮੁਸਲਮਾਨ ਕਜ਼ਾਬ ਹੈ ਇਹ ਤੈਨੂੰ ਕਿਹੜੇ ਜਿਹੜਾ ਹੈ, ਤੇ ਉਸਨੇ ਕਿਹਾ, ਅਫਜ਼ਲ ਬੜਾਇਸ਼ ਨੇ ਉਹਨੂੰ ਪੁੱਛਿਆ ਹੈ ਕਿ ਬਈ ਕਿਹੜੇ ਤੈਨੂੰ ਆਲਮ ਨੇ ਕਿਹਾ ਕਿ ਬਈ ਮੁਸਲਮਾਨ ਕਜ਼ਾਬ ਨੂੰ ਜਿਹੜਾ ਕਤਲ ਕੀਤਾ ਗਿਆ ਉਹ ਜ਼ਕਾਤ ਦੀ ਵਜ੍ਹਾ ਤੋਂ ਕੀਤਾ ਗਿਆ? ਤੇ ਉਸਨੇ ਕਿਹਾ ਜੀ ਇਹ ਸੁੰਨੀ ਸਾਰੇ ਝੂਠ ਕਹਿੰਦੇ ਨੇ, ਹਿੰਮਤ ਨਹੀਂ ਹੁੰਦੀ ਇਹਨਾਂ ਨੂੰ। ਤੇ ਇੱਕ ਪਾਸੋਂ ਕਹਿੰਦਾ ਸਾਰੇ ਝੂਠੇ ਨੇ, ਦੂਜੇ ਪਾਸੋਂ ਕਹਿੰਦਾ ਅਸੀਂ ਸਾਨੂੰ ਜਿਹੜਾ ਹੈ ਤੇ ਸੁਨੀਆਂ ਨੂੰ ਬੇਇੱਜ਼ਤ ਕਰਾ ਦਿੱਤਾ ਇਮਤਿਆਜ਼ ਸਾਹਿਬ ਨੇ, ਝੂਠਾ। ਮੇਰਾ ਕਹਿਣ ਦਾ ਮਕਸਦ ਹੈ ਕਿ ਉਹਦਾ ਕੋਈ ਹੱਕ ਨਹੀਂ ਹੈ ਕਿ ਉਹ ਮੁਸਲਮਾਨਾਂ ਦੀ ਤਰਫੋਂ ਹੋ ਕੇ ਕਿਸੇ ਮੁਸਲਮਾਨ ਦੇ ਉੱਤੇ ਤਨਕੀਦ ਕਰੇ ਜਦ ਤੱਕ ਉਹ ਆਪਣਾ ਅਕੀਦਾ ਕਮ ਅਜ਼ ਕਮ ਮੁਸਲਮਾਨ ਵਾਲਾ ਬਿਆਨ ਨਹੀਂ ਕਰਦਾ। ਉਹ ਇਹੋ ਜੀ ਗੱਲ ਕਰੇ, ਉਹਦੀ ਫਿਰ ਉਸੇ ਟਾਈਮ ਤੇ ਨਾ ਇੰਟਰੋਗੇਸ਼ਨ ਕਰੋ, ਉਹ ਜਿਹੜੀ ਹੈ ਨਾ 3rd ਡਿਗਰੀ, ਤੇ ਉਹਨੂੰ ਕਹੋ ਵੀ ਗੱਲ ਸੁਣ, ਬਾਕੀ ਤੇ ਤੇਰੀਆਂ ਗੱਲਾਂ, ਤੇਰਾ ਅਕੀਦਾ ਤੇਰੇ ਨਾਲ, ਤੂੰ ਖਸਮਾਂ ਨੂੰ ਖਾ, ਤੂੰ ਮਰਜ਼ਾਈ ਹੈ, ਤੂੰ ਆਪਣੇ ਆਪ ਨੂੰ ਛੁਪਾਏ ਹੈ, ਤੂੰ ਕੈਮੋਫਲਾਜ ਕੀਤਾ, ਜੋ ਮਰਜ਼ੀ ਕਰ, ਲੇਕਿਨ ਇਹ ਡਰਾਮਾ ਨਾ ਕਰ ਸਾਡਾ। ਅਸੀਂ ਐਡੇ ਵੀ ਬੁੱਧੂ ਨਹੀਂ ਹੈ ਕਿ ਤੂੰ ਸਾਨੂੰ ਮੁਸਲਮਾਨ ਬਣ ਕੇ ਤੇ ਸਾਡੇ ਉੱਤੇ ਕ੍ਰਿਟਿਸਾਈਜ਼ ਕਰਕੇ ਤੇ ਰਿਕਾਰਡਿੰਗ ਕਰਾ ਕੇ ਤੇ ਉਹਨਾਂ ਨੂੰ ਮਰਜ਼ਾਈਆਂ ਨੂੰ ਆਖੇ ਵੇਖ ਲਓ ਇੱਕ ਮੁਸਲਮਾਨਾਂ ਦਾ ਆਪਣਾ ਹੀ ਬੰਦਾ ਕਹਿ ਰਿਹਾ ਕਿ ਇਹਨਾਂ ਦੇ ਮਨਾਜ਼ਰ ਨੇ ਸਹੀ ਨਹੀਂ ਕੀਤੀ, ਜਾਂ ਇਹਨਾਂ ਦੀ ਤਲੀਮ 'ਚ ਇਹ ਗਲਤੀ ਹੈ, ਜਾਂ ਇਹਨਾਂ ਨੇ ਸੁਨੀਆਂ ਨੇ ਝੂਠ ਬੋਲੇ ਨੇ, ਜਾਂ ਸ਼ੀਆਂ ਨੇ ਝੂਠ ਬੋਲੇ ਨੇ, ਜਾਂ ਮੁਸਲਮਾਨਾਂ ਦੀਆਂ ਕਿਤਾਬਾਂ 'ਚ। ਇਹ ਨੌਨਸੈਂਸ ਗੱਲਾਂ ਕਰਨ ਦੀ ਤੈਨੂੰ ਅਸੀਂ ਇਜਾਜ਼ਤ ਉਨੀ ਦੇਰ ਤੱਕ ਨਹੀਂ ਦੇਵਾਂਗੇ ਜਦ ਤੱਕ ਤੂੰ ਆਪਣਾ ਪਹਿਲਾਂ ਸਾਨੂੰ ਸਹੀ ਤਾਰਫ ਨਹੀਂ ਕਰਾਂਦਾ। ਕੈਮਰਾ ਆਨ ਕਰ, ਜਾਂ ਆਪਣਾ ਅਕੀਦਾ ਨਜ਼ਰੀਆ ਬਿਆਨ ਕਰ, ਜਾਂ ਆਪਣਾ ਐਡਰੈਸ ਦੇ। ਇਹ ਵੜੈਚ ਸਾਹਿਬ ਤੇ ਮੈਂ ਪਹਿਲੇ ਦਿਨ ਕਿੰਨੇ ਸ਼ਦੀਦ ਮੁਖਤਲਿਫ ਹੋਏ ਆ, ਲੇਕਿਨ ਜਦੋਂ ਮੈਨੂੰ ਵੜੈਚ ਸਾਹਿਬ ਆਖਿਆ ਅਮਰ ਮੇਰਾ ਫਲਾਣੇ ਪਿੰਡ ਘਰ ਹੈ, ਮੇਰਾ ਫਲਾਣਾ ਗੁਜਰਾਤ ਥਾਂ ਹੈ, ਮੈਂ ਆਖਿਆ ਵੜੈਚ ਸਾਹਿਬ ਮਰਜ਼ਾਈ ਹੋ ਹੀ ਨਹੀਂ ਸਕਦੇ। ਕਿੰਨਾ ਵੀ ਨਰਮ ਗੋਸ਼ਾ ਰੱਖਦੇ ਹੁਣ, ਮਰਜ਼ਾਈ ਹੋ ਹੀ ਨਹੀਂ ਬੰਦਾ ਸਕਦਾ। ਜਿਹੜਾ ਬੰਦਾ ਆਪਣਾ ਘਰ ਬੂਆ ਪਿਆ ਦੱਸਦਾ ਹੈ ਤੇ ਉਹ ਪਿਆ ਆਂਦਾ ਵੀ ਮੈਂ ਝੂਠ ਨਹੀਂ ਪਿਆ ਮਾਰਦਾ, ਤੇ ਕੈਮਰੇ ਦੇ ਸਾਹਮਣੇ ਫੋਟੋ ਦੀ ਲੱਗੀ ਹੈ, ਐਡਰੈਸ ਉਹਦਾ ਸਾਡੇ ਸਾਹਮਣੇ, ਤੇ ਉਹਨੇ ਝੂਠ ਮਾਰ ਕੇ ਕਿੰਨਾ ਕੁ ਛਪਾ ਲੈਣਾ ਹੈ। ਹੁਣੇ ਇਹਨਾਂ ਦਾ ਲੰਗੇ ਖੋਜੇ ਸਾਡੇ ਕੋਲ ਹੀ ਨੇ, ਮੈਂ ਹੁਣੇ ਕਿਸੇ ਮੁੰਡੇ ਨੂੰ ਫੋਨ ਕਰਨਾ ਤੇ ਉਹਨੇ ਜਾ ਕੇ ਪਤਾ ਕਰ ਆਉਣਾ ਵੜੈਚ ਸਾਹਿਬ ਕੌਣ ਨੇ ਤੇ ਦੂਜਾ ਕੌਣ। ਐਸੇ ਤਰ੍ਹਾਂ ਇਹੋ ਜਿਹਾ ਕੋਈ ਬੰਦਾ ਨਵਾਂ ਸੋਸ਼ਲ ਮੀਡੀਆ ਤੇ ਆਉਂਦਾ ਹੈ ਨਾ, ਤੇ ਉਹ ਆਪਣੇ ਆਪ ਨੂੰ ਅਗਰ ਇਸ ਤਰ੍ਹਾਂ ਕੈਮੋਫਲਾਜ ਕਰਨ, ਉਹਨੂੰ ਕਹੋ ਯਾਰ ਜਾਂ ਤੂੰ ਆਪਣਾ ਤੂੰ ਪੂਰਾ ਪਤਾ ਦੱਸ, ਤੇਰਾ ਪਿੰਡੋਂ ਪਤਾ ਕਰਵਾ ਲਈਏ। ਜੇ ਤੂੰ ਆਪਣੇ ਮੂੰਹ ਬੋਲ ਕੇ ਨਹੀਂ ਦੱਸਣਾ, ਤੇ ਜੇ ਤੂੰ ਆਪ ਆਪਣਾ ਅਕੀਦਾ ਬੋਲ ਕੇ ਵੀ ਨਹੀਂ ਦੱਸਣਾ, ਐਡਰੈਸ ਵੀ ਨਹੀਂ ਦੇਣਾ, ਤੇ ਇਹ ਹੁਣ ਤੂੰ ਬਕ ਨਹੀਂ ਕਰਨੀ ਕਿਸੇ ਮੁਸਲਮਾਨ ਦੇ ਬਾਰੇ। ਜੇ ਕੀਤੀ ਤੇਰੀ ਜ਼ਬਾਨ ਖਿੱਚ ਕੇ ਕੁੱਤਿਆਂ ਕੇ ਪਾ ਦੇਂਗੇ। ਖਬਰਦਾਰ ਤੂੰ ਕਿਸੇ ਮੁਸਲਮਾਨ ਦੇ ਬਾਰੇ ਬਕਵਾਸ ਕੀਤੀ। ਮੁਸਲਮਾਨ ਅਲਹਮਦੁਲਿल्लाह ਸਾਰੇ ਮੁਤਹਿਦ ਨੇ ਖਤਮੇ ਨਬੂਵਤ ਦੇ ਪਲੇਟਫਾਰਮ ਤੇ। ਇੱਕ ਵੀ ਬੰਦਾ ਐਸਾ ਨਹੀਂ ਹੈ ਜਿਹੜਾ ਕੋਈ ਮੁਸਲਮਾਨ ਦੇ ਖਿਲਾਫ ਜਿਹੜਾ ਜ਼ਬਾਨ ਖੋਲੇ, ਜਾਂ ਮੁਸਲਮਾਨ ਮੁਜਾਹਿਦ ਦੇ ਖਿਲਾਫ ਕੋਈ ਜ਼ਬਾਨ ਖੋਲੇ। ਜਿਹੜਾ ਖੋਲੇਗਾ ਉਹਦੀ ਮੁਸਲਮਾਨ ਐਸੀ ਇੰਟਰੋਗੇਸ਼ਨ ਕਰਨਗੇ, ਇਨਸ਼ਾਅੱਲਾ ਉਹਨੂੰ ਘਰ ਛੱਡ ਕੇ ਆਉਣਗੇ। बेशक आप कोई नरमी ना करो ऐसे बंदे ना। आमिर भाई नाले गलत बयानी कर रहे सन। सुबह मैं ब्रॉड सुन रहा था जिथे अफजल बड़ाइश भाई भी सन ते इम्तियाज भाई भी सन, ਉਹਨਾਂ ਨੂੰ ਬੋਲਣ ਹੀ ਨਹੀਂ ਸਨ ਦਿੰਦੇ ਪਏ। ਬਾਰ ਉਹਨਾਂ ਨੂੰ ਰੋਕਦਾ ਸੀ। ਉਹ ਇੱਕ ਐਸੀ ਪਤਾ ਨਹੀਂ ਕੌਣ ਸੀ ਉਹ ਕਾਦੀਆਨੀ, ਉਹ ਬੋਲਣ ਹੀ ਨਹੀਂ ਸੀ ਦਿੰਦਾ। ਅਫਜ਼ਲ ਬੜਾਇਸ਼ ਸਾਹਿਬ ਕਹਿੰਦੇ ਪਏ ਸਨ ਕਿ ਸਿਰਫ 5 ਮਿੰਟ ਦੇ ਦੇ। ਇਮਤਿਆਜ਼ ਸਾਹਿਬ ਕਹਿੰਦੇ ਸਨ ਸਿਰਫ 5 ਮਿੰਟ ਸਾਨੂੰ ਬੋਲਣ ਤੇ ਦਿਓ।
ਬੋਲਣ ਵੀ ਨਹੀਂ ਸਨ ਦੇ ਰਹੇ। 1.5 ਘੰਟਾ ਇਸੇ ਤਰ੍ਹਾਂ ਉਹਨਾਂ ਜ਼ਾਇਆ ਕੀਤਾ। ਫਿਰ ਉਸ ਤੋਂ ਬਾਅਦ ਇਮਤਿਆਜ਼ ਭਾਈ ਜਾ ਕੇ ਆਪਣੀ ਬਰਾੜ ਲਾਈਏ ਤੇ ਉੱਥੇ ਚਲੇ ਗਏ ਨੇ। ਫਿਰ ਅਫਜ਼ਲ ਬੜਾਇਸ਼ ਭਾਈ ਵੀ ਚਲੇ ਗਏ ਨੇ। ਆ ਕੇ ਗਲਤ ਬਿਆਨੀਆਂ ਕਰ ਰਿਹਾ ਸੀ ਬੰਦਾ ਟਵਾਨਾ। ਨਹੀਂ, ਮਿਰਜ਼ਾਈਆਂ ਨੇ ਤੇ ਆਪਣੀ ਬੇਹਯਾਈ ਦੀਆਂ ਸਾਰੀਆਂ ਹੱਦਾਂ ਕ੍ਰਾਸ ਕਰ ਛੜੀਆਂ ਨਾ ਸਵੇਰੇ। ਉਹਨਾਂ ਨੇ ਤਾਂ ਦੱਸਿਆ ਵੀ ਸਾਡੇ ਕੋਲ ਇਹ ਬਰਾੜ ਜੇ, ਇਹਦੇ ਅਸੀਂ ਹੁਕਮਰਾਨ ਜੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜੇ ਸਾਡੇ ਕੋਲ ਕੋਈ ਯੂਨੀਅਨ ਕੌਂਸਲ ਹੋਵੇ ਜਾਂ ਸਾਡੇ ਕੋਲ ਕਿਸੇ ਜ਼ਿਲ੍ਹੇ ਦਾ ਨਾਜ਼ਮੀ ਸਾਡੇ ਕੋਲ ਹੋਵੇ ਜਾਂ ਸੂਬੇ ਦਾ ਚੀਫ ਮਿਨਿਸਟਰ ਸਾਡੇ ਕੋਲ, ਗਵਰਨਰ ਸਾਡਾ ਹੋਵੇ, ਜਾਂ ਅਸੀਂ ਮੁਲਕ ਦੇ ਕਿਸੇ ਦੇ ਅਸੀਂ ਹੋਈਏ ਮੁਖਤਾਰੇ ਕੋਲ, ਤੇ ਤੁਸੀਂ ਸੋਚੋ ਅਸੀਂ ਕਿੰਨੇ ਕੁ ਜ਼ਹਿਰੀਲੇ ਤੇ ਕਿੰਨੇ ਕੁ ਗੰਦੇ। ਉਹ ਤੇ ਉਹਨਾਂ ਨੇ ਆਪਣਾ ਆਪ ਦੱਸ ਲਿਆ ਸਵੇਰੇ। ਉਹਨਾਂ ਤੇ ਬਾਦਸ਼ਾਹ ਧੋਤੀ ਲਾ ਕੇ ਤੇ ਨੰਗਿਆਂ ਹੋ ਕੇ ਦੱਸਿਆ ਕਿ ਅਸੀਂ ਇਹ ਸਾਡਾ ਰਵੱਈਆ ਤੇ ਇਹ ਸਾਡਾ ਬਿਹੇਵੀਅਰ ਹੈ ਲੋਕਾਂ ਨਾਲ। ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉੱਥੇ ਤਾਂ ਕੋਈ ਗੱਲ ਕਰਨ ਵਾਲਾ ਮਾਹੌਲ ਹੈ ਹੀ ਨਹੀਂ ਸੀ ਤੇ ਨਾ ਉੱਥੇ ਗੱਲ ਹੋ ਰਹੀ ਸੀ। ਉਹ ਸਿਰਫ ਔਰ ਸਿਰਫ ਉਹਨਾਂ ਆਪਣਾ ਇੱਕ ਅੰਦਰ ਦਾ, ਜਿਵੇਂ ਕਹਿੰਦੇ ਨੇ ਨਾ ਡਾਕਟਰ ਰਾਹਤ ਇੰਦੌਰੀ ਨੇ ਕਿਹਾ, ਅੰਦਰ का जहर चुन लिया सब धुल के आ गए, कितने शरीफ लोग थे सब खुल के आ गए, सूरज से जंग जीतने निकले थे बेवकूफ, सारे सिपाही मोम के थे घुल के आ गए। ਇਹਨਾਂ ਤੇ ਆਪਣਾ ਅੰਦਰ ਦਾ ਜ਼ਹਿਰ ਹੀ ਬਾਹਰ ਕੱਢ ਕੇ ਦੱਸਿਆ ਨਾ ਵੀ ਸਾਡੇ ਅੰਦਰ ਇੰਨਾ ਕੁ ਜ਼ਹਿਰ ਪਾਇਆ ਜਾਂਦਾ ਹੈ ਮੁਸਲਮਾਨਾਂ ਦੇ ਖਿਲਾਫ। ਅਸੀਂ ਇਸ ਤਰ੍ਹਾਂ ਮੁਸਲਮਾਨਾਂ ਨੂੰ ਡਿਕਟੇਟ ਕਰਾਂਗੇ, ਇਸ ਤਰ੍ਹਾਂ ਉਹਨਾਂ ਨੂੰ ਡੰਡੇ ਨਾਲ ਖਾਮੋਸ਼ ਕਰਾ ਕੇ ਤੇ ਉਹਨਾਂ ਨੂੰ ਕਹਾਂਗੇ ਓਏ ਇਹ ਵਰਕਾ ਪੜ, ਇੱਥੋਂ ਪੜ, ਉੱਤੋਂ ਪੜ, ਇਹ ਥੱਲੇ ਵਾਲੀ ਲਾਈਨ ਪੜ, ਉੱਪਰ ਵਾਲੀ ਲਾਈਨ ਪੜ। ਇਹ ਅੰਦਾਜ਼ ਹੈ ਗੱਲ ਕਰਨ ਦਾ। ਇਹ ਡਿਬੇਟ ਵੀ ਹੁੰਦੀ ਹੈ, ਇਹ ਮਜ਼ਾਕਰਾ ਵੀ ਹੁੰਦਾ ਹੈ, ਇਹ ਬਦਮਾਸ਼ੀ ਵੀ ਹੁੰਦੀ ਹੈ। ਕਾਹਦੀ ਬਦਮਾਸ਼ੀ ਹੈ? ਮੇਰੇ ਕੋਲ ਬਰਾੜ ਹੈ ਮੇਰੀ, ਇਹ ਬੜਾਇਸ਼ ਸਾਹਿਬ ਦੀ ਬਰਾੜ ਹੈ। ਜਿਹਨੂੰ ਮਰਜ਼ੀ ਭਾਵੇਂ ਮੈਨੂੰ ਚੁੱਕ ਕੇ ਥੱਲੇ ਮਾਰਨ ਦੋ, ਗਾਲਾਂ ਵੀ ਕੱਢ ਦੇਣ, ਮੈਂ ਕੀ ਕਰ ਲਾਂਗਾ? ਮੈਂ ਜ਼ਿਆਦਾ ਜ਼ਿਆਦਾ ਆਪਣੀ ਬਰਾੜ ਤੇ ਜਾ ਕੇ ਕੋਈ ਰੋਲਾ ਪਾਵਾਂਗਾ ਨਾ। ਤੇ ਬਰਾੜ ਉਹਨਾਂ ਦੀ, ਇਖਤਿਆਰ ਉਹਨਾਂ ਕੋਲੇ, ਹੋਸਟ ਉਹ ਨੇ। ਇਹਦੇ 'ਚ ਕਿਹੜੀ ਬਹਾਦਰੀ ਹੈ, ਕਿਹੜਾ ਕਮਾਲ ਹੈ? ਦਾਬੇ ਮਾਰਨੇ ਕਿਸੇ ਆਏ ਘਰ ਆਏ ਬੰਦੇ ਨੂੰ ਆਪਣਾ ਨੀਚ ਹੋਣਾ ਹੀ ਸ਼ੋ ਕਰਦਾ ਹੈ। ਆਪਣਾ ਆਪ ਹੀ ਦੱਸਦਾ ਕਿ ਮੈਂ ਇੰਨਾ ਗਿਰੇ ਹਾਂ ਕਿ ਮੇਰੇ ਘਰ ਕੋਈ ਬੰਦਾ ਆਇਆ ਹੋਵੇ ਤੇ ਮੈਂ ਉਹਨੂੰ ਇਸ ਤਰ੍ਹਾਂ ਦਾਬੇ ਮਾਰ ਮਾਰ ਕੇ ਗੱਲ ਕਰਨਾ। ਉਹ ਤੇ ਉਹਨਾਂ ਨੇ ਆਪਣਾ ਆਪ ਜ਼ਾਹਿਰ ਕੀਤਾ। ਉੱਥੇ ਤੇ ਗੱਲ ਕਰਨ ਵਾਲਾ ਤਾਂ ਮਾਹੌਲ ਹੈ ਨਹੀਂ ਸੀ। ਉਹਨੂੰ ਕੋਈ ਬੰਦਾ ਆਖੇ, ਉਸ ਮਾਹੌਲ ਨੂੰ ਜਾਂ ਉਸ ਗੱਲ ਨੂੰ ਜਾਂ ਉਸ ਗੁਫ਼ਤਗੂ ਨੂੰ ਕੋਈ ਬੰਦਾ ਆਖੇ ਕਿ ਉੱਥੇ ਮੁਸਲਮਾਨ ਗੱਲ ਨਹੀਂ ਕਰ ਸਕਿਆ ਤੇ ਮਿਰਜ਼ਾਈ ਬੜੇ ਦੀਨਦਾਰ ਤੇ ਬੜੇ ਦਿਆਨਤਦਾਰ ਤੇ ਬੜੇ ਮੁਤਦਿਲ ਮਜ਼ਾਜ ਤੇ ਬੜੇ ਅੱਛੇ ਲੋਕ ਸਨ, ਬਾ ਇਖਲਾਕ ਲੋਕ ਸਨ, ਉਹ ਫਿਰ ਬੰਦਾ ਬਹੁਤਾ ਹੀ ਝੂਠ ਪਿਆ ਬੋਲਦਾ ਤੇ ਬਹੁਤੀ ਬੇਹਯਾਈ ਪਿਆ ਕਰਦਾ। ਅਗਰ ਉਹ ਇਸ ਤਰ੍ਹਾਂ ਦਾ ਆਪਣਾ ਤਾਰਫ ਕਰਾਂਦਾ ਤੇ ਉਹਨੂੰ ਮੇਰੇ ਖਿਆਲ ਇੰਟੈਰੋਗੇਟ ਖੂਬ ਕਰਨਾ ਚਾਹੀਦਾ ਹੈ। ਸ਼ਾਹ ਸਾਹਿਬ ਢਿੱਲੀ ਇੰਟੈਰੋਗੇਸ਼ਨ ਕਰਦੇ ਨੇ, ਉਹਨਾਂ ਨੂੰ ਮੁਫਤੀ ਮੁਬਸ਼ਰ ਅੱਗੇ ਚਾੜੋ, ਐਸੇ ਬੰਦੇ ਨੂੰ ਮੁਫਤੀ ਸਾਹਿਬ ਅੱਗੇ ਚਾੜੋ। ਆਮਰ ਭਾਈ, ਤੁਸੀਂ ਇਮਤਿਆਜ਼ ਭਾਈ ਦੀ ਪਹਿਲੇ ਦਿਨ ਜਿਹੜੀ ਹੋਈ ਉਹਦਾ ਨਾਲ ਗੱਲ ਉਹ ਤੁਸੀਂ ਨੇ ਸੁਣੀ ਸੀ? ਕਿਹਦੀ ਗੱਲ ਹੋਈ? ਉਹ ਜਿਹੜੀ ਜਵਾਦ ਦੀ ਬਰੌਡ ਤੇ ਆਦੀ ਸ਼ੇਖ ਆਦੀ ਦੀ ਤੇ ਕਮਲਾਤ ਦੀ ਇਹਨਾਂ ਨਾਲ ਇਮਤਿਆਜ਼ ਸਾਹਿਬ ਦੀ ਪਹਿਲੇ ਦਿਨ ਗੱਲ ਹੋਈ ਸੀ। ਥੋੜੀ ਬਹੁਤ ਮੈਂ ਸੁਣੀ ਸੀ, ਹਾਂ ਥੋੜੀ ਬਹੁਤ। ਅੱਛਾ ਦੇਖੋ, ਉਸ ਵਿੱਚ ਉਹ ਸਿਰਫ ਬਰੂਜ਼ ਦਾ ਉੱਥੇ ਉਹਨਾਂ ਨੇ ਲਿਖਿਆ ਹੋਇਆ ਸੀ ਕਿ तमाम अंबिया रसूल पाक के बरूज हैं, लिखा हुआ जी गुलाम फरीद साहब ने और ये और वो। जबकि ਇਮਤਿਆਜ਼ ਸਾਹਿਬ ਨੂੰ ਬਾਰ-ਬਾਰ ਕਹਿ ਰਹੇ ਸਨ ਕਿ ਬਈ ਜਿਹੜੀ ਬਰੂਜ਼ੀ ਨਬੂਵਤ ਹੈ ਉਸ ਉੱਤੇ ਗੱਲ ਕਰੋ, ਉਸ ਉੱਤੇ ਉਹਨਾਂ ਨੇ ਗੱਲ ਨਹੀਂ ਕਰਨ ਦਿੱਤੀ। ਤੇ ਅੱਜ ਤੁਹਾਡਾ ਸੰਗਿਆ ਆਇਆ ਸੀ ਉਹਨਾਂ ਦੀ ਬਰੌਡ ਉੱਤੇ, ਮੀਰ ਸਲੀਮ ਮੀਰ ਸ਼ੇਖ ਆਦੀ ਦੀ ਬਰੌਡ ਤੇ ਉੱਥੇ ਉਹਨੂੰ ਕਹਿੰਦੇ ਨੇ ਕਿ ਦੇਖੋ ਜੀ ਇਹ ਤੇ ਮੁਸਲਮਾਨਾਂ ਨੇ ਇੱਕ ਜ਼ਿਲੀ ਬਰੂਜ਼ੀ ਨਬੂਵਤ ਉਹਨਾਂ ਨੇ ਗੱਲ ਕੀਤੀ ਹੋਈ ਹੈ। ਤੇ ਮੈਂ ਥੱਲੇ ਲਿਖਿਆ ਬਈ ਤੁਸੀਂ ਝੂਠ ਬੋਲ ਰਹੇ ਹੋ, ਕਿਉਂਕਿ ਤੁਸੀਂ ਉਸ ਦਿਨ ਇਮਤਿਆਜ਼ ਸਾਹਿਬ ਨੂੰ ਜ਼ਿਲੀ ਬਰੂਜ਼ੀ ਸਿਰਫ ਬਰੂਜ਼ ਕਿਹਾ ਹੈ, ਨਬੂਵਤ ਤੇ ਤੁਸੀਂ ਨੇ ਗੱਲ ਹੀ ਨਹੀਂ ਕਰਨ ਦਿੱਤੀ। ਉਹ ਤੇ ਤੁਹਾਨੂੰ ਕਹਿ ਰਹੇ ਸੀ ਕਿ ਜ਼ਿਲੀ ਬਰੂਜ਼ੀ ਨਬੂਵਤ ਜਿਹੜਾ ਹੈ ਇਸਲਾਮ ਦੇ ਖਿਲਾਫ ਹੈ। ਤੇ ਹੁਣ ਉਹ ਕਹਿ ਰਹੇ ਸਨ ਕਿ ਜ਼ਿਲੀ ਤੇ ਬਰੂਜ਼ੀ ਨਬੂਵਤ ਜਿਹੜੀ ਹੈ ਉਹ ਇਸਲਾਮ ਗੈਰ ਇਸਲਾਮੀ ਨਹੀਂ ਹੈ। ਬਰੂਜ਼ ਨੂੰ ਵਿੱਚੋਂ ਕੱਢ ਦਿੱਤਾ, ਹੁਣ ਅੱਗੇ ਨਾਲ ਹੈਲਪਿੰਗ ਵਾਰ ਬੁਲਾ ਦਿੱਤਾ ਉਹਨਾਂ ਨੇ, ਤੇ ਲੇਕਿਨ ਉਸ ਦਿਨ ਉਹਨਾਂ ਨੂੰ ਗੱਲ ਨਹੀਂ ਕਰਨ ਦੇ ਰਹੇ ਸਨ। ਨਹੀਂ, ਉਹ ਤੇ ਅੱਜ ਤੇ ਮੈਂ ਸੁਣਿਆ ਕਿ ਉਹਨਾਂ ਨੇ ਜਿਹਨੇ ਰਾਜਪਾਲ ਦੀ ਕਿਤਾਬ ਪੜ੍ਹੀ ਸੀ ਜਿਹਦਾ ਤੁਸੀਂ ਨਾਂ ਪੇ ਲੈਂਦੇ ਹੋ, ਮੈਂ ਤੇ ਸੁਣਿਆ ਤਲਾਵਤ ਕਲਾਮੇ ਪਾਕ ਵੀ ਉਹਨੇ ਕੀਤੀ ਹੈ। ਬਿਲਕੁਲ, ਮੈਂ ਤਾਂ ਲਿਖਿਆ ਜ਼ਬਰ ਜ਼ਰਾ ਦਾ ਖਿਆਲ ਕਰ, ਮੈਂ ਤਾਂ ਲਿਖਿਆ ਜ਼ਬਰ ਜ਼ਰਾ ਦਾ ਖਿਆਲ ਕਰ। ਅੱਛਾ, ਜਿਹੜਾ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਗਾਲਾਂ ਕੱਢਦਾ ਹੈ ਲੈ ਕੇ ਰਾਜਪਾਲ ਦਾ ਨਾਂ, ਤੇ ਉਹਦੇ ਕੋਲ ਤਲਾਵਤ ਕਰਵਾਈ ਮਿਰਜ਼ਾਈਆਂ ਨੇ। ਹੈ ਵਾਹ ਵਾਹ ਵਾਹ। ਸ਼ੇਖ ਸਾਦੀ ਗਏ ਨਾ ਕਿਸੇ, ਮੈਂ ਸਵੇਰੇ ਵੀ ਗੱਲ ਸੁਣਾਈ ਯਾਰ, ਮੈਂ ਬਿਜ਼ੀ ਹੋਣਾ 5 ਮਿੰਟ ਸ਼ਾਪ ਸ਼ੁੱਟ ਮੈਨੂੰ। ਸ਼ੇਖ ਸਾਦੀ ਗਏ ਕਿ ਰੇ ਗੁਜ਼ਰੇ ਰਸਤੇ ਚ ਗਲੀ ਕਿਸੇ ਬਸਤੀ ਚੋਂ, ਉੱਥੇ ਕੁੱਤੇ ਅਵਾਰਾ ਪੈ ਗਏ। ਤੇ ਉਹ ਜਿਸ ਵੇਲੇ ਉਸ ਜ਼ਮਾਨੇ ਚ ਅਵਾਰਾ ਕੁੱਤਾ ਪੈ ਜੇ, ਲੋਗੜ ਕੁੱਤੇ ਜਿਹੜੇ ਬਾਹਰ ਹੁੰਦੇ ਨੇ, ਤੇ ਉਹ ਸ਼ੇਖ ਸਾਦੀ ਨੇ ਥੱਲੇ ਨਾ ਜ਼ਮੀਨ ਵਾਲਾ ਹੱਥ ਕੀਤਾ ਵੀ ਕੋਈ ਪੱਥਰ ਪੁੱਥਰ ਚੁੱਕ ਕੇ ਇਹਨਾਂ ਨੂੰ ਮਾਰਾਂ। ਤੇ ਉਹ ਬੱਦਲ ਵਸਿਆ ਸੀ ਕਿ ਜ਼ਮੀਨ ਥੋੜੀ ਜਿਹੀ ਸਖਤ ਸੀ ਤੇ ਉਹ ਪੱਥਰ ਉਹਦਾ ਜ਼ਮੀਨ ਦੇ ਵਿੱਚ ਫਸਿਆ ਸੀ। ਉਹਨਾਂ ਪੱਥਰ ਨੂੰ ਹੱਥ ਪਾ ਕੇ ਖਿੱਚਣ ਦੀ ਤਾਂ ਕੋਸ਼ਿਸ਼ ਕੀਤੀ, ਪੱਥਰ ਉਹ ਤਾਂ ਆਇਆ ਕੋਈ ਨਾ।
ਤੇ ਸ਼ੇਖ ਸਾਦੀ ਨੇ ਸਮਾਨ ਅਲ ਮੂੰਹ ਕਰਕੇ ਆਖਿਆ ਯਾ ਅੱਲਾ ਤੇਰੀ ਕੈਸੀ ਬਸਤੀ ਏ, ਕੁੱਤੇ ਖੁਲੇ हुए पत्थर बंधे हुए, कैसी जगह है, कैसी बस्ती में आ गया कि कुत्ते खुले ने, हालांकि कुत्ते बजे होने चाहिए ने, पत्थर खुले होने चाहिए ने, लेकिन कैसी बस्ती है कि कुत्ते खुले हुए पत्थर बंधे। ਇੱਥੇ ਇਹ ਮਾਹੌਲ ਸਵੇਰੇ ਬਣਿਆ ਹੈ, ਜਿਹੜੇ ਰਾਜਪਾਲ ਦੀ ਕਿਤਾਬਾਂ ਪੜਨ ਵਾਲੇ ਨੇ ਉਹ ਤਲਾਵਤ ਤੇ ਕਲਾਮੇ ਪਾਕ ਪੇ ਕਰਦੇ ਨੇ। संग संग मुकैयद हैं और सग आजाद। आज फिर उसने उन्होंने फिर क्या सी पप्पू- कि संग संग मुकैयद हैं और सग आजाद। ਹਾਂ ਸਗ ਸਗ ਆਜ਼ਾਦ ਆਜ਼ਾਦ ਹੈ, ਹੈ। ਸਗ ਕਹਿੰਦੇ ਨੇ ਉਹਨੂੰ ਕੁੱਤੇ ਨੂੰ। ਆਮਰ ਭਾਈ ਅੱਜ ਫਿਰ ਉਸਨੇ ਗੁਸਤਾਖੀ ਕੀਤੀ ਹੈ, ਰਿਕਾਰਡਿੰਗ ਮੈਂ ਤੁਹਾਨੂੰ ਭੇਜਣਾ। ਔਰ ਉਹ ਤਲੇ ਮਰਜ਼ਾਈ ਨਾਰੇ ਮਾਰੇ ਸਨ ਕਿਉਂਕਿ ਪੱਪੂ ਮਲਕ ਅੱਜ ਚਲਾ ਗਿਆ ਉੱਥੇ ਉਹਨਾਂ ਦੀ ਬਰੌਡ ਤੇ। ਉਹ ਸਮਝਦੇ ਸਨ ਕਿ ਪੱਪੂ ਸਾਡੀ ਹੱਕ ਵਿੱਚ ਕੋਈ ਗੱਲ ਕਰੇਗਾ ਤੇ ਪੱਪੂ ਉਲਟਾ ਉਹਨਾਂ ਨੂੰ ਪੈ ਗਿਆ। ਉਹ ਗੱਲ ਕਰ ਰਹੇ ਸਨ ਜੀ ਨਬੀ ਪਾਕ ਨੇ ਇਹ ਅਖਲਾਕ ਦੱਸੇ ਨੇ, ਇਹ ਮਤਲਬ ਉਹ ਗੱਲਾਂ ਕਰ ਰਹੇ ਸਨ ਤੇ ਪੱਪੂ ਨੇ ਜਾ ਕੇ ਸਵਾਲ ਕੀਤਾ ਜੀ ਤੁਸੀਂ ਨਬੀ ਪਾਕ ਦੀ ਤੇ ਗੱਲ ਕਰ ਰਹੇ ਹੋ ਕਿ ਬਈ ਇੰਜੂ ਤਬਲੀਗ ਕਰਨੀ ਚਾਹੀਦੀ ਹੈ, ਇਹ ਲੋਕ ਮੁਸਲਮਾਨ ਗਾਲਾਂ ਕੱਢਦੇ ਨੇ, ਤੇ ਮਿਰਜ਼ਾ ਸਾਹਿਬ ਨੇ ਕੀ ਕੀਤਾ ਇਸ ਤੇ ਉਸ ਉੱਤੇ ਅਮਲ ਕੀਤਾ? ਮਿਰਜ਼ਾ ਸਾਹਿਬ ਨੇ ਕਿਆ ਆਇਆ ਸ਼ਫਕਤ ਨਾ ਲੱਗੋ ਜਵਾਬ ਦਿੱਤਾ ਜਾਂ ਮਿਰਜ਼ਾ ਸਾਹਿਬ ਨੇ ਅੱਗੋਂ ਗਾਲਾਂ ਕੱਢੀਆਂ ਨੇ? ਤੇ ਉਹ ਖਬੀਸ ਅੱਗੋਂ ਫਿਰ ਉਹ ਜਿਹੜੀਆਂ ਗੱਲਾਂ ਉਸਨੇ ਕੀਤੀਆਂ ਨੇ ਮੈਂ ਉਹ ਕਰ ਨਹੀਂ ਸਕਦਾ। ਸਿੱਧਾ ਨਬੀ ਪਾਕ ਤੇ ਭੌਂਕਣ ਲੱਗ ਪਿਆ। ਮੈਂ ਸਿੱਧਾ- ਸਮਝ ਗਿਆ ਸਿੱਧਾ। ਇਹ ਤੇ ਦੱਸਣ ਦੀ ਲੋੜ ਹੀ ਨਹੀਂ ਹੈ। ਸਿੱਧਾ ਨਬੀ ਪਾਕ ਤੇ ਕੁਰਾਨ ਤੇ ਅੱਲਾ ਤੇ। ਇਹ ਹੀ ਮਿਰਜ਼ਾਈਅਤ ਭਾਈ, ਇਹ ਹੀ ਉਹਨਾਂ ਦੇ ਵੱਡੇ ਜਿਹੜੇ ਮਹਾਨ ਮੁਰੱਬੀ ਤੇ ਮਹਾਨ ਮਨਾਜ਼ਰ ਜਿਨ੍ਹਾਂ ਨੂੰ ਸਮਝਦੇ ਨੇ ਨਾ, ਇਹੋ ਹੀ ਉਹਨਾਂ ਦੀ ਟੋਟਲ ਕੁੱਲ ਇਹ ਮਤਾ ਕਿ ਉਹ ਨਬੀ ਅਲੈਹਿਸਸਲਾਤੁ ਵਸਲਾਮ ਤੇ ਬਿਲਖਸੂਸ ਔਰ ਦੀਗਰ ਅੰਬੀਆ ਤੇ ਬਿਲਅਮੂਮ ਉਸੇ ਵੇਲੇ ਉਹ ਜ਼ਬਾਨ ਦਰਾਜ਼ੀਆਂ ਸ਼ੁਰੂ ਕਰ ਦਿੰਦੇ ਨੇ ਜੋ ਹੀ ਤੁਸੀਂ ਮਿਰਜ਼ਾ ਸਾਹਿਬ ਤੇ ਕੋਈ ਇਤਰਾਜ਼ ਇਹਦਾ ਹੀ ਨਾਮ ਮਿਰਜ਼ਾਈਅਤ, ਹੋਰ ਕੱਖ ਵੀ ਨਹੀਂ। ਲੋਕਾਂ ਨੂੰ ਪਤਾ ਲੱਗ ਗਿਆ ਭੁਲੇਖੇ ਵਾਲੀ ਤੇ ਗੱਲ ਹੀ ਕੋਈ ਨਹੀਂ ਹੈ। ਨਹੀਂ ਟੋਟਲ ਇਹਨਾਂ ਦੀ ਪਹਿਲੇ ਉਸਨੇ ਪੱਪੂ ਨੂੰ ਕਿਹਾ ਕਿ ਮਿਰਜ਼ਾ ਸਾਹਿਬ ਨੇ ਅੱਛੀ ਤਰ੍ਹਾਂ ਗੱਲ ਕੀਤੀ ਹੈ, ਲੇਕਿਨ ਉਸਨੂੰ ਤਾਂ ਨਹੀਂ ਪਤਾ ਸੀ। ਪੱਪੂ ਨੂੰ ਪਿੱਛੇ ਮੈਸੇਜ ਕਰ ਰਿਹਾ ਸਾਂ, ਠੀਕ ਹੈ, ਤੇ ਪੱਪੂ ਨੇ ਉਹਨੂੰ ਕਿਹਾ ਜੀ ਕਿ ਉਹਨਾਂ ਨੇ ਤੇ ਕੁੱਤਿਆਂ ਤੋਂ ਪਰੇ ਤੇ ਬਲਦੁਲ ਆਰਾਮ ਤੇ ਇਹ ਕਿ ਉਹ ਫਿਰ ਤੋਂ ਫੌਰਨ ਉਹ ਫਿਰ ਉਸਨੇ ਉਹੀ ਕੰਮ ਕੀਤਾ। ਉਸ ਤੋਂ ਬਾਅਦ ਉਸਨੇ ਕੰਮ ਕੀਤਾ। ਮੈਂ ਰਿਕਾਰਡਿੰਗ ਭੇਜਣਾ ਤੁਹਾਨੂੰ। ਇਹ ਇਹਨਾਂ ਦੇ ਮੁਰੱਬੀ ਨੇ ਭਾਈ, ਇਹੋ ਕੋਈ ਇਹ ਮਿਰਜ਼ਾਈਅਤ ਦਾ ਹੀ ਨਾਂ ਹੈ ਜਿਹੜਾ ਇੱਥੇ ਮਿਰਜ਼ਾਈਆਂ ਨੇ ਮੁਜੱਦਦੀਨ ਦੇ ਸਿਲਸਿਲੇ ਦੇ ਵਿੱਚ ਹਜ਼ਰਤ ख्वाजा ਮੁਈਉਦੀਨ ਚਿਸ਼ਤੀ ਦਾ ਜ਼ਿਕਰ ਕੀਤਾ ਹੈ اور آگے لکھیا ہے کہ آپ بروزی نبوت کے قائل تھے۔ انہوں دی ویب سائٹ تے موجود ہے، معروف مجددین قطار۔ عالم دین جڑا نا اتنی بڑی گل نہیں کر سکتا۔ ہر عالم دین اور مسلمانوں دا عقیدہ ہے کہ نبی پاک صلی اللہ علیہ وآلہ وسلم دے بعد نبوت ختم ہو چکی ہے، کسی قسم دا نبی نہیں آ سکتا، کوئی نبی نہیں آ سکتا۔ اور ایہی ساڈا عقیدہ ہے، ایہی تمام عالم دین علماء کرام نے انہاں دا بھی عقیدہ ہے۔ مدعی نبوت پر لعنت ہزار۔ آمین۔ السلام علیکم ورحمۃ اللہ وبرکاتہ۔ جی وعلیکم السلام، ویلکم آپ کو جناب۔ افضل بھائی ٹھیک ہے، میں بڑی دیر سے انتظار کر رہا تھا کہ آپ بھی نہیں میں سن رہا تھا، میں نے کہا موقع ملے گا عامر بھائی کو۔ نہیں آپ تو خود آپ کو مائک انمیوٹ کرنا چاہیے، میں تو حیران ہوں، میں آپ ویٹ کر رہا ہوں آپ کا۔ نہیں میں سننا چاہ رہا تھا عامر بھائی کی گفتگو بھی اور سب کی، اور عامر بھائی کو ٹائم نہیں تھا ان کے پاس، تو میں نے کہا انٹرپٹ نہیں کروں، وہ بات مکمل کر لیں۔ اور میں الحمدللہ کچھ تھوڑی سی گزارشات پیش کرنا چاہتا ہوں کہ پہلی تو بات یہ ہے کہ الحمدللہ جاء الحق وزہق الباطل ان الباطل کان زہوقا۔ ایک اس چیز کا اللہ کے حکم سے افضال بھائی اور آپ وہاں جو جس طریقے سے بیٹھے امتیاز بھائی اور ماشاءاللہ دفاع کیا اور پریزنٹ کیا مسلم کمیونٹی کو الحمدللہ، اور جو پہلی ان کی جو دوسرا پروگرام تھا جس میں امتیاز بھائی نے وہ کتاب ریویل ہوئی، اور اس کتاب میں سارے ان کے دجل سامنے لے کر آئے کہ وہ اس کتاب کو بھی پورا ریپرزینٹ نہیں کر رہے، اور جس میں یہ ثابت ہوا کہ ان قادیانیوں پر مقدمہ چلایا گیا تھا کہ انہوں نے اس کتاب میں سازش کرنے کی کوشش کی، اپنی چیزیں ایڈ کرنے کی کوشش کی۔ اور پھر ذل اور بروز کی بات ہوئی تو اس میں واضح ہوا کہ جو خواجہ غلام فرید صاحب ہیں چاچڑیاں والے، انہوں نے خود ختم نبوت کے وہ بڑے علمدار نکلے، اور انہوں نے یہ بتایا کہ کسی قسم کا نبی جو ہے وہ رسول اکرم صلی اللہ علیہ وسلم کے بعد کوئی دعویٰ کرے گا تو کسی قسم کی کوئی نبوت نہیں ہے۔ تو اس میں مجھے ایک ذہن میں براڈ پر یہ چیز ڈسکس کر رہے تھے ہم اپنی، تو یہ میرے ذہن میں آئی کہ الحمدللہ ایک نظارہ جو ہم نے اپنی زندگیوں میں دیکھ لیا نا، قرآن کریم کی ایک آیت کو مکمل طور پر حقیقت میں بالکل ہے، حقیقت قرآن کریم ہر لحاظ سے الحمدللہ سچا اللہ کا کلام ہے،
मुजज़ाना कलाम है, उसकी हकीकत पर खुद रब अल्लाह ताला ने फरमा दिया ला रैब फी। तो लेकिन मुझे खुशी और मुझे अल्लाह का शुक्र अदा मैंने ये किया कि अल्लाह तबारक व ताला ने एक आयत हमारे सामने हकीकत के रूप में वाज़े तौर पर हमें अपनी ज़िंदगी में दिखा दी, और अल्लाह ने अपना करिश्मा दिखा दिया कि व मकरू व मकर अल्लाह वल्लाहु खैरुल माकिरीन। जोन सी किताब पर इतना मान करके हवाले पर इतने जोर के साथ शद्दो मत और जनाब अपनी तरफ से कि अब हम मुसलमानों की जनाब ये बसात उलट देंगे, और चालाकी क्या कि ना नाम बताना, ना मुसन्निफ का नाम, ना किताब का नाम, और हमने जनाब यहाँ जो है वो मुसलमानों की जो है वो छावनी में हमने जनाब हड़बड़ मचा देनी है। बड़े इन्होंने 3 वीक तक ये जिल बरूस का किया, और मैं भी जाता रहा ब्रॉडों पर मुख्तलिफ जाके उनसे बात करने की कोशिश करता रहा, इनमें हिम्मत नहीं हो रही थी। ये कमालात साहब बैठे थे, ये नीचे मेरा ठट्ठा मजाक उड़ाते रहे जवाद साहब भी, और मैंने इनको ये सवालात लिखे कि जिल बरूज का मामला नहीं है, आपका सवाल होना चाहिए क्या जिली और बरूजी नबूवत का इस्लाम में कोई दायरा कार है, क्या उसकी कोई गुंजाइश है? आपका सवाल ये होना चाहिए, आप धोखा दे रहे हैं, गलत सवाल कर रहे हैं। तो इनको काफी मैंने कोशिश की, बट ये ऊपर लेते ही नहीं थे। फिर इनका क्योंकि प्लान ये था कि हमने ये एक धोखा करना है, तो अल्लाह तबारक व ताला ने माशाल्लाह इनका जो धोखा था ना अपनी तदबीर से अल्हम्दुलिल्लाह उसको वाज़े कर दिया, और ये भी वाज़े हो गया वल्लाहु खैरुल माकिरीन अल्हम्दुलिल्लाह। अच्छा फिर इन्होंने जो अभी इम्तियाज भाई ने मुझे 2 दिन पहले मेरी उनसे बात हुई थी, तो इम्तियाज भाई ने मुझे ये बता दिया था कि ये सब बसात पलटने वाली है, और ये जो इनके 229-30 हवाले जाते हैं ना, उस तक बात जानी ही नहीं। तो मैंने कहा इम्तियाज भाई लगता है यही है, माशाल्लाह अल्लाह ताला ने आपको जो एक फरासत के साथ आपको वहाँ बहुत जबरदस्त तरीके से आपको जो भी कुछ वहाँ गुफ्तगू चल रही है, और अल्हम्दुलिल्लाह बड़ी मुसद्दक, और आपने अल्लाह ने आपको मौका दिया, अल्लाह ने आपके ऊपर और हम सब पर ये करम किया कि उनका जो दजल है ना, जो धोखा दे रहे थे, वो वाज़े हुआ अल्हम्दुलिल्लाह कि वही किताब इनके मुंह पर थप्पड़ मार रही है। तो इनसे मुझे भी ये लग रहा है कि अगले हवाले तक बात जानी ही नहीं है। तो इम्तियाज भाई ने कहा था एक या 2 प्रोग्राम आप देख लेना नाइट राइडर भाई, मुझे नहीं लगता इससे आगे ये जा सकेंगे। तो मैंने भी यही उन्हें बात की कि जिस बुनियाद पर इन्होंने ये सारा चक्कर शुरू किया ना, वो बुनियाद ही धोखे की है, तो वो इंशाल्लाह अल्लाह ताला ने दिखा दिया हमें। और फिर अगर इम्तियाज भाई ने आपने बड़े हौसले से बहुत तदब्बुर के साथ, और आपके पास इतना जो है लिमिटेड फ्रीडम था, जिसको फ्रीडम कहना भी नहीं चाहिए, लेकिन लोगों को समझाने के लिए इतनी लिमिटेड आपके पास फ्रीडम था कि किसी ब्रॉड का ऐसा माहौल हमने बहुत ही कम देखा है कि ऐसा हो कि जिसमें इतना लिमिटेड आपको फ्रीडम हो, और आप फिर भी इतनी मुदल्लल बात कर रहे हैं। माशाल्लाह इम्तियाज भाई ने जबरदस्त, और जहां आपने देखा कि गलत कर रहे हैं, ज्यादती कर रहे हैं, आपने वहां अपना हक अदा किया। उसकी मिसाल मैं देता हूं कि जब वो इम्तियाज भाई की बातों को ट्विस्ट कर रहे थे ना, तो आपने बकायदा, आपको बोलने नहीं दिया जा रहा था, आपने बकायदा उसमें जो है वो क्या कहते हैं एहतिजाज, जज़ाकल्लाह खैर भाई, एहतिजाज करते हुए जबरदस्ती तौर पर आपने टाइम लिया, और आपने वजाहत किया कि आप दोनों ये काम कर रहे हैं कि इम्तियाज भाई की बातों को ट्विस्ट कर रहे हैं। तो माशाल्लाह आपने भी अच्छा किरदार अदा किया। और जहां तक ये बात चल रही है कि ये साहब जो थे, इन्होंने तो हमें इस चीज का बिल्कुल एक्सपीरियंस है इन 2 सालों में जो हम ब्रॉड्स पर आए हैं। पहली बार ये मीर सलीम साहब मुफ्ती मुबशर साहब की ब्रॉड पर मुल्हिद बन के गया, वो वीडियो मौजूद है, और अल्लाह के हुक्म से उन्होंने बता दिया कि तू मीर सलीम है, वो भाग गया फिर। और उसके बाद फिर ये हमारी ब्रॉड्स पर क्रिश्चियन बनकर आ जाते हैं, मसीह बनकर आ जाते हैं, हिंदू बनकर आ जाते हैं, मुल्हिद बनकर आ जाते हैं, सिख बनकर आ जाते हैं। और अल्हम्दुलिल्लाह जब इनको उसी 8-10 मिनट में जब इनको हम एक्सपोज कर देते हैं, तो मिर्जा साहब को, कई लोग तो मिर्जा साहब को कज़ाब दज्जाल भी कहकर चल जाते हैं, ये कि भाई ये पता ना चले हम आए थे, मतलब पीछे कादियानी था, क्या ये समझे कि नहीं हम वो नहीं थे। तो अल्हम्दुलिल्लाह ये काम मुस्लिम उम्मा के साथ दुश्मनान इस्लाम ने पहले किया है, कैमोफ्लाज करके आते हैं और करते रहेंगे, तो इंशाल्लाह बिल्कुल कामयाब नहीं होंगे।
باقی الحمدللہ ہیڈز آف ٹو یو افضال بھائی، امتیاز بھائی ماشاءاللہ، اور باقی جتنے مبلغین ہیں، جتنے ہمارے ماشاءاللہ علماء ہیں. اور ایک اور بات جو انہوں نے یہ صاحب تھے، انہوں نے جو جھوٹ بولا، میں ضرور تھوڑا سا ٹائم دیجیے گا. انہوں نے کہا کوئی، پہلی بات یہ ہے کہ کوئی مسلمان میں یہ سمجھتا ہوں کوئی مسلمان اپنے دل اور اسلامی جذبہ اندر رکھتا ہو، ذاتی کرج نہ ہو کسی کے ساتھ، وہ غیر مسلموں کی براڈ پر جا کے کسی مسلمان کو برا نہیں کہے گا. یہ وہ سمجھتا ہے کہ میں دشمنوں کے گھر میں جا کر اپنے بھائی کو میں برا بھلا کہوں، یہ وہ کبھی نہیں کرے گا. اگر کسی کی ذاتی اناد ہوگا نا، اور وہ نفسانی خواہشات کے تابع ہو چکا ہوگا، وہ شخص یہ کام کر لے گا. بے شک وہ اپنے آپ کو مسلمان کہتا ہے، لیکن وہ شخص یہ کام کرے گا. لیکن کوئی مسلمان اخلاقی طور پر وہ یہ جرت رکھتا ہے کہ اگر اس نے کوئی بات اپنے بھائی سے گلا ہے تو وہ اپنی براڈ پر آ کے کر دے گا، لیکن غیر مسلموں کی براڈ پر جا کر وہ اپنے مسلمان بھائی کی کبھی بھی وہ بے شک حق پر بھی ہوگا نا، اس کے ساتھ زیادتی بھی ہوئی ہے، لیکن وہ غیر مسلم کی براڈ پر جا کر وہ کبھی گلا شکوہ برا بھلا اپنے مسلمانوں کو نہیں کہے گا. یہ صاحب وہاں بیٹھ کے کہہ رہے ہیں کہ مسلمانوں کے اکثر علماء گالی دیتے ہیں. بالکل جھوٹ ہے. اور شاہ صاحب نے اس کی ماشاءاللہ بڑے اچھے طریقے سے وضاحت فرمائی. اب ہماری عمر ماشاءاللہ میں 50 سال کا ہو گیا ہوں، میں نے علماء کے ساتھ ان کے زیر سایہ بہت وقت گزارا ہے، اور اکثر علماء جو ہیں الحمدللہ پاکستان میں، دنیا بھر میں حلیم التبا ہیں، سنت کے پابند ہیں. ہاں، جس طرح ہر فیلڈ میں کالی بھیڑیں ہوتی ہیں، وہ میجورٹی میں نہیں ہوتی، لیکن چونکہ وہ نیگیٹو کام کر رہی ہوتی ہیں تو لوگوں کو نیگیٹو چیزیں جو ہے نا وہ اٹریکٹ بہت زیادہ کرتی ہیں. ابھی اس براڈ پر ہم کتنے لوگ بیٹھ کے اچھی بات کر رہے ہیں، ایک کوئی بات مسلمان کسی کے منہ سے کوئی بات نکل جائے گی نیگیٹو بات، اگر وہ اس کو اچھالیں گے، جو پوری براڈ 4 گھنٹے پازیٹیو چلتی رہی اس کو بھول جائیں گے. تو یہ ہر کمیونٹی میں ہوتا ہے. بہت سے اچھے ڈاکٹرز ہیں اور اکثریت اچھے ڈاکٹرز ہیں، لیکن اگر ایک کوئی ڈاکٹر ایسا کام کر دے گا تو وہ کمیونٹی کے اوپر حرف آ جائے گا. اسی طرح علماء میں ایسے جو جن کو علماء نہیں کہنا چاہیے، ایسے لوگ ہیں سطحی تو علم جن کے پاس ہوگا اور وہ علماء کا لبادہ اڑے ہوئے ہیں، وہ ضرور ایسا کوئی واقعہ ایسے کام کیا ہوگا، گالی گلوچ کی ہوگی، لیکن اکثریت ہمارے علماء الحمدللہ قرآن و سنت کے پابند ہیں، تربیت بھی یہی کرتے ہیں، اور رسول اللہ صلی اللہ علیہ وسلم کی سنتوں پر خود بھی عمل کرتے ہیں اور اسی کی دعوت دیتے ہیں، اسی کی تربیت کرتے ہیں الحمدللہ. جزاک اللہ آپ لوگوں نے. نائٹ رائڈر صاحب، آپ کا علم کافی ہے. آپ یہاں مرزائی لٹریچر میں لکھا ہوا ہے کہ حضرت امام سیوطی نے خصائص کبریٰ میں وفات مسیح کا ذکر کیا ہے. آپ کے علم میں ہے ایسی بات؟ نہیں، میرے علم میں نہیں ہے، کیونکہ ہم تو آج تک یہی سنتے آئے ہیں کہ وہ حیات مسیح کے قائل تھے حضرت امام سیوطی. میں ڈاؤٹ فل ہوں اس بارے میں، لیکن یہ ہے کہ اس کو دیکھا جا سکتا ہے. عامر بھائی بھی بیٹھے ہیں ماشاءاللہ، تو آپ چیک کریں اس کو، دیکھا جا سکتا ہے. ہاں جی، ٹھیک ہے. خصائص کبریٰ میں ٹھیک ہے، انشاءاللہ میں ضرور دیکھوں گا. کس کی؟ جلال الدین سیوطی رحمۃ اللہ علیہ کی بات کر رہے ہیں؟ ہاں جی، اسے یہاں پہ انہوں نے ویب سائٹ پہ لکھا، مرزائی ویب سائٹ پہ، کہ وفات مسیح کا ذکر انہوں نے خصائص کبریٰ میں کیا ہے امام سیوطی. نہیں کیا ہوا. نہیں، یہ جھوٹ ہوگا. اگر مرزائے انہوں نے اپنی براڈ پہ لکھا ہوا تو جھوٹ ہوگا. جلال الدین سیوطی رحمۃ اللہ علیہ جو ہیں، ان کی جو اب تفسیر جلالین ہے، اس میں بل رفع اللہ علیہ پڑھے نا، کیا اس کا انہوں نے کیا وَإِن مِّنْ أَهْلِ الْكِتَابِ کیا پڑھے. ہاں، اس کا مطلب ہے کہ یہ کیسے ہو سکتا ہے کہ ایک کتاب میں انہوں نے حیات مسیح کا عقیدہ لکھا ہو اور کسی اور کتاب میں پھر وفات مسیح کا لکھ دیا ہو؟ نہیں، ایسا نہیں ہو سکتا، کیونکہ جو جتنی بھی آیات ہیں نا حضرت عیسیٰ علیہ السلام کے حوالے سے، ان کا موقف وہی، مسلم امہ کا جو موقف ہے وہی ہے. یہ واقعی جھوٹ انہوں نے کیا ہوا ہے. یہ آپ یہ ویب سائٹ پہ جا کے ان کی آپ دیکھ سکتے ہیں. یہ میں انشاءاللہ خصائص کبریٰ خود ڈاؤن لوڈ کر کے نا میں اس کو دیکھوں گا کہاں انہوں نے کیا. کوئی ریفرنس دیا انہوں نے کہ آن لائن org جو ہے 15 فروری جگہ کوئی صفحہ، کوئی نمبر، کوئی موقع بتایا انہوں نے؟ نہیں، صفحہ نہیں انہوں نے لکھا ہوا. یہ عام طور پہ مرزائی لٹریچر میں نا یہ اسی طرح کی چیزیں لکھ دیتے ہیں. اب ظاہر ان کو پتہ ہوتا ہے کہ کون جا کے پڑھے گا اتنی کتابیں. جی ایسے ہی ہے، ایسے ہی. انہوں نے اس میں ایک اور بات بھی لکھی ہوئی ہے
کہ حضرت امام سیوطی نے فرمایا تھا کہ مسیح موعود جب آئے گا تو اس کے بعد مجدد کوئی نہیں ہوگا، تو ان کے خلیفے بھی مجدد کی حدیث مجددین کا انکار کرنے کے لیے نا حضرت امام سیوطی کا مطلب ریفرنس دیتے ہیں، کیونکہ مرزا صاحب نے تو یہ بات نہیں کی، وہ تو کہتے ہیں قیامت تک جاری ہے، لیکن کہتے نہیں وہ ان کا ریفرنس نہیں دیتے مرزا صاحب کا، امام سیوطی کا دیتے ہیں، چونکہ انہوں نے کہا تھا مسیح موت کے بعد مجدد نہیں ہوگا، اس لیے ہماری خلافت جاری ہو گئی۔ اور یہاں سے ان کا جھوٹ دیکھ لینا کہ یہ کئی جگہ پر انہوں نے اس طرح کی جھوٹی باتیں لکھی ہوئی ہیں اور ریفرنس نہیں دیتے۔ یہ ریفرنس نہ دینے کا مطلب یہ ہے کہ یہ جو ہے وہ جھوٹ ہے۔ بالکل۔ اس کو دیکھیں گے انشاءاللہ۔ اور یہ بھی دیکھیں کہ وہ حضرت محی الدین چشتی رحمۃ اللہ علیہ کے متعلق لکھا ہوا ہے، وہ بروزی نبوت کے قائل تھے، وہ بھی یہیں پہ لکھا ہوا ہے۔ نہیں، یہ دیکھیں ابن عربی رحمۃ اللہ علیہ کے بارے میں یہ کتنا جھوٹ کرتے ہیں۔ انہوں نے بالکل ختم نبوت کا انہوں نے عقیدہ وہی مسلمانوں والا بیان کیا کہ میں اگلے دن یہ چیز پڑھ بھی رہا تھا، تو انہوں نے ان کی باقاعدہ ان کی جو ہے فتوحات مکیہ، اس کے اندر یہ عبارت ہے کہ من ادعا النبوہ بعد النبی صلی اللہ علیہ وسلم فہو کاذب، جس نے رسول اللہ صلی اللہ علیہ وسلم کے بعد نبوت کا دعویٰ کیا وہ کذاب ہے، اس کو نہیں یہ بیان کرتے۔ مرزا صاحب خود کہہ کے گئے ہیں واجب القتل ہے وہ، جی 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 بالکل، وہ نہیں نا یہ بیان کرتے کیونکہ ان کی مجبوری ہے کہ اچھا یہ جلال الدین سیوطی رحمۃ اللہ علیہ کی بات جو کر رہے تھے نا، یہ جس کو شک ہے تفسیر جلالین دیکھ لے جا کے، النساء کی آیت نمبر 157، 58 اور جو ہے 59، اس کے اندر جو ہے انہوں نے صاف طور پر وہ عقیدہ بیان کیا ہوا ہے، ایسی کوئی بات نہیں ہے، اس طرح افواہ ہے۔ اس طرح جو تو میر لطیف صاحب ایک جگہ پہ بیٹھ کے پتہ نہیں کتنے بڑوں کے نام لے رہے تھے، بلکہ وہ کیا نام ہے ایک بڑے مشہور مفسر ہیں، ان کے اوپر بھی الزام تراشیاں کر رہے تھے بیٹھ کے وہاں پہ، ان کی عادت ایسے کیا ہے۔ خصائص الکبریٰ حضرت امام سیوطی کی، اس کے متعلق لکھا ہوا ہے کہ اس میں انہوں نے وفات مسیح کا ذکر کیا ہے۔ ہاں جی ٹھیک کہتے ہیں، یہ بات ٹھیک ہے کہ امام جلال الدین سیوطی بھی، ایک منٹ میوٹ کریں شاہ صاحب، امام جلال الدین سیوطی بھی وفات مسیح کے قائل تھے، یار میوٹ کر دیں گے شاہ صاحب کا کوئی بندہ ماڈریٹر ہے؟ نہیں میں نے اچھا میرا نہیں ہے میوٹ، اچھا ان کا کہہ رہا ہوں، میں کر دیتا ہوں۔ امام جلال الدین سیوطی بھی وفات مسیح کے قائل تھے، امام فخر الدین رازی بھی وفات مسیح اور اجرائے نبوت کے قائل تھے، جو ابن عربی ہیں وہ بھی اجرائے نبوت اور ختم اس کے وفات مسیح کے قائل تھے، شاہ ولی اللہ بھی اجرائے نبوت اور وفات مسیح کے قائل تھے، امام طاہر گجراتی بھی اجرائے نبوت اور وفات مسیح کے قائل تھے، حتیٰ کہ وہ جو ہے نا ڈاکٹر احمد دیدات، ان کا بھی وہی عقیدہ تھا جو مرزا صاحب کا عقیدہ تھا، میر لطیف نے بتایا ہے، اور یہ بالکل بات ایسے ہی سچ ہے جس طرح 1993 میں ان کی 2 لاکھ بیعتیں تھیں، 94 میں 4 لاکھ ہو گئیں، 95 میں 8 لاکھ ہو گئیں، 96 میں 16 لاکھ ہو گئی، 97 میں 30 لاکھ ہو گئی، 98 میں 50 لاکھ ہوئیں، 99 میں 1 کروڑ ہوئیں، 2000 میں 2 کروڑ ہوئیں، 2001 میں 4 کروڑ ہوئیں، پھر 2002 میں 8 کروڑ ہوئیں، تو بالکل یہ اور 2003 میں 20 کروڑ ہو گئی تھی، مرزا طاہر صاحب مرنے سے پہلے کہہ کے گئے۔ ہاں جی، تو یہ بالکل ایسے ہی سچ ہے جس طرح آپ پڑھ رہے ہیں نا، یہ بالکل صحیح کہہ رہے ہیں بھائی، جو وہ کہتے ہیں۔ آپ نے حضرت قاسم نانوتوی صاحب کو بھول گئے آپ۔ ہاں مولانا قاسم نانوتوی یاد آیا، مولانا قاسم نانوتوی اجرائے نبوت کے اور وفات مسیح کے قائل تھے، تو کوئی بھی امت میں ایسا ہے ہی نہیں، یہ تو مولویوں نے کل عقیدہ بنا دیا ہے وفات مسیح کا، یہ سارے وفات مسیح کے قائل تھے۔ دسو توبہ یا اللہ توبہ۔ یہ پچھلے سال کی بات ہے کہ ڈاکٹر احمد دیدات کے بارے میں میر لطیف نے یہاں پر دن دہاڑے جھوٹ بول دیا اور کہہ دیا کہ ڈاکٹر احمد دیدات کا وہی عقیدہ تھا جو مرزا صاحب کا عقیدہ تھا، کہ عیسیٰ علیہ السلام کو صلیب پر چڑھایا گیا اور پھر وہاں سے ان کو زندہ اتار لیا گیا۔ کذب سری جس کو کہتے ہیں نا، وہ اس نے کیا۔
हमने वीडियो बनाई कि लो भाई ये 500 यूरो नगद आपको इनाम दिया जाएगा। मीर लतीफ़ साहब, आप डॉक्टर अहमद दिदात का ये कीदा साबित करें जो आपने फरमाया है। मैसेज आया जी, ठीक है जी मैं साबित करूंगा, आप वो जर्मनी में फलां बंदे के पास 500 यूरो जमा करा दो, हमारा रिश्तेदार। मैंने कहा चलो जी वो भी हो गया। उस बंदे का मैसेज मुझे भी आ गया, मीर लतीफ़ साहब को भी आ गया, अभी भी मैं प्ले करके सुना सकता हूँ। उन्होंने कहा मीर साहब आमर का 500 यूरो मेरे पास पहुंच गया। वो इनकी जमात का बंदा है। उन्होंने कहा मीर साहब आमर का 500 यूरो पहुंच गया, अब हवाला देने वाली गल करो। वो दिन और आज का दिन है, आज तक हवाला नहीं पेश कर सके। भाई इन लोगों को झूठ बोलते हुए शर्म आती नहीं है। वो एक मरासी था यहाँ पर, मैंने देखा, वैसे वो भी चलो बंदे ही हैं हमारा, कोई मेरा हूटिंग करना मतलब नहीं है। वो यहाँ पे ना समंदर के किनारे वो जो नहीं होते छाप छल्ले बेचते थे और इस तरह के फूल शूल बेचते थे। तो वो कहता है कि मैंने अपने उस्ताद से एक ही बात सीखी थी। मैंने कहा कौन सी? थक नहीं थे, अक नहीं थे, झक नहीं, ये 3 काम नहीं करने। थकना नहीं, अकना नहीं तो चकना नहीं। ये मिर्जाइयत का ये मिर्जाइयत का मिर्जाइया ने वो गल सुन ली है मेरे। हाँ जी, मिर्जाइया भी वो सुने हैं कि थकना नहीं, अकना नहीं तो चकना नहीं, बेशर्मों की तरह झूठ बोल देना है, उसके बाद जो होगा देखा जाएगा। दिन दिहाड़े हमारे सामने बैठ के वो एक इनका मुरब्बी है, उसने कह दिया, मैंने कह दिया मिर्जा साहब ने कहा है कुरान करीम अल्लाह का कलाम और मेरे मुंह की बातें। कहता वो तो तबात की गलती है, वहां खुद लिखा हुआ मिर्जा साहब ने। मैंने कहा क्या? कहता तबात की गलती है, उधर ही लिखा हुआ है। मैंने कहा लो जी 1000 यूरो सैनी साहब इस बंदे को मैं इनाम दूंगा, ये तबात की गलती का सिर्फ लफ्ज लिखा हुआ दिखा दे, भले वो हो या ना हो, लिखा हुआ दिखा दे, वहां लिखा हुआ तबात की गलती है। कहता कल आके दूंगा। अभी तक उस बंदे का नाम पड़ा हुआ तबात की गलती। बिकरुन व सैयबुन में तबात की गलती उसने बता दी। एक बात आपको आमिर नजीर भी बताऊं, जरा लेटेस्ट इन्फॉर्मेशन आपको एक और दे दूं। लेटेस्ट इन्फॉर्मेशन ये है कि वमा अल्लमनाहु शिअरा वमा यंबगीला, इसका तर्जुमे के अंदर जो ये हु की ज़मीर है वो अरबों की तरफ है, ना कि रसूलुल्लाह की तरफ। ये है जी मरज़इयों के हालात। ये परसों की बात है जी, इनके बड़े बड़े चैंपियन डॉक्टर ज़िक्रिया साहब ने वहां पर साफ मुकर गया कि यहाँ पर जो मतलब मैं वो जूनागढ़ी साहब का तर्जुमा पढ़ रहा था, कहते हैं पैगंबर का लफ्ज दिखाओ आयत के अंदर। मैंने कहा यहाँ पे जो हु की ज़मीर है किसके ऊपर है? नहीं पैगंबर का लफ्ज दिखाओ। और जो तफसीर सगीर कट के मुंह ते रखी है तो उदो चीका निकल गई ना सारे दी। अंदाजा लाओ यार। डॉक्टर ज़िक्रिया ने अगर ये बात कही है तो आपको पहले चाहिए था पूछ लेते भी, ये जो ईरानी किरात है उसके अंदर आप ये मानी बयान कर रहे हैं या जो हमारा अरबी किरात है उसके अंदर? एक बंदे ने पूछा भाई आपके खलीफा को कुरान नहीं पढ़ना आता? कहता है वो ईरानी किरात करते हैं तो लोगों को समझ नहीं आती। अब लगाओ ते बाकी ਤੁਹਾਡਾ ਟੋਟਾ ਕੱਟ ਗਿਆ ਜਿੱਥੇ ਤੁਸੀਂ ਸਾਰੇ ਉਲਮਾ ਦੇ ਨਾਂ ਲਏ ਨੇ ਨਾ, ਕਿ ਵੀ ਵਫਾਤੇ ਮਸੀਹ ਦੇ ਕਾਇਲ ਸਨ, ਤੇ ਉਹ ਤੁਹਾਡਾ ਟੋਟਾ ਕੱਟ ਚੁੱਕਿਆ ਹੈ। ਤੇ ਉਹ ਕੱਲ ਨੂੰ ਇਹ ਦਲੀਲ ਬਣ ਜਾਏਗੀ ਕਿ ਅਲਾਮਾ ਆਮਿਰ ਨਜ਼ੀਰ ਸਾਹਿਬ ਨੇ ਇਹ ਫਰਮਾਇਆ ਸੀ ਅੱਜ ਤੋਂ 100 ਸਾਲ ਪਹਿਲੇ ਇੱਕ ਟਿਕਟੌਕ ਦੀ ਬਰਾਡ ਤੇ ਉਹਨਾਂ ਨੇ ਕਿਹਾ ਸੀ ਕਿ ਜੀ ਜਲਾਲੁਦੀਨ ਸਯੂਤੀ ਰਹਿਮਤੁल्लाह ਅਲੈਹ ਤੇ ਬਾਕੀ ਸਾਰੇ ਜਣ ਵਫਾਤੇ ਮਸੀਹ ਦੇ ਕਾਇਲ ਸਨ। ਕਿਤਾਬਾਂ ਬਾਅਦ ਚ ਬਦਲ ਦਿੱਤੀਆਂ ਇਹਨਾਂ ਨੇ ਅਲਾਮਾ ਸਾਹਿਬ ਦੇ ਕਹਿਣ ਤੋਂ ਬਾਅਦ। वफात मसीह और अजराए नबूवत आमिर नज़ीर ने खुद साबित की है। ਤੇ ਮਨਾਜ਼ਰੇ ਚ ਹੁਣ ਧਿਆਨ ਨਾਲ ਉਹਨਾਂ ਨੇ ਕਿ ਤੁਹਾਡਾ ਕਲਿੱਪ ਚਲਾ ਦੇਣਾ। ਲੋ ਫੜੋ ਤੁਸੀਂ ਤੇ ਕਹਿੰਦੇ भाई वो 100 साल की जरूरत नहीं है, ये चंद दिनों में देख लेंगे। वो टोटा टोटे बाज कौम है, ये टोटे इकट्ठे कर टोटे बाज कौम है, ऐसी को खबीस कौम पाई गई है। मेरे एक दोस्त है, उनके कपड़े की दुकान थी, तो वो जो थान में से बच जाता था ना मीटर आधा मीटर, तो वो एक डब्बा रख देते थे टोटे। तो खवातीन आती थी कहते थे टोटे हैं, तो वो डब्बा पहन पे है तो उसको चुक लो, इन फ्री में ले जाती थी। ये हाल है इनका, ये भी टोटे इकट्ठे करते हैं बाजारों में जाके। आप नाइट राइडर भाई अंदाजा लगाएं सूरह यासीन की आयत वमा अल्लमनाहु शेरा वमा यंबगीला, उसके अंदर कहते हैं ये तो मतलब जो है वो रसूलुल्लाह के बारे में आयत है ही नहीं। दिखाओ कहाँ है पैगंबर का लफ्ज, अंदाजा लगाओ इन लोगों का। खलीफा भाई ये पता नहीं कुरान करीम को रसूलुल्लाह सल्लल्लाहु अलैहि वसल्लम पर नाजिल हुआ कैसे मान लेते हैं? नहीं मानते, नहीं मानते, कहते कुरान दोबारा नाजिल हुआ, दोबारा नाजिल हुआ। हाँ मानते इस बात को। किधर गए आमिर नजीर भाई?
سے مصروف تھے میرا خیال. السلام علیکم ورحمۃ اللہ وبرکاتہ. وعلیکم السلام ورحمۃ اللہ وبرکاتہ. تھلے بیٹھے ہیں ڈاکٹر ذکریہ صاحب نے کل اللہ کا شکر ہے بھائی, آپ بتائیں. اچھا باجی ایک منٹ کرو. اچھا میں نے وہاں پر کہہ دیا, میں نے کہا $1,00,000 انعام رکھتا ہوں اگر یہاں پر مراد رسول اللہ نہ ہوئے. کہتا ہے مجھے دکھاؤ کدھر ہے, $1,00,000 دکھاؤ مجھے. اب یہ دیکھیں نا خلیفہ بھائی, یہ جو کالے یہودی ہیں جن کو یہ اپنے آپ کو قرآنسٹ کہتے ہیں, وہ بھی تو یہی کہتے ہیں کہ یہ قرآن رسول اللہ صلی اللہ علیہ وسلم پر اترا ہی نہیں, ان کے ہے ہی نہیں, شخصیت ہی نہیں مانتے. وہ تو کہتے ہیں بس ایک رسول تو ہے ہی, آپ کے اندر جو پیغام ہے اس کا نام ہے. تو جو وہ یہ شیخ قذاب جو ہے وہ بھی, تو یہ تو آہستہ آہستہ مطلب کسی نے یہ بات کی ہے کہ قادیانیت الہاد کی ماں ہے, وہ تو یہ ثابت کر رہے ہیں نا. خلیفہ وقت بھائی, وہ آپ ادھر موجود تھے جب شاہ صاحب وہ ان کے بارے میں بات کر رہے تھے, وہ تیوانا نام کے ان آدمی کے بارے میں, تو آپ نے سنا کہ کیا بات ہوئی تھی؟ میں کدھر اس کی طاہر کی براڈ کی بات کر رہی ہوں؟ نہیں, اسی براڈ پہ وہ تیوانا نامی ایک آدمی آیا تھا نا, تو شاہ صاحب وہ پوچھ رہے تھے کہ ان کو کوئی جانتا ہے, تو اچھا تو اس کے بارے میں کیا بات ہو رہی تھی؟ پتہ نہیں میری بہن, میں نے پوری بات نہیں سنی, میں ایسے ہی کوئی مبالغہ کر دوں. پوری بات میں وہ سسٹر ایک تو انہوں نے مجھ سے سوال پوچھا تھا جی ایک تو, اور میں نے پھر وہی بتایا کہ 5 وہ آپ کا میں نے جواب سنا تھا. جی میری ٹویٹر سے واقفیت ہے, لیکن پرسنلی کبھی بھی کسی سے دیکھیں, میرا تو سوشل میڈیا پہ یہ اسٹائل ہے, پرسنلی لوگوں سے واقفیت نہیں ہوتی. یہ بلکہ یہ وہ شخص ہے واحد, کہ واحد سے مراد یہ ہے کہ پرانے ترین لوگوں میں میرا واقف, کہ جس کا واٹس ایپ یا فون نمبر بھی میرے پاس کبھی نہیں رہا. اور یہ بات میں ریکارڈ پہ آج بات یہ کہہ دوں, پہلے بھی 1-2 دفعہ میں نے یہ بات کہی ہے ٹویٹر پہ بھی, میرا نہیں خیال کہ میں نے کبھی کسی سے واٹس ایپ نمبر مانگا ہے پہلے, کبھی بھی میرا نہیں خیال. یہ واحد بندہ ہے جس سے میں نے آج سے کچھ سال پہلے واٹس ایپ نمبر خود مانگا تھا, فون نمبر یا واٹس ایپ نمبر, اور اس کی وجوہات تھیں کہ اس وقت ٹویٹر کے اوپر بہت بڑے جھگڑے چل رہے تھے, بہت زیادہ فساد پھیلا ہوا تھا. ماشاءاللہ راجہ طاہر منان صاحب اس وقت سربراہی فرما رہے تھے, وہ جو ہمارے خلاف چل رہا تھا وہ ادھر سسٹم, فیمنسٹیں اور ملحد اور سارے کفار اور دشمنان اسلام مل کے یلغار ہوئی تھی. تو اس دور میں نے اس سے نمبر مانگا تھا, اور اس نے فلیٹلی ریفیوز کر دیا تھا اور کہا کہ میں سوشل میڈیا پہ نمبر نہیں دیتا, وچ از اوکے, وچ از فائن ود می. لیکن اس کے بعد سے آج جو واقعات رونما ہوئے ہیں, کیونکہ آج سسٹر ان سے پوچھا گیا تھا ٹوانا صاحب سے کہ آپ کا ختم نبوت کے اوپر عقیدہ, اس ضمن میں اشار فیوٹر نے حدیث 42-52 میرا خیال ہے سنن ابو داؤد کی, وہ پڑھ کے اس کی روشنی میں سوال پوچھا تھا کہ ختم اس مطلب کہ نبوت کے کسی بھی دعوے دار کو کیا تم اس کے اوپر وہی بھیجتے ہو جو حدیث کے مصداق ہے اور اس کو دائرہ اسلام سے خارج سمجھتے ہو, اور جو اس کے ماننے والے ہیں ان کو دائرہ اسلام سے خارج. تو اس نے یہ کہا کہ وہ دائرہ اسلام سے خارج اس کا کام نہیں ہے کسی کو خارج کرنا. پھر میں نے ٹیک اوور کیا, میں نے پوچھا کہ جو حدیث کا بیان ہے, کیونکہ سچی حدیث ہے اور پاکستان کے قانون میں بھی آئینی ترمیم ہے دوسری, اور ایز اے مسلمان بھی میں تمہارے پرانے واقف کی حیثیت سے بھی اپنی تسلی کے لیے سوال کر رہا ہوں کہ کیا تم مرزا غلام محمد قادیانی کو دائرہ اسلام سے خارج سمجھتے ہو, جو نبوت کے دعوے دار کو, جھوٹی نبوت کے دعوے. اس کے اوپر اس نے کیٹیگوریکلی کہا کہ وہ بالکل نہیں اس کے اوپر تکفیر کرتا, کیونکہ یہ اس کا کام نہیں ہے تکفیر کرتا. سو اس سے ثابت ہوا کہ امت مسلمہ کا جو عقیدہ کسی جھوٹے نبوت کے دعوے دار کے لیے ہے کہ وہ صریحاً کافر ہے اور اسلام سے باہر ہے, وہ اس کا عقیدہ نہیں ہے. یہ بات اس سے کیٹیگوریکلی بالکل لے آؤٹ ہوگی آج. اور یہ میرے لیے چونکہ پہلی دفعہ یہ جاننا تھا, میں بہت سرپرائز ہوں کہ, اور پھر مسلمہ کذاب کے اوپر بھی سوال پوچھا گیا اس سے کہ اس کے ضمن میں اس کا کیا عقیدہ ہے, کہ اس کو کیوں قتل کیا گیا, کہ وہ جھوٹا نبوت کا دعوے دار تھا. تو اس کے اوپر بھی اس نے قادیانیوں کا ایگزیکٹ فوٹو کاپی جو عقیدہ ہے وہ بیان کیا. اس نے کہا کہ ان کو مسلمہ کذاب کو
نبوت کے دعوے دار کی وجہ سے نہیں بلکہ زکوٰۃ نہ دینے پر اس کے ساتھ جنگ کی گئی اور اس میں وہ مارا گیا. سو یہ سارے وہ عقائد ہیں جو کہ پیور قادیانی لائن کے عقائد ہیں. تو اس سے آبویسلی مجھے اس کے بارے میں جو آج جانکاری ہوئی ہے جو کہ ٹویٹر کے لوگ آبویسلی نہیں جانتے کہ اس کے ختم نبوت کے اوپر جو عقائد ہیں وہ 100% قادیانیوں کے ساتھ الائنڈ ہے اور وہ امت مسلمہ کے عقائد بالکل نہیں ہیں. سو اس لیے میری نظر میں وہ بالکل میں اس کو بالکل نہیں مانتا کہ وہ میری طرح کا وہ مسلمان ہے جو کہ ہم کلیئر ہیں ختم نبوت کے اوپر ہم ایمان رکھتے ہیں ہر لحاظ سے. تو یہ بڑا افسوسناک آج ڈسکلوجر ہے جو ہوا ہے. آئی اسٹل کین ناٹ بلیو. واقعی مجھے یقین نہیں آ رہا کہ ایک شخص جو 5-7 سال سے بڑے قریبی انٹریکشن میں رہا ہے میرے, ایسے سمجھ لیں کہ یہ میری جو براڈ ہے ادھر سپیس کہتے ہیں اس کو ٹویٹر پہ, نیچے آ کے گھنٹوں کے حساب سے یہ بیٹھا رہتا تھا, اور گھنٹوں سے مراد یہ ہے کہ 10-10 12-12 گھنٹے. تو پھر اس کی بات کر رہے ہیں آپ بڑائچ صاحب؟ یہ ٹوانا صاحب کی بات کر رہا ہوں. ایک نیا شاہکار جو تھوڑے دنوں سے نمودار ہونا سٹارٹ ہوا ہے. 10-12 گھنٹے میری براڈ میں نیچے لسنر موڈ میں بیٹھا رہتا تھا. پھر میری عادت ہے میں لوگوں کو رینڈملی مائک ڈراپ کرتا رہتا تھا ادھر. تو یہ کبھی کبھار مائک پہ آ کے اس نے بولنا شروع کیا, پھر اس نے اچھا بولنا شروع کیا, پھر اس نے یہ کام شروع کیا کہ یہ میری براڈ سے یعنی سپیس سے نکل کر دوسری سپیسز میں چلا جاتا تھا اور میری یہ پیروڈی کرتا تھا دوسری سپیسز کے اوپر, اور لوگ آ کے دوسری سپیسز سے میرے ساتھ گلا شکوہ کرتے تھے کہ یہ بندہ تم اس کو بڑی عزت دیتے ہو اور اس کو رسپیکٹفلی تم مطلب مائک دیتے ہو, پینل پہ بھی ہوتا ہے بعض اوقات, اور یہ جا کے دوسری براڈز کے اوپر تمہارا تمسخر اڑاتا ہے. تو میں کہتا تھا کہ نہیں اس کو کہ فریڈم آف سپیچ اس کو حق حاصل ہے, وہ پیروڈی کرتا ہے, مذاق کرتا ہے, مزاحیہ آدمی ہے, کامیڈی کرتا ہے, اٹس اوکے. لیکن خلیفہ وقت صاحب آپ سن رہے ہیں اس بات کو توجہ سے؟ جی میں سن رہا ہوں بڑائچ صاحب. اب میں سوچنے پر مجبور ہوں کہ کہیں یہ اس پیروڈی میں واقعتاً مجھے انڈرمائن تو نہیں کر رہا تھا, کیونکہ میرے بہت درد مند لوگوں نے, ایک کینیڈا سے ریحان صاحب نام ہے ان کا, انہوں نے ایک دن میرے ساتھ پرائیویٹ سیشن کیا. کلب ہاؤس ایک ایپ ہے یہ ٹویٹر کی وہ اور ٹک ٹاک کی کمپیٹیٹر, اور بڑا اچھا پلیٹ فارم ہے اسی فورمز کو ہوسٹ کرنے والا. وہاں پہ پرائیویٹ روم بھی آپ کریٹ کر کے میٹنگ کر سکتے ہیں جہاں پہ کوئی اور بندہ انٹر نہیں ہو سکتا. تو انہوں نے ریحان صاحب نے مجھے وہاں پہ کلب ہاؤس پہ بلایا پرائیویٹ روم میں. انہوں نے 2-2.5 گھنٹے میری مغز ماری کی. انہوں نے کہا کہ بڑائی صاحب آپ کو سمجھ نہیں آتی, آپ بھلے مانس آدمی ہیں, یہ بندہ آپ کا مذاق اڑا رہا ہے, یہ کسی ایجنڈے کے اوپر ہے. ہم جو یہاں پہ اسلام کا نیریٹو چلاتے ہیں اپنی سپیس میں, یہ دوسری جگہوں پہ جا کے اس کو پیروڈی میں اڑاتا ہے, اور آپ اس کے اوپر کوئی ایکشن نہیں لیتے. آپ اس کے اوپر ٹرسٹ کرتے ہیں کہ یار کوئی نہیں, یہ چلو مزاحیہ آدمی ہے, کوئی نہیں, فن کرتا ہے, اٹس اوکے. آج پہلے دن خلیفہ وقت صاحب میرے ذہن میں خیال آ رہا ہے کہ یہ کیوں ایسا پیروڈی کا اس نے وہ چلایا ہوا تھا, اور وائی somebody would do that. تو کوڈ بھی کہ یہ اس طرح سے اندر سے یہ اسلام کے نیریٹو کو ہٹ کر رہا تھا, کیونکہ وہاں پہ جیسے یہاں پہ اس وقت آپ لوگ بیٹھے ہیں, نائٹ رائڈر صاحب ہیں, سید ظفر اللہ شاہ صاحب تھے, احمد نذیر بھائی تھے, آپ ہیں, اسی طرح اور بھی دیگر لوگ پیورلی جو اسکالرز ہیں اسلام کے. اسی طرح میرے ساتھ پینل ہوتا تھا وہاں پہ ٹویٹر پہ بھی ریگولر لوگ, اور واٹس ایپ کے اوپر میرے ساتھ اویلیبل ہوتے تھے. وہاں پہ میری پریکٹس یہ تھی کہ میں کسی کو قرآن و حدیث بیان کرنے کی اجازت نہیں دیتا تھا. جیسے آپ یہاں نا کہ کوئی بھی جو مائک پہ بندہ بیٹھا ہے وہ شروع ہو جائے جناب قرآن اور حدیث پڑھ کے, نو آئی وونٹ الاؤ دیٹ. یہ صرف علماء کے لیے میں نے رکھا ہوا تھا کہ وہ صرف بیان کریں گے قرآن و حدیث کا, تاکہ کھلواڑ نہ کی جائے. عام جو مسلمان ہے جس کی کوالیفیکیشن نہیں ہے وہ ہمیں آ کے اپنے پاس سے بنا کے اسٹوریاں نہ بتائے قرآن و حدیث کے اوپر. تو میں واٹس ایپ پہ اگر کوئی نہیں تھا ہوتا ایسے بھی, تو واٹس ایپ پہ کال کر کے میں 24 آورلی لوگوں کو, علماء کو, مطلب بہت بڑے بڑے مفتیان اور علماء, انہیں میں بلا لیتا تھا. تو یہ ٹوانا صاحب اس ماحول سے یہ بندہ آ رہا ہے پیچھے, جو میرا اس کے ساتھ انٹریکشن ہے. آبویسلی طاہر کا بھی, طاہر کا ذرا مائنر لیول کا ہے, اس کا بہت زیادہ ہے. تو آج جو ڈسکلوز ہوا ہے یہ واقعی انبلیویبل ہے میرے لیے. ابھی بھی میں یقین نہیں آتا کہ ایک بندہ, آپ اسے اتنے سالوں سے جانتے ہیں اور اس کے ختم نبوت کے عقائد سے میں صریحاً واقف ہی نہیں تھا.
حالانکہ ٹی ایل پی والوں نے اس کے سامنے سارا کچھ وہاں پہ میرے ساتھ، اور خلیفہ بھگت صاحب میں نے پچھلی براڈ پہ رات کو یہ ڈسکلیمر دیا تھا کہ راجہ عطاء المنان صاحب کے ساتھ میرا شروع میں جب ٹویٹر کے اوپر انٹریکشن شروع ہوا تو ٹی ایل پی کے ساتھ میرا پہلا کلیش ہوا، جس کے اوپر انہوں نے میرے اوپر فتویٰ لگایا کہ میں نے راجہ عطاء المنان صاحب کا تعارف کروایا کہ یہ راجہ صاحب جو ہیں یہ احمدی مسلم ہیں، تو ٹی ایل پی والوں نے مجھے پکڑ لیا کہ ہاؤ دا ہیل کین یو کال احمدی اے مسلم، دے آر ناٹ احمدی مسلم، یہ تو مرزائی ہیں، قادیانی ہیں، تم ان کافروں کو تم احمدی مسلم کہہ رہے ہو۔ یعنی ظاہر ہے میری انوسینس تھی اس وقت یا اس زمانے میں کہ اتنا وہ اسٹرکٹ لائن اس طرح سے آپ جانتے نہیں ہوگے نا، ایبسولوٹلی صاحب جانتے نہیں ہوں گے آپ، جی بالکل بالکل، یہ سارے حالات، اور انہوں نے میرے اوپر فتویٰ لگا دیا، ٹی ایل پی والوں نے میرے اوپر انہوں نے براڈ لگانی شروع کر دی، اسپیسز مطلب، اور انہوں نے مجھے جناب بلایا اور وہ بہت بڑا معاملہ، بہت بڑے لیول پہ، یعنی ٹی ایل پی کی جو لوگ آتے تھے میرے پاس ٹی ایل پی کے، وہ میں ٹی ایل پی کی شورا لیول کی بات کر رہا ہوں، یعنی ون سٹیپ بلو سعد رضوی، یہ اس لیول کے لوگوں کی میں جو میرے ساتھ ان کی جو میڈیا سیل تھا سوشل میڈیا کا، اس کو کھڑا کرنے میں نے ڈائریکٹلی رول پلے کیا، لوگوں کو ٹرین کیا، لوگوں کو سارا میں نے گائیڈ کیا، اور ان کی ساری جو ٹیم تھی مطلب وہ وہاں پہ سمجھ لیں کہ ٹی ایل پی کی جو سوشل میڈیا ورکنگ تھی اس میں 95% کے قریب میری اس میں آپریشنل ہاتھ تھا، کہ وہ میرے پاس آتے تھے، میں ان کو وہاں سے میں نے ان کو ٹرین وغیرہ کیا، کھڑا کیا، اور اس کا میڈیا سیل میں یہ جو سوشل میڈیا ٹویٹر کا سائٹ، تو انہوں نے جناب اس لیول پہ جا کے میرے خلاف ایکشن لیا۔ پھر مجھے آبویسلی میں نے اپنے عقائد کی وہ تصحیح کی، اور پھر بلکہ سارا کچھ انہوں نے مجھے کہا کہ بھائی تم یہ جو حدیث ہے اس کے مصداق تم مرزا صاحب کو تم کہو کہ یہ جو حدیث کے مصداق ہے، دین آئی آبویسلی سیڈ اٹ، اور پھر اپنے عقیدے کا اظہار، اور اس لیول پہ کہ کلمہ شہادت تک مطلب پڑھ کے میں نے ان کو تسلی دی کہ بھائی میں اس طرح سے ختم نبوت مانا۔ یہ ساری سٹوری اس لیے میں بتا رہا ہوں کہ یہ سارے واقعات ادھر ہوتے رہے ہیں، اور یہ ٹوانا صاحب ساری ایک ایک چیز کے یہ عینی شاہد ہے، تو اس لیے یہ چھوٹی سی بات نہیں ہے کہ آپ قادیانی عقائد کے اوپر آپ اس لیول کی رکھیں۔ دیکھیں میری جو یہاں پہ درود و سلام کا جو میرا ایشو یہاں پہ کھڑا ہوا تھا، اس میں میرے عقائد کا کبھی کوئی دخل نہیں رہا، عقیدے کے اوپر میرا کبھی کوئی اشکال نہیں ہے، آئی ایم ویری کلیئر آن دیٹ کہ ختم نبوت ہے اور اس میں ہمارا عقیدہ یہ ہے، دیٹس آل۔ لیکن یہ جو بندہ کر کے گیا ہے اٹس جسٹ بیانڈ مائی کمپریہنشن۔ دیکھیں میں نے نا اس بندے کو 2 بار نوٹ کیا طاہر کی براڈ کے اوپر، اور یہ جو ہے نا یہ نئی بات نہیں ہے، یہ بہت پرانی بات ہے، اس طرح کہ آپ لوگوں کو شاید یاد بھی ہوگا کہ کچھ عرصہ پہلے نادر اور طلت نے بھی اپنی براڈ پہ ایک خاتون جو ہے نا اہل سنت جماعت کی پریزنٹ کر کے تو ادھر بٹھائی تھی، اور ادھر بٹھا کے وہ کہتی تھی کہ جی یہ تو بہت اچھے لوگ ہیں، یہ تو میرے ہمسائے ہیں، یہ تو اتنے اچھے ہیں، ان کا اخلاق اتنا اچھا ہے، یہ ایسے ہیں، یہ ایسے ہیں، کیونکہ یہ جو قادیانیت کے اندر سے لوگ ہیں نا، جیسے میں ایکس قادیانی ہوں، تو مجھے پتا ہے کہ یہ لوگ جو ہیں سوشل میڈیا کے اندر اپنے بندوں کو بھیجتے ہیں، ٹھیک ہے، تو اس کی وجہ سے۔ پر جو میں نے اس کو نوٹس کیا نا وہ اس طرح کیا ہے کہ یہ طاہر کی براڈ پہ بیٹھا ہوا تھا اور 2 لوگ، اور اس کا تعارف یہ کروایا جا رہا تھا کہ یہ تو مسلمان ہیں، ٹھیک ہے، اور اس کے بعد کیا ہوا کہ پہلے میں جب طاہر کی براڈ کے اوپر گئی تو میرے ساتھ میں ایک بڑے اچھے طریقے سے بات کر رہی تھی کہ راجہ عطاء المنان صاحب نے مجھے ادھر سے اتار دیا، ٹھیک ہے، اور پھر وہ کہتے ہیں کہ میں چائے کا کپ پی رہا تھا اور اچانک مجھے ایسا، جیسے کہ ان کو تو ڈائریکٹ سب کچھ پتہ چل جاتا ہے نا، تو اچانک مجھے ایسا پتہ چلا کہ مجھے ٹک ٹاک آن کرنا چاہیے اور مجھے ٹک ٹاک ضرور دیکھنا چاہیے کہ کیا ہو رہا ہے، اور جیسے ہی جو ہے نا وہ میں نے آن کیا تو دیکھیں جی یہ اس طرح تھی، میں بات کر رہی تھی، انہوں نے مجھے آتے ساتھ اتار دیا، ٹھیک ہے، تو پھر ادھر اس انسان نے جو ہے وہ میری نیچے وہ عثمان بھائی کہہ رہے ہیں کہ ٹھیک ہے میں نہیں کرتی اس کو، ویسے بات صحیح ہے کہ اس کو اتنی امپورٹنس نہیں دینی چاہیے، لیکن صرف فرق یہ پڑتا ہے کہ ادھر میری انسلٹ پہ، پھر اس کے بعد ایک سحر تارر سسٹر تھی ان کی، اور پھر ایک موسیٰ بھائی جو ہیں جو ایکس قادیانی ہیں، ٹھیک ہے، ان کو بھی اتارا گیا، تو اس نے بڑا ان
उनका साथ दिया। और जो सबसे बुरा जुमला जो मुझे लगा वो ये कहा कि कहते हैं जी कि मैं तो इतना इम्प्रेस हो गया हूँ आप लोगों के अखलाक के साथ कि बस मैं तो इमोशनली अटैच्ड हो गया हूँ, और इतनी तारीफ़ें और इतनी तारीफ़ें। और ये 2-3 मैंने ये रेगुलर ये चीज़ देखी है इनकी, इसकी ब्रॉड के ऊपर ही वो बैठता है। तो मेरा हिसाब से उसको इतनी इम्पोर्टेंस जैसे वो चिकन भाई कह रहे हैं कि नहीं देनी चाहिए, लेकिन ये मेरा जहाँ तक तजर्बा इतना कम है आप सब भाइयों से, लेकिन इतना मैं ज़रूर बता देती हूँ कि ये एक ऐसा ही वो शाहकार है जैसे कि नादिर और तलत ने अपनी ब्रॉड पे बैठाया था कुछ अरसा पहले एक खातून को, जो कि वो प्रेजेंट करती थी अहले सुन्नत अपने आप को, और फिर आजकल उनका नाम जो है एंजल के नाम से उनकी आईडी है जी। तो बाकी आप लोग बात करें, जारी रखें। अच्छा तो हमें बस एहतियात रखनी अच्छा चाहिए। वो एंजल जिसके ऊपर नाउज़ुबिल्लाह कुरान नाज़िल होता है। हाँ जी मेरा ना इसके ऊपर टेक थोड़ा सा जी जी थोड़ा बताएं। सा मेरा टेक है अभी तक का वो ये है कि मुझे जो फील है वो ये फीलिंग है, अब ये मतलब ये मेरा ओपिनियन है, ठीक है। और वो ये है कि जैसे बुरा मत मानिएगा, जिस तरह ताहिर के अंदर एक डुअल फेस पाया जाता है ना, जो कि हम पहले भी आइडेंटिफाई हमने किया हुआ, लेकिन अभी रिसेंटली बहुत ज़्यादा हो गया। मुझे लगता है टिवाना साहब जो है ना वो भी अटेंशन सीकर है बेसिकली। वो चाहते हैं कि बस मुझे तवज्जो मिले, मैं सेंटर ऑफ द स्टेज बनूं। ये कुछ लोगों में इस तरह का कीड़ा होता है, ये मैंने नोट किया है। तो कई दफ़ा वो क्या है कि वो जानबूझ के कंट्रोवर्शियल चीज़ों को मतलब छेड़ देते हैं जिनका उसको इल्म नहीं होता। लेकिन अभी देखें जब उनको मतलब सारी बातें उनसे की गई हैं तो हयात मसीह को तो वो मान रहा था यहाँ पे बैठा हुआ। तो वो मतलब मुझे तो नहीं लगता कि ये ठीक रहेगा कि अगर उसको हम लेबल कर दें कि ये बंदा जो है वो छुपा हुआ है, या मतलब इस तरह से बात है। तो मेरा ये टेक है इसके ऊपर, आप क्या कहते हैं इस पे? खलीफा वक़्त भाई, आपकी पहले तो मैं ये कहूँगी जो बुत चिकन भाई फरमा रहे हैं वो बिल्कुल ठीक है कि इतनी इम्पोर्टेंस नहीं देनी चाहिए, और आपकी बात भी ठीक है कि कुछ लोग अटेंशन सीकर होते हैं। लेकिन बात सिर्फ इतनी होती है कि ना कि अगर आप अपने आप को कंसिडर कर रहे हैं ना कि आप मुसलमान हैं और आप कह रहे हैं कि आप मुसलमान हैं, लेकिन उसके बाद आप मुसलमानों की बेइज्जती पे जो है ना बड़ा हंस रहे हैं, और फिर आप कह रहे हैं कि नहीं मैं तो वो सिर्फ मजाक कर रहा था। तो लेकिन यू आर सिटिंग ऑन अ रिलीजियस प्लेटफॉर्म, okay, and you're representing you're representing Islam and you're calling yourself Muslim। तो फिर आप ठट्ठा मजाक या इस तरह नहीं कर सकते, वरना ऐसे कई लोग आते हैं, कई लोग चले जाते हैं। जब उसको अटेंशन मिलना बंद हो जाएगी तो ही विल बी फाइन होपफुली, बट जिस तरह का भी एक्ट है उसका थोड़ा सा सस्पिशियस है। बाकी जो है ना इनका जो है वराइच भाई का जो है अफजल वराइच भाई का, इनका माशाल्लाह तजर्बा बहुत ज़्यादा है। बस हमें सिर्फ थोड़ा सा मोहतात रहना चाहिए, बाकी और तो कोई बात नहीं है। जज़ाकल्लाह। अच्छा, इसमें काज़मी साहब आपने जो कहा, आपका एनालिसिस जो है मेरे ख्याल में बिल्कुल एक्यूरेट है, लेकिन रिगार्डलेस के वो अटेंशन सीकर हैं, अगर वो इस्लाम के नैरेटिव को नुकसान पहुंचा रहे हैं और कुछ लोग महज तमाशबीनी में उनके इस सर्कस को देख रहे हैं, तो उससे जो नेगेटिव मैसेजिंग जा रही है और लोगों के ऊपर जो एक ऑब्वियसली हर चीज़ का इम्पैक्ट होता है ना, इंसानी साइकी है, पीपल कम एंड पीपल हियर, और जो सुनते हैं फिर उसका रिबटल जो है स्पोरेडिक रिबटल, वो मेरे ख्याल में बनता है। हमें उसको वैक्यूम नहीं देना चाहिए, हमें इसको एज इट इज़ छोड़ नहीं देना चाहिए। ये मेरी एक बड़ी सोची समझी राय है, इसलिए ये ब्राड लगा के मैंने ज़रूरी समझा था कि इसको थोड़ा सा जी नहीं, वो बिल्कुल सही है, वो बिल्कुल मैं आपके इस बात से एग्री करता हूँ कि इसको लेफ्ट अलोन नहीं करना चाहिए। इन चीज़ों को मतलब फौरन हाईलाइट कर देना चाहिए ताकि ये बात फितना बनने से पहले काबू में आ जाए। बहुत खूबसूरत, माशाल्लाह, बहुत प्यारा आपने कंक्लूड किया। बिल्कुल, तो ये तरीका आपका बिल्कुल ज़बरदस्त है। मैं सिर्फ यहाँ तक बात कह रहा हूँ कि देखें जो मसला है, जो फतवा तकफीर है ना, उसके अंदर जो मुफ्ती है उस पर लाजिम होता है कि अगर एक शख्स की 100 बातों में से 99 अगर इशारा कर रही हो कुफर की तरफ, और एक ऐसी चीज़ हो जो कि इशारा कर रही हो उसके इस्लाम की तरफ, तो मुफ्ती पर यह लाजिम होता है, फतवा देने वाले पर यह लाजिम होता है कि उसने उसकी एक उस चीज़ को लाजिम कंसिडर करना है, ठीक है, अगर वो चीज़ सरीहन असूल दीन के मुखालिफ नहीं है, क्योंकि असूल दीन में से तो एक का इनकार भी सबका इनकार शुमार होता है। लेकिन अगर डाउट की बात है और उसके ऊपर क्यास करना है तो क्यास होता है कतई बात के ऊपर, मतलब अगर आपके पास क्यास करने की गुंजाइश हो
سوال ہے بلیک اینڈ وائٹ میں، آپ نے خود اس کی زبان سے سنا کہ جب اسے سوال کیا گیا ہے نبوت کے ایک جھوٹے دعوے دار کے متعلق، مرزا غلام محمد صاحب قادیانی، ان کے متعلق کیٹاگوریکل نام، اسی طرح میں نے نام لے کے ان سے سوال پوچھا تھا کہ ان کا جھوٹا دعویٰ جو کہ مسلم دنیا مانتی ہے، اس کو آپ اس دعوے کی بنیاد کے اوپر مرزا صاحب کو اور ان کے ماننے والوں کو کیا دائرہ اسلام سے خارج مانتے ہو یا نہیں؟ اس کے اوپر آپ نے اس کا جواب سنا تھا، اس نے کہا کہ وہ کسی کو اسلام سے نکالنے کا جو ہے نا وہ فتویٰ نہیں وہ دے سکتا، اور نہ وہ اس کا بلیف ایسا نہیں ہے کہ اس کا کام نہیں ہے۔ تو اس کو بار بار جب میں نے کہا کہ جب علماء نے اس کے اوپر فتوے دیے ہیں، امت مسلمہ نے کنسنسس اور 74 طریقہ آئین 74 کی سیکنڈ امینڈمنٹ جو پاکستانی کانسٹیٹیوشن میں، یعنی ایک میں تھوڑا سا ریشنل بلڈ کیا اس کے لیے کہ علماء نے ایک پروسیس جو ہے وہ ڈیوائز کیا، ایک کوئی ایسے اب کوئی کسی براڈ یا اسپیس سے اٹھ کے نہیں کہ سوشل میڈیا کے اوپر 5-10 لوگ اکٹھے ہوئے ہیں اور انہوں نے یہ کہنا شروع کر دی۔ اس کے بعد بھی اس کا جواب یہی تھا اور بڑا فرم جواب تھا کہ وہ کسی انٹرپشن آ گئی تھی۔ مطلب یہ، میری آواز آ رہی ہے اب؟ ارے یہ مجھے لگا مطلب یہ کہ اس نے مرزا صاحب کی صریحاً جو ان کو دائرہ اسلام سے خارج ہونے کا اس کا ایمان نہیں ہے اس بات کے اوپر۔ سو اس بات کے اوپر کیا اس نے ایمانیات میں فنڈمنٹلز کی وہ where does he stand on that؟ نائٹ رائڈر صاحب آپ اور میں چاہوں گا کہ نائٹ رائڈر بھائی اس کے اوپر دیں اپنی بات، کیونکہ وہ عالم ہے اور میں کیونکہ عالم نہیں ہوں تو میری اتنی کیپیسٹی نہیں ہے کہ میں اس کو نا مطلب اس طریقے سے ایڈریس کروں، لیکن میں اپنا رائے ضرور دوں گا۔ جی نائٹ رائڈر صاحب جی خلیفہ بھائی رائے دیں اپنی، آپ 1-2 منٹ میں چاہیے، آپ اپنی رائے دیں۔ نہیں دیکھیں، جس طرح سے اس نے فریز کیا تھا نا اس کو، میں سمجھتا ہوں کہ وہ اس نے ڈپلومیٹک فریز کیا تھا، ٹھیک ہے، کہ بھئی میرے پاس حق نہیں ہے کہ میں کسی کو کافر کہوں، ٹھیک ہے، یہ بات میرا خیال ہے اس نے کہی تھی جہاں تک مجھے یاد ہے، لیکن اس نے نہ کلیئر ڈینائل کیا تھا اور نہ کلیئر ایگریمنٹ دیا تھا آپ کو۔ اب آپ کی انکلینیشن ہے اس طرف کہ آپ کو یہ لگا ہے کہ اس نے بیسیکلی اس چیز کے اوپر کہا ہے کہ وہ مسلمان ہیں، حالانکہ مجھے لگتا ہے کہ وہ جو جملہ تھا وہ مبہم رکھا گیا اس کی طرف سے تاکہ وہ اس سائیڈ کو بھی رکھ لے اور اس سائیڈ کو بھی رکھ لے۔ یہ بنیادی وجہ جس کی وجہ سے میں نے کہا ہے کہ وہ بندہ اٹینشن سیکر ہے، صرف اور صرف یہاں پر انتشار پھیلانے کے لیے کوشش کر رہا ہے، کیونکہ میں نے اس کے کریکٹر کو دیکھا ہے، ابھی ریسنٹلی میرے ساتھ واقعہ ہوا ہے، ابھی آج کی بات ہے۔ تو اس بنیاد کے اوپر میں کہتا ہوں کہ باقی نائٹ رائڈر بھائی اس کے اوپر تھوڑی اور روشنی ڈال دیں، لیکن سوال تو یہ ہے نا کہ سوال تو یہ ہے نا کہ نبوت کے ایک جھوٹے دعوے دار کے اوپر اگر ایک بندہ ایمبیگوس رہتا ہے، چاہے جس بھی نیت سے یا مرضی سے اس کی زبان سے جو الفاظ ادا ہو رہے ہیں وہ یہ ہے کہ وہ بلیک اینڈ وائٹ میں سٹینڈ نہیں لے رہا، کہ نہ یہ کہہ رہا ہے کہ وہ صحیح ہے اور نہ یہ کہہ رہا ہے کہ وہ دائرہ اسلام سے باہر ہے، جبکہ ہم جانتے ہیں کہ وہ دائرہ اسلام سے باہر ہے۔ مجھے ریمائنڈ کر دیں ایک دفعہ افضل بڑائچ صاحب، وہ یہ کہ جب آپ نے جو سوال اس سے کیا تھا غالباً وہ مرزا صاحب کے ماننے والوں کے بارے میں کیا تھا، رائٹ؟ نہیں، میں نے سوال اس طرح سے فریم کیا تھا، میں نے کہا تھا کہ مرزا غلام محمد صاحب قادیانی جن کا جھوٹا دعوی نبوت ہے، کیا آپ کے خیال میں وہ خود اور ان کے ماننے والے دائرہ اسلام سے خارج ہیں یا نہیں؟ ہاں، اب یہ دیکھیں یہاں پر جو ہے نا وہ اس کو تھوڑا سا پلے کرنے کا روم ملا تو اس نے کام دکھا دیا اپنا، دیکھ رہے ہیں آپ نے جب 2 سوالوں کو اکٹھے کر دیا نا تو اب وہ پلیز سے کیا لے سکتا ہے؟ دیکھیں ہم میکسیمم اب اس کی فیور کی بات اگر ہم کریں لیٹ سے، ٹھیک ہے، میکسیمم حسن ظن رکھتے ہیں تو وہ اس کو مینیپولیٹ کیسے کر سکتا ہے؟ وہ اس کو مینیپولیٹ ایسے کر سکتا ہے، دیکھیں جی میں نے تو ان کے ماننے والوں کو جب آپ نے پوچھا تو مجھے کوئی حق نہیں ہے، لیکن ہاں مرزا قادیانی کو تو میں کافر سمجھتا ہوں۔ اگر یہ وہ بات کر دے گا تو بات کدھر چلی جائے گی؟ بات پھر مبہم اور ہو جائے گی۔ تو آپ مجھے تھوڑا وقت دیں، میرا خیال ہے کہ باقی نائٹ رائڈر بھائی بات کر لیں، اپنا کیا ان کی رائے ہے وہ دیں۔ یہ مجھے کہیں نہ کہیں نظر آ جائے گا طاہر کے پاس یا کہیں پہ، میں ڈائریکٹ پوائنٹ بلینک پوچھ لوں گا، ہاں بھی بتاؤ مرزا قادیانی کو کیا سمجھتے ہو؟ سیدھی بات ہے۔ نہیں افضل بڑائچ، سوری نائٹ رائڈر بات کر لیں آپ۔ افضل بڑائچ بھائی، آپ نے کہا تھا کہ اسلام میں یہ ہے کہ
جو نبی پاک صلی اللہ علیہ وآلہ وسلم کو خاتم النبیین نہیں مانتا وہ مسلمانوں کی نظر میں کذاب اور دجال ہے، اور مسلمہ کذاب جو ہے وہ دجال اور کذاب ہے۔ صحیح۔ اور آپ کیا مانتے ہو کہ جو نبوت کا دعویٰ کرے وہ کذاب اور دجال ہے کہ نہیں ہے؟ آپ نے اس طرح سوال کیا تھا، تو وہ پھر طویل ہے۔ پھر اگلا سوال آپ نے یہ کیا تھا کہ آپ کی نظر میں مرزا قادیانی جس نے نبوت کا دعویٰ کیا ہے وہ کذاب اور دجال ہے کہ نہیں؟ اس میں پھر اس نے طویلیں پیش کی تھیں اور کہنے لگا کہ میں یہ نہیں کہہ سکتا، یہ وہ جانے اور ان کا کام جانے۔ اس طرح پھر اس نے بات کی تھی۔ رائٹ۔ آپ کا سوال بالکل ٹھیک تھا، آپ نے پہلے اسے مسلمہ کذاب سے لے کے آئے، پھر اس نے حدیث کا بولا کہ کس حدیث میں لکھا ہوا ہے، تو پھر آپ نے بولا کہ کیا جو نبوت کا دعویٰ مرزا قادیانی نے کیا ہے آپ کی نظر میں وہ کذاب اور دجال ہے کہ نہیں ہے، کافر ہے کہ نہیں ہے؟ اس پہ وہ پھر باتیں کرنے لگ گیا۔ اب تو دونوں سوال بالکل اس ترتیب سے آئے تھے اور اس نے جواب نہیں دیا تھا۔ صحیح۔ جی نائٹریڈ سے پلیز۔ جی ماشاء اللہ، جزاک اللہ۔ میں اپنی صرف ذاتی رائے دوں گا کہ اس میں علماء اور مفتیان حضرات جو ہے نا وہ ان کی رائے اور فتویٰ اہمیت رکھتا ہے، لیکن اپنے جو لمیٹڈ نالج کی بنیاد پر پہلی بات تو یہ ہے کہ یہ تو واضح ہے کہ کسی کافر کو کافر نہ ماننا جس کا صریح کفر ہو وہ بھی جو ہے آپ کو کفر کی طرف لے جاتا ہے۔ جو اس چیز کا انکار کرے کہ یہ میں اس کو کافر نہیں مانتا اور صراحتاً اس کا کفر واضح ہے تو اس کو کافر نہ ماننا جو ہے وہ بھی شخص کفر کی طرف لے جائے گا۔ دوسری بات یہ کہ انہوں نے یہ کہا کہ وہ زکوٰۃ کی وجہ سے جنگ ہوئی تھی، انہوں نے مکس کیا ہے۔ مسلمہ کذاب سے جو جنگ تھی وہ زکوٰۃ کی وجہ سے نہیں تھی، وہ اور قبیلے تھے جو رسول اللہ صلی اللہ علیہ وسلم کی وفات کے وصال کے بعد انہوں نے زکوٰۃ دینے سے انکار کر دیا تھا کہ اب ہم زکوٰۃ نہیں دیں گے۔ تو اس سے حضرت ابوبکر صدیق رضی اللہ تعالیٰ عنہ نے ان سے کوشش کی، ان کو قائل کیا کہ یہ ایک اسلامی فرض ہے، آپ کو دینا ہے۔ اور آپ کا ایک بڑا اس پہ جملہ تاریخی ہے کہ جو رسول اللہ صلی اللہ علیہ وسلم کی دور میں ایک اونٹ کی رسی بھی زکوٰۃ میں دیتا تھا، اس پر لاگو ہوتی تھی، تو میں وہ بھی لے کر چھوڑوں گا۔ تو عمر فاروق رضی اللہ تعالیٰ عنہ کی اس میں ان کے ساتھ جو گفتگو ہوئی تھی وہ بھی بڑی تاریخی اور تاریخ کا حصہ ہے ہماری کتب کا، کہ آپ نے فرمایا عرض کی کہ ابوبکر صدیق رضی اللہ عنہ کہ امیر المومنین حضرت ابوبکر صدیق سے عمر فاروق رضی اللہ عنہ نے عرض کی کہ وہ لا الہ الا اللہ محمد رسول اللہ پڑھتے ہیں، ان کے خلاف آپ کیسے جنگ کریں گے؟ تو انہوں نے یہی فرمایا کہ نہیں، میں ان سے جنگ کروں گا، کیونکہ رسول اللہ صلی اللہ علیہ وسلم کے دور میں اگر یہ کوئی ایک رسی بھی اونٹ کی دیتا تھا تو میں اس سے، اور وہ آج نہیں دے گا تو اس کی جو ہے اس سے میں جنگ کروں گا۔ تو وہ مختلف جنگ تھی جو آپ پڑھیں، تبری کو پڑھیں، ابن کثیر رحمۃ اللہ علیہ کو پڑھیں، اور بخاری میں رسول اللہ صلی اللہ علیہ وسلم کی حدیث بھی موجود ہے کہ مسلمہ کذاب کے لیے آپ صلی اللہ علیہ وسلم نے فرمایا انہ کاذب، کہ یہ انہ کذاب، بلکہ الفاظ کاذب نہیں، انہ کذاب، کہ وہ کذاب ہے۔ اور اس کا دعویٰ جو تھا وہ نبوت کا تھا، اور وہ خود زکوٰۃ لینے کا اس نے حکم دے دیا تھا کہ مجھے زکوٰۃ دو۔ وہ مانی زکوٰۃ کیسے تھا؟ یہ دیکھیں نا کتنی کانٹرڈکشن ہے۔ اس نے اپنے قبیلے کے لوگوں کو، بنی حنیفہ جو تھے، ان کو یہ کہنا شروع کیا تھا کہ تم اب زکوٰۃ جو ہے، کیونکہ میں شریک ہوں نبوت میں نعوذ باللہ، تو تم یہ اب زکوٰۃ جو تمہیں بنتی ہے وہ تم نے ادھر نہیں دینی، بلکہ تم نے مجھے دینی ہے۔ زکوٰۃ کا منکر نہیں تھا، بلکہ اس نے اپنی خود لینا شروع کر دی تھی، ان کو یہ قائل کیا تھا کہ آپ مجھے زکوٰۃ دو۔ تو زکوٰۃ جو ہے وہ مسئلہ تھا ہی نہیں، اصل مسئلہ جو تھا اس کا دعوی نبوت تھا۔ اور پھر جب اس کے ساتھ جنگ کی تو یہ بات واضح ہوئی کہ وہ باقاعدہ طور پر بعد میں پتہ چلا تھا، یہ بھی اعتراض اٹھاتے ہیں نہیں جی وہ فساد کرنا چاہ رہا تھا۔ ایک قادیانی ایک اٹھاتے ہیں کہ اس کے سے جو جنگ کی تھی وہ دعوی نبوت کی بنا پر نہیں تھی، اس کو جو قتل کیا گیا تھا دعوی نبوت کی بنا پر نہیں کیا گیا تھا، بلکہ وہ جو ہے سازش کر رہا تھا اور فساد کرنا چاہتا تھا۔ اور فساد جو ہے وہ قتل سے بھی زیادہ شدید گنا جاتا ہے کہ مسلم امہ اور مسلم ریاست میں کوئی فساد کرے تو اس کی سزا بھی قتل ہے۔ تو اس وجہ سے اس سے یہ کیا گیا، لیکن صحابہ کرام کو پتہ نہیں تھا،
اس کی جو اندر سازشیں چل رہی تھیں وہ تیاری کر رہا تھا. جب اس پر حملہ ہوا تب یہ بات واضح ہوئی تھی کہ وہ باقاعدہ صحابہ کرام اور ابو بکر صدیق رضی اللہ عنہ پر کہ باقاعدہ وہ تو تیاری میں مصروف تھا کہ مسلمانوں سے جنگ کے لیے. تو جو اصل میں اس سے جنگ کی وجہ تھی وہ دعوے نبوت ہی تھی. اور چونکہ رسول اللہ صلی اللہ علیہ وسلم کی آخری ایام تھے، آپ کی بیماری بھی تھی، اس وجہ سے آپ صلی اللہ علیہ وسلم نے اس مسئلے پر حکم صادر نہیں کیا. لیکن ابو بکر صدیق رضی اللہ تعالیٰ عنہ نے جو اس کا کلا کما کیا تھا وہ دعوے نبوت کی بنا پر کیا تھا. اب اگر مسیلمہ کذاب کے لیے کوئی شخص مسلمان ہو اور اس کو علم ہو اپنے علم کے بعد کہ اس کا دعوی نبوت تھا اور اس کو کافر نہ کہے تو یہ نشان ہے اس کے اپنے ایمان پر. تو علماء اس کا بہتر فیصلہ فرما سکتے ہیں. لیکن جو آپ نے سوال کیا تھا وہ میں نے سنا تھا، بڑا پریسائز اور صاف آپ کا کوشچن تھا. اچھا، مسیلمہ کذاب کو جو علم رکھنے والے مسلمان ہیں ان کے علاوہ کون اس کو جو ہے یہ نہیں مانتا کہ اس کا دعوے نبوت کی وجہ سے اس کو قتل نہیں کیا گیا تھا یا اس سے جنگ دعوے نبوت کی وجہ سے نہیں کی گئی تھی؟ یہ وہی لوگ ہیں جو خود مدعی نبوت کے پیروکار ہیں. ان کے علاوہ مسلم امہ میجورٹی میں جو عام مطلب مسلمان ہیں جن کو اتنا نالج نہیں ہے، اگر وہ ایسی کوئی بات کر دیں تو اس کا جو ہے کوئی وزن نہیں ہے. لیکن علماء اور اسلامک ائمہ حضرات اور امام تبری، امام ابن کثیر رحمۃ اللہ علیہ جیسے، ان کی رائے موجود ہے کہ وہ دعوی نبوت تھا، اس وجہ سے اس سے جنگ ہوئی تھی. تو جو میجورٹی مسلم امہ کا ایک متفقہ جو ہے حق یہی تھا کہ اس کو دعوی نبوت کی بنا پر اس کے ساتھ جنگ کی گئی تھی. اس میں کوئی شک ڈالے تو وہ تو ظاہر ہے تاریخی جھوٹ بھی ہے اور شاید اپنا پرسنل لا علمی ہو سکتی ہے. تو بہرحال اس کا فیصلہ پھر علماء فرمائیں گے کہ اگر کوئی ایسا کرتا ہے جاننے کے باوجود اس کے کفر پر شک کرتا ہے تو وہ پھر معاملہ جو ہے نا ہے یہ بڑا ڈینجرس معاملہ ہے، بڑا ڈینجرس. اچھا مزدار آپ کو ایک بات بتاؤں، مرزا غلام احمد قادیانی نے بھی اپنی کتاب میں حضرت ابو بکر صدیق رضی اللہ عنہ کی شان بیان کرتے ہوئے یہ بات لکھی ہے کہ انہوں نے مدعیان نبوت کو قتل کروایا. یہ بات انہوں نے ان کے شان میں یہ بات لکھی ہوئی ہے ایک جگہ کے اوپر، کہیں گے تو میں حوالہ بھی آپ کو بھیج دوں گا. تو وہ بھی یہی سمجھتا تھا، اور کل بھی میں نے ایک حوالہ ڈسپلے کیا تھا، اس کے اندر بھی اس نے یہ کہا ہے کہ جو مدعی نبوت ہے اس کے لیے صرف یہی کافی نہیں کہ وہ مسلمانوں کے قبرستان میں دفن نہ ہو یا پھر اس کا جنازہ نہ پڑھا جائے، صرف یہی کافی نہیں بلکہ یہ بھی ثابت کرنا ضروری ہے کہ وہ قتل بھی کیا گیا ہو، اور کیونکہ وہ مرتد ہو جاتا ہے. تو یہ مرزا قادیانی نے خود لکھی ہوئی ہے بات. انہوں نے یہ بھی لکھا ہوا ہے کہ مدعی نبوت جو ہے وہ واجب القتل ہے یہ خود لکھا ہوا ہے. نیچے کسی نے کمنٹ کیا کہ حضرت بکر صدیق رضی اللہ تعالیٰ عنہ نبی کریم صلی اللہ علیہ وسلم سے بڑھ کر نہیں شریعت کے مطابق فیصلہ کیا. جو رسول اللہ صلی اللہ علیہ وسلم کی شریعت آپ لے کر آئے اسی کے مطابق حضرت بکر صدیق رضی اللہ تعالیٰ نے فیصلہ کیا تھا، اور اسود انسی بھی نبوت کا دعوے دار تھا. جی ہم دیکھیں یہ مکس کرتے ہیں ایک بات، یہ کہتے ہیں کہ جب مسلمہ اپنے لوگوں کے ساتھ مدینہ کی حدود کے پاس آیا تھا، وہ مدینہ میں تو انٹر نہیں ہونے دیا تھا رسول اللہ نے ان کو، لیکن جب وہ آیا تھا اپنے بندوں کو لے کے تو اس کو روک دیا گیا تھا. پھر آپ صلی اللہ علیہ وآلہ وسلم آئے تھے اور انہوں نے کہا تھا کہ میں تو یہ چھڑی بھی نہیں دوں گا. اس وقت اس کا مطالبہ مختلف تھا، اس وقت اس کا نبوت کا دعویٰ اس وقت تک ثابت نہیں ہے. وہ تو بعد میں اس نے خط بھیجا ہے جب اپنے قاصدوں کے ساتھ، تو تب اس نے واضح کیا اس چیز کو. تو یہ مکس کرتے ہیں کہ دیکھو جی وہ جب مدینہ آیا تھا تو تب بھی اس کا دعویٰ تھا، تو تب وہاں پر کیوں نہیں رسول اللہ نے اس کے ساتھ وہ معاملہ فرمایا. تو یہ بھی میرے خیال ہے، یہ بھی یہ لوگ خیال نہیں بلکہ مجھے یقین ہے، کیونکہ میری اس کے اوپر ان کے 2-3 معلموں سے بات ہو چکی ہوئی ہے. تو وہ یہ اس طرح سے بھی چیزوں کو مکس کر کے تو کسی طرح سے یہ پلی لینے کی کوشش کرتے ہیں کہ ہاں بھی مدعی نبوت جو ہے اس کے اوپر کوئی مطلب رسول اللہ نے حد جاری نہیں کی. السلام علیکم. میں سن رہا تھا آپ کی بات، اور اگر آپ ٹوانا کی بات کر رہے ہیں نا تو میں کل پرسوں نا اس پہ ٹویٹر پہ ایکس پہ نا ایک ٹویٹ گزری نظر سے اپنا مسرور صاحب کی ایک سٹیٹمنٹ تھی. انہوں نے وہ ایک تقریر جو ہے وہ ریلیز کی. انہوں نے کہا تھا کہ اپنے آپ کو ہوشیار بنائیں. تو مجھے ایک جو میں پیٹرن دیکھ رہا ہوں مختلف براڈز پہ
जिस तरह ये टिवाना हो गया, नादर की ब्राड पे वो एक होता है HK के नाम से, एक और होता है उबैद के नाम से, या ये जो है अपना वरियाम, उसकी ब्राड पे वो कुछ लोग नाम बदल के बैठे होते हैं, शायद वो दादा के नाम से और इस तरह के नाम। तो ये इनको एक चेन कमांड की तरफ से हुक्म है कि आपने इस तरह मकारी करनी है। मैंने इसको सुना है अपना टिवाना को 3-4 माह पहले। ये होता है वड़ाइच US ट्रक्का वाला की ब्राड पे, रात को वो ब्राड लगाता होता है, उसके साथ वैसे साहब पीस कभी कभी उसके साथ में। तो इसने अपने आप को ना शुरू में, चूंकि ये वो ज़रा नईव कह रहे हैं इसको रिलेटिवली था, तो वहाँ पे ये अपने आप को एक्सप्रेस कर रहा था, जी नहीं मैं कादियानी हूँ, इस तरह हूँ। एक और लड़का था इसके साथ साजिद नाम का ना, तो साजिद जो है वो अपने आप को भी मुस्लिम प्रेजेंट करता है, लेकिन नादर की ब्राड पे गया हुआ था पिछले दिनों। वो प्रेजेंट सिर्फ मुस्लिम करता है, लेकिन वो भी अंदर से कादियानी है, जिस तरह ये टिवाना है ना। तो जो मेरी असेसमेंट है, ये उनको ना ऊपर से चेन कमांड से आर्डर हुआ है, हेड ऑफिस से आया हुआ है कि आपने अपने आप को होशियार बनाना है। होशियार जो है वो उसमें मेरे ख्याल उनका मफहूम ये भी था कि आपने अपने आप को ज़्यादा मकार करना है। यारी जो है उसमें थोड़ा और स्किल या इन डेप्थ एप्ट करना है अपने आप को। तो उसका अमली मुजाहरा मैं देख रहा हूँ, शायद आप लोगों की असेसमेंट कुछ और हो। जो मैं समझता हूँ वो तो यही है कि क्योंकि इनको पीर खाना से हुक्म आया, तो इस वजह से ये दजल जो है उन्होंने ज़्यादा तेज़ कर दिया। जी शुक्रिया। जी माशाल्लाह। अब देखिए ना, यहीं से इस्लाम और इनके कुफर का फैसला हो जाता है कि पूरी उम्मत मुस्लिमा इस बात पर मुत्तफिक है कि मुसलमा कज़्ज़ाब जो है वो मुद्दई नबूवत, झूठा मुद्दई नबूवत था, और इसी वजह से हज़रत बकर सिद्दीक़ रज़ियल्लाहु ताला अन्हु ने उससे जंग की और उसका कला कमा किया। असवद अंसी रसूलुल्लाह सल्लल्लाहु अलैहि वसल्लम की ज़िंदगी में, हयात मुबारका में उसको कत्ल किया। ठीक है, किस वजह से? वो भी मुद्दई नबूवत था। आप सल्लल्लाहु अलैहि वसल्लम ने खुशी का इजहार फरमाया। तो ये चीजें ये लोग इसलिए सिर्फ नजरअंदाज करके इसके खिलाफ खड़े हो जाते हैं, क्योंकि इनको पता है कि हमारा भी घर जो है ना वो पाश पाश हो जाता है कि अगर हम ये मान लें कि झूठा मुद्दई नबूवत जो है वो वाजिबुल कत्ल है। अब देखें, झूठा मुद्दई नबूवत वाजिबुल कत्ल है ना, और रसूलुल्लाह सल्लल्लाहु अलैहि वसल्लम के बाद सब झूठे हैं, तो इनको ये फिक्र पड़ जाती है कि हम भी झूठे हैं ना, हमारा मुद्दई नबूवत भी झूठा है, तो इसलिए ये वाजिबुल कत्ल का फतवा जो है हम पर भी लगता है, लागू होता है। वरना कोई अगर कोई कहे कि आज चोर की सजा ना कम कर देनी चाहिए, वो शोर डालना शुरू कर दे, चोर की सजा कम होनी चाहिए, चोर की सजा कम होनी चाहिए, तो समझ लेंगे वो खुद चोर है, वो इसलिए शोर डाल रहा है। उसे पता है कि जिस दिन मैं सामने आ गया ना तो मेरे ऊपर ये चोरी की हद जो है ना सजा लग जाएगी। उसको ये फिक्र नहीं होती कि ये कोई इंसानियत का मसला इसमें उठाना चाहता है या कभी सख्त सजा है या ये मसला। उसको ये पता है कि जिस दिन मैं पकड़ा गया ना मेरे भी हाथ काटे जाएंगे। तो असल मामला इनका ये है कि जिस दिन ये मान लेंगे ना कि हाँ मुद्दई नबूवत वाजिबुल कत्ल होता है, हालांकि मिर्जा साहब माने हुए हैं, उनकी तहरीरात में मौजूद है कि मुद्दई नबूवत वाजिबुल कत्ल है, ये फिर भी मिर्जा साहब का अपना इनकार इसलिए करते हैं कि क्योंकि खुद चोर साबित होते हैं, खुद अपना डर पड़ जाता है इन लोगों को, क्योंकि मुद्दई नबूवत को मानने वाला भी तो उसका वो हाल यही होगा ना। तो जिस दिन ये इस चीज को मान लेंगे, ये एक ये साइकोलॉजिकली देखें, एक मेंटल जो है ना ये इनकी जंग है। ये मानना क्यों नहीं चाहते? अगर आज ये मान जाएं तो इस बात पर जो मुसलमान कहें कि मुद्दई नबूवत और उसके मानने वाले मुर्तद और वाजिबुल कत्ल हैं, तो ये लाइन में खड़े हो जाते हैं ना, अपने आप को उसमें खड़ा कर देंगे। तो इनको अच्छी तरह पता है कि अगर हमने कहा जी हम चोर की सजा को एक्सेप्ट करते हैं, तो सेकंड मिनट में ये जब ये चोर साबित हो जाएंगे को इनको अपने हाथ सामने करने पड़ेंगे। ये है असल वजह जो ये इनकार करते हैं। और तो बहुत बहुत बड़ी बातों का इनकार करते हैं, कुरान का, हदीस का, सही हदीस का, के मुनकिर हैं ये लोग। इनके तो कुफर की और इर्तिदाद की वजह तो बहुत ज्यादा है, तो लेकिन उसके बावजूद इनको ये डर पड़ा होता है, इस वजह से ये मानने के लिए तैयार नहीं है। अच्छा, आपको पता है मैंने मीर लतीफ साहब को कल मैंने चैलेंज किया था कि मीर लतीफ साहब आप जो हैं वो
मुर्तद की सज़ा कत्ल के ऊपर बात करी, कहते मेरा मुतालिया नहीं है तो मैं पढ़ के बताऊँगा। तो ये इस मौजू पर कभी भी बात नहीं करते। इससे पहले 2-3 दफ़ा मेरे ख्याल मियाँ साहब की ब्रॉड के ऊपर बात इनके साथ हो चुकी हुई है। तो ये साफ बिल्कुल मुकर जाते हैं, कहते हैं कि वो जो मुसलमा कज़ाब को मारा गया था वो इसलिए मारा गया था कि उसने ज़कात देने से इनकार किया था और उसने बगावत की थी। बेसिकली उसने लश्कर के साथ हमला किया था, इसलिए उसको मारा गया था, ना कि उसके दावा नबूवत की बिना के ऊपर। ये तो झूठ है, तारीखी झूठ है ना ये। उसने हमला किया ही नहीं था, वो भी तैयारियों में था। तो जब मुस्लिम जब मुजाहिदीन ने हज़रत अबू बकर सिद्दीक़ रज़ियल्लाहु ताला अन्हु ने जो लश्कर भेजा था, वो जब गए थे तो उनको मालूम हुआ कि ये तो बड़ी तैयारी करके बैठा हुआ था और बड़े इन टाइम शुक्र है कि शायद ज्यादा नुकसान पहुंचाता। वो तो पूरी तैयारी में मसरूफ था, लेकिन उसने वाज़े नहीं होने दिया था। उसने अंदर खाते जो है ना वो सीक्रेटली उसने बड़ी अपनी तैयारी की हुई थी कि मैं हमला करूंगा। तो लेकिन ये बात मुसलमानों तक पहुंची नहीं थी। ये जंग जब हुई थी उसके बाद पता चला था कि ये तो बड़ा तैयारी कर के चक्कर में था और बड़ी प्लानिंग कर रहा था कि ये हमला करेगा। वो बाद में वाज़े हुआ था। तमाम जो मौरखीन है उन्होंने ये बात लिखी है। अब उनको माने या सिर्फ कादियानी को एक आटे में नमक के बराबर नहीं है, इनकी बात मान लें हम। यानी कि सवाद आजम को, एक बड़ी जमात को हम रद्द कर दें सिर्फ इसलिए कि इन्होंने अपना बच्चा जो है उसको गोद में बिठाकर दूध पिलाना है कि वो उसको सच्चा साबित करना है। ये तो सब जहां समझते हैं ना। देखें, जहां आपका कॉन्फ्लिक्ट ऑफ इंटरेस्ट आ जाता है तो आप कानून को नहीं मानना चाहते ना। कानून अगर आपके इंटरेस्ट के खिलाफ है, आप उसके खिलाफ खड़े होंगे। इनका ये हाल है कि इनका अपना कॉन्फ्लिक्ट ऑफ इंटरेस्ट है, इसलिए ये इस बात को मानने के लिए तैयार ही नहीं है। हालांकि मुर्तद के बारे में भी पूरी सारी इजमा है और वाकयात हैं मौजूद सहाबा कराम के, रसूलुल्लाह सल्लल्लाहु अलैहि वसल्लम के अपने दौर के सहाबा कराम के, कि उन्होंने इस पर ये एक्शन लिया, लेकिन ये मानने के लिए तैयार नहीं है क्योंकि कॉन्फ्लिक्ट ऑफ इंटरेस्ट है। अपनी जान जो है ना वो गर्दन जो है ना वो फंदे में फंस जाती है। जी तो खैर अभी आज जो है वो आपने देखा है इनके हालात, आपने नाइट राइडर भाई ये जो उन्होंने हरकतें की हैं इधर जवाद की ब्रॉडकास्ट के ऊपर आपने देखा? नहीं, मैं अभी देखने लगा था वो नहीं देख सका क्योंकि मेरा जो टाइम है ना वो रात के 12-1 बजे अर्ली मॉर्निंग शुरू होती है उनकी ब्रॉड ना। तो मैं फिर ऑलवेज यही देखता हूँ रिकॉर्डिंग। तो मुझे भी पता चला है कि बड़ा कोई अफसोसनाक उन्होंने वहाँ उनके साथ सलूक किया है। ने इम्तियाज भाई को बोलने ही नहीं दिया, 1.5-2 घंटे बिठाया है। जब बोलने लगे तो बीच में जवाद इतना को बदतमीज मरज़ई है ना, मतलब सही जो प्रॉपर वाला गंदा वाला मरज़ई होता है, बदबूदार मरज़ई, उस किस्म का ये मरज़ई है। और बोलने एक लफ्ज़ बोलने नहीं दिया। जो ही बोलने लगते थे या बोलना शुरू करते थे और इतनी गंदे तरीके से, नहीं बस हवाला पढ़ें, बस ये वाला पढ़ें, बस ये वाला पढ़ें, बस आप ये आपको हम नहीं बोलने देंगे, हम आपको नहीं करने देंगे, ये तमाम चीज़ें बस वहाँ पे वो हरकतें करता रहा। और वो बात शाह साहब ने बड़ी ज़बरदस्त की थी, ज़फ़रुल्लाह शाह साहब थे अभी, वो कह रहे थे कि देखो इन्हें भी थोड़ी सी अथॉरिटी मिली है तो ये किस किस्म के मतलब अपने गलीज़ जो है वो हरकतों पे आ गए हैं। और आप देखें कि मुसलमानों के 57 मुल्क हैं और पाकिस्तान के अंदर मुसलमानों की मेजॉरिटी होने के बावजूद इनका शहर बस रहा है वहाँ पे। अगर हम भी इन जैसी हरकतें शुरू कर दें ना तो इनका जीना मुहाल हो जाए। और इनके हाथ में जरा सा कुछ आ रही है तो मुसलमानों को सड़कों पे जो है ये खून बहाए इनका, ये तो एक सेकंड बर्दाश्त ना करें। मिर्ज़ा बशीर महमूद ने कहा भी है ना कि हमारे पास इक़्तिदार आया तो हम मोसिलिनी और हिटलर की तरह हम इनको छोड़ेंगे नहीं। जी वड़ायत साहब, आप किधर सो तो नहीं गए?